ਦਰਸ਼ਨ ਕੀ ਹੈ। ਇਹ ਸੰਦੇਸ਼ ਦਰਸ਼ਨ ਕੀ ਹੈ, ਵਾਟ ਇਜ਼ ਅ ਵਿਜ਼ਨ, ਸਾਡੇ ਪਿਆਰੇ ਭਾਈ ਵਿਲੀਅਮ ਮੈਰੀਅਨ ਡਾਨਮ ਨੇ ਐਤਵਾਰ ਦੁਪਹਿਰ 8 ਅਪ੍ਰੈਲ 1956 ਨੂੰ ਲੇਨਟੈਕ ਹਾਈ ਸਕੂਲ ਸ਼ਿਕਾਗੋ, ਇਲੀਨਾਓਸ, ਸੰਯੁਕਤ ਰਾਜ ਅਮਰੀਕਾ ਵਿੱਚ ਪ੍ਰਚਾਰ ਕੀਤਾ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਕਿ ਅਸੀਂ ਪ੍ਰਾਰਥਨਾ ਕਰੀਏ। ਸਾਡੇ ਸਵਰਗੀ ਪਿਤਾ, ਸਾਡੇ ਪ੍ਰਤੀ ਤੇਰੀਆਂ ਸਾਰੀਆਂ ਭਲਾਈਆਂ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪਰਮੇਸ਼ਰ, ਅੱਜ ਇਸ ਸਭਾ ਨੂੰ ਅਤੇ ਇਸ ਜਨਮ ਦਿਨ ਦੇ ਕੇਕ ਨੂੰ ਇੱਥੇ ਰੱਖੇ ਹੋਏ ਵੇਖ ਕੇ ਅਸੀਂ ਬਹੁਤ ਹੀ ਅਯੋਗ ਮਹਿਸੂਸ ਕਰਦੇ ਹਾਂ। ਮੈਂ ਮਾफ़ੀ ਚਾਹੁੰਦਾ ਹਾਂ ਪਿਤਾ, ਮੈਨੂੰ ਮਾफ़ ਕਰ। ਮੈਂ ਗੱਲ ਵੀ ਨਹੀਂ ਕਰ ਸਕਦਾ ਹਾਂ, ਪਰੰਤੂ ਮੈਂ ਬੇਨਤੀ ਕਰਦਾ ਹਾਂ ਪ੍ਰਭੂ ਕਿ ਕਿਸੇ ਵੀ ਤਰ੍ਹਾਂ ਇਹ ਅਲੌਕਿਕ ਪ੍ਰੇਮ ਦੀ ਧਾਰਾ ਹਰੇਕ ਦੀ ਸਹਾਇਤਾ ਕਰੇ। ਪਿਤਾ, ਇਹਨਾਂ ਲੋਕਾਂ ਨੂੰ ਬਰਕਤ ਦੇ ਜਿਨ੍ਹਾਂ ਨੇ ਇਹ ਵੱਡਾ ਕੰਮ ਕੀਤਾ ਹੈ। ਮੈਂ ਬਸ ਮੰਗਦਾ ਹਾਂ ਕਿ ਅੱਜ ਤੇਰੀਆਂ ਬਰਕਤਾਂ ਸਾਡੇ ਨਾਲ ਇੱਥੋਂ ਤੱਕ ਬਹੁਤਾਇਤ ਵਿੱਚ ਹੋਣ ਕਿ ਇਹ ਸਾਰੀ ਇਮਾਰਤ ਤੇਰੀ ਮਹਿਮਾ ਨਾਲ ਭਰ ਜਾਵੇ। ਅਤੇ ਉਸ ਸਮੇਂ ਨੂੰ ਸੋਚਦਾ ਹਾਂ ਜਦੋਂ ਇਹਨਾਂ ਬੋਲੇ ਅਤੇ ਗੂੰਗੇ ਲੋਕਾਂ ਨੂੰ ਲੰਘਦੇ ਹੋਏ ਵੇਖਿਆ ਸੀ, ਦੂਸਰੇ ਪਾਸੇ ਜਾਂਦੇ ਹੋਏ। ਹੇ ਖੁਦਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਕਿਸੇ ਵੀ ਤਰ੍ਹਾਂ ਅੱਜ ਸਾਡੇ ਲਈ ਮਹਾਨ ਤਰੀਕੇ ਨਾਲ ਕੁਝ ਕਰ। ਅਸੀਂ ਇਸ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਰਮੇਸ਼ਰ ਦੀਆਂ ਬਰਕਤਾਂ ਬਕਮੈਨ ਉੱਤੇ ਬਣੀਆਂ ਰਹਿਣ। ਮੇਰੇ ਪਿਆਰੇ ਮਿੱਤਰੋ, ਮੈਂ ਬਸ ਇਹੀ ਦੁਆ ਕਰਦਾ ਹਾਂ ਕਿ ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੇਰਾ ਅੰਦਾਜ਼ਾ ਹੈ ਕਿ ਇਹ ਸਭ ਤੋਂ ਪਿਆਰੀ ਚੀਜ਼ ਹੈ। ਕੀ ਤੁਸੀਂ ਇਸ ਨੂੰ ਲੋਕਾਂ ਨੂੰ ਵਿਖਾਇਆ ਹੈ? ਕੀ ਉਹਨਾਂ ਨੇ ਵੇਖਿਆ ਹੈ? ਇੱਕ ਭਾਈ ਕਹਿੰਦਾ ਹੈ, ਜੀ ਹਾਂ ਸੰਪਾਦਕ, ਹਾਂ। ਕੀ ਇਹ ਸੁੰਦਰ ਨਹੀਂ? ਸਭਾ ਕਹਿੰਦੀ ਹੈ, ਆਮੀਨ। ਮੈਂ ਚਾਹੁੰਦਾ ਹਾਂ ਕਿ ਇਹ ਸਮਾਂ ਤੁਹਾਨੂੰ ਧੰਨਵਾਦ ਦੇਣ ਲਈ ਲਵਾਂ। ਸਾਰੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਤਰੀਕਾ ਨਹੀਂ ਹੈ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਕਦੇ ਤੁਹਾਡੀਆਂ ਦਿਆਲੂ ਅਸੀਸਾਂ ਦਾ ਬਦਲਾ ਦੇ ਸਕਾਂ। ਅਤੇ ਮੈਂ ਉਹਨਾਂ ਤੋਹਫਿਆਂ ਵੱਲ ਧਿਆਨ ਦਿੱਤਾ ਹੈ ਜੋ ਮੈਨੂੰ ਦਿੱਤੇ ਗਏ ਹਨ, ਅਤੇ ਲਿਫਾਫਿਆਂ ਵਿੱਚ ਉਹ ਛੋਟੇ ਤੋਹਫੇ ਅਤੇ ਉਹ ਕਾਰਡ ਅਤੇ ਹੋਰ ਚੀਜ਼ਾਂ। ਬਹੁਤ ਹੀ ਵਧੀਆ। ਇਹ ਸਭ ਤਾਂ ਮੈਨੂੰ ਇੰਝ ਮਹਿਸੂਸ ਕਰਾਉਂਦਾ ਹੈ ਕਿ ਮੈਂ ਇੱਕ ਸਮਾਂ ਨਿਯੁਕਤ ਕਰਾਂ ਅਤੇ ਅਗਲੇ ਸਾਲ ਆਪਣੇ ਜਨਮ ਦਿਨ ਲਈ ਵਾਪਸ ਆਵਾਂ। ਸਭਾ ਤਾੜੀਆਂ ਮਾਰਦੀ ਹੈ। ਸੰਪਾਦਕ, ਤੁਹਾਡਾ ਧੰਨਵਾਦ, ਮਿਹਰਬਾਨੀ ਮੇਰੇ ਪ੍ਰਭੂ, ਇਹ ਬਹੁਤ ਅਦਭੁਤ ਹੈ। ਮੈਂ ਚਾਰੇ ਪਾਸੇ ਵੇਖਿਆ ਅਤੇ ਮੈਨੂੰ ਪਤਾ ਨਹੀਂ ਸੀ ਕਿ ਇਹ ਕੀ ਸੀ, ਅਤੇ ਇਹ ਅਸਲ ਵਿੱਚ ਬਹੁਤ ਹੀ ਪਿਆਰਾ ਹੈ। ਅਤੇ ਤੁਹਾਡੇ ਸਾਰੇ ਤੋਹਫੇ, ਬਸ ਸਿਰਫ ਇੱਕੋ ਹੀ ਗੱਲ ਹੈ ਜੋ ਮੈਂ ਕਹਿ ਸਕਦਾ ਹਾਂ, ਅਤੇ ਇਹ ਬਿਲਕੁਲ ਉਹ ਨਹੀਂ ਹੈ। ਅੱਛਾ, ਉਹ ਇੱਕ ਪ੍ਰਾਰਥਨਾ ਸੀ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਅਤੇ ਜੇ ਮੈਂ ਕਦੇ ਵੀ ਯੋਗ ਨਾ ਹੋ ਸਕਿਆ ਅਤੇ ਜੇ ਖੁਦਾ ਨੇ ਮੈਨੂੰ ਇਸ ਜੀਵਨ ਵਿੱਚ ਅਜਿਹਾ ਨਾ ਕਰਨ ਦਿੱਤਾ ਕਿ ਮੈਂ ਇਹਨਾਂ ਸਾਰੇ ਤੋਹਫਿਆਂ ਲਈ ਹਰੇਕ ਦੀ ਪ੍ਰਸ਼ੰਸਾ ਕਰ ਸਕਾਂ, ਇੱਥੋਂ ਤੱਕ ਕਿ ਇੱਕ ਛੋਟੀ ਲੜਕੀ ਦੇ ਵੱਲੋਂ ਵੀ ਉੱਥੇ ਅੰਦਰ ਇੱਕ ਲਿਫਾਫਾ ਸੀ ਅਤੇ ਇਹ ਉਸ ਦਾ ਦਸਵੰਧ ਸੀ। ਮੈਂ ਸੋਚਦਾ ਹਾਂ ਕਿ ਉਹ ਸੀ ਤਕਰੀਬਨ 8 ਸੈਂਟ। ਉਸਨੇ ਆਪਣਾ ਦਸਵੰਧ ਜਨਮ ਦਿਨ ਦੇ ਤੋਹਫੇ ਵਜੋਂ ਮੇਰੇ ਲਈ ਭੇਜਿਆ ਸੀ। ਉਸ ਤੋਂ ਲੈ ਕੇ ਇਹਨਾਂ ਸਾਰੇ ਵੱਡੇ ਤੋਹਫਿਆਂ ਤੱਕ, ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ਰ ਤੁਹਾਨੂੰ ਭਰਪੂਰੀ ਨਾਲ ਵਾਪਸ ਦੇਵੇ। ਮੈਂ ਨਹੀਂ ਸੋਚਿਆ ਸੀ ਕਿ ਤੁਸੀਂ ਮੇਰੇ ਲਈ ਇੰਨਾ ਜ਼ਿਆਦਾ ਸੋਚਦੇ ਹੋ। ਸੱਚਮੁੱਚ ਮੈਂ ਨਹੀਂ ਸੋਚਿਆ ਸੀ। ਮੈਂ ਇਸ ਦੀ ਪ੍ਰਸ਼ੰਸਾ ਕਰਦਾ ਹਾਂ। ਅੱਜ ਮੈਂ ਵਿਸ਼ਵਾਸ ਕਰਦਾ ਹਾਂ ਅਸੀਂ ਇਸ ਨੂੰ ਹਿਰਦੇ ਤੋਂ ਹਿਰਦੇ ਤੱਕ ਦੀ ਗੱਲਬਾਤ ਦੇ ਲਈ ਰੱਖ ਛੱਡਿਆ ਹੈ। ਬਜਾਏ ਪ੍ਰਚਾਰ ਕਰਨ ਦੇ, ਮੈਂ ਤਾਂ ਬਸ ਗੱਲਬਾਤ ਕਰਾਂ ਅਤੇ ਹੋ ਸਕਦਾ ਹੈ ਕਿ ਉਹਨਾਂ ਕੁਝ ਗੱਲਾਂ ਦਾ ਬਿਆਨ ਕਰਾਂ ਜੋ ਤੁਹਾਨੂੰ ਇਹਨਾਂ ਸਭਾਵਾਂ ਵਿੱਚ ਕਾਫੀ ਭੇਤ ਭਰੀਆਂ ਲੱਗਦੀਆਂ ਹੋਣਗੀਆਂ। ਮੈਂ ਬਹੁਤ ਖੁਸ਼ ਹਾਂ। ਅੱਜ ਮੈਂ ਇੱਕ ਹੋਰ ਜਨਮ ਦਿਨ ਦੀ ਆਸ ਨਹੀਂ ਕੀਤੀ ਸੀ। ਅਤੇ ਹੁਣ ਦਰਵਾਜ਼ੇ ਵਿੱਚ ਆਉਂਦੇ ਹੋਏ ਮੈਂ ਇੱਥੇ ਆਪਣੇ ਵਧੀਆ ਮਿੱਤਰ ਆਰਟ ਵਿਲਸਨ ਨਾਲ ਮਿਲਿਆ। ਮੇਰਾ ਅੰਦਾਜ਼ਾ ਹੈ ਕਿ ਕ੍ਰਿਸਚੀਅਨ ਬਿਜ਼ਨਸਮੈਨ ਵਾਲੇ ਸਾਰੇ ਉਹਨਾਂ ਨੂੰ ਜਾਣਦੇ ਹਨ। ਤੁਹਾਡਾ ਘਰ ਓਰੇਗਨ ਵਿੱਚ ਹੈ ਕਿ ਇਹ ਨਹੀਂ ਹੈ? ਜਾਂ ਭਾਈ ਵਿਲਸਨ ਕਹਿੰਦੇ ਹਨ, ਰੇਨੋ, ਨਿਵਾਡਾ। ਸੰਪਾਦਕ, ਰੇਨੋ, ਨਿਵਾਡਾ। ਭਾਈ ਆਰਟ ਵਿਲਸਨ ਮੇਰੇ ਸੱਜੇ ਪਾਸੇ ਹਨ। ਅਗਲੇ ਵਿਅਕਤੀ ਹਨ ਸ਼੍ਰੀਮਾਨ ਵੁੱਡ, ਸ਼੍ਰੀਮਾਨ ਬੈਂਕਸਵੁੱਡ। ਉਹ ਮੇਰੇ ਮਿੱਤਰ ਅਤੇ ਗੁਆਂਢੀ ਹਨ। ਸ਼੍ਰੀਮਾਨ ਵੁੱਡ ਮੇਰੇ ਨਾਲ ਜਾਂਦੇ ਹੁੰਦੇ ਹਨ
ਤੁਹਾਡੇ ਵਿੱਚੋਂ ਕਈ ਲੋਕ ਉਹਨਾਂ ਨੂੰ ਸੁਭਾਅ ਵਿੱਚ ਪੁਸਤਕਾਂ ਵੇਚਣ ਦੇ ਕਾਰਨ ਜਾਣਦੇ ਹੋਣਗੇ। ਉਹ ਮਨੁੱਖ ਬਹੁਤ ਹੀ ਸਫਲ ਠੇਕੇਦਾਰ ਰਿਹਾ ਹੈ ਅਤੇ ਇੱਕ ਦਿਨ ਜਦੋਂ ਮੈਂ ਲੂਈਵਿਲੇ ਕੈਂਟਕੀ ਵਿੱਚ ਇੱਕ ਮੀਟਿੰਗ ਕਰ ਰਿਹਾ ਸੀ, ਉਹ ਇੱਕ ਯਹੋਵਾ ਵਿਟਨੈਸ ਸੀ। ਉਹਨਾਂ ਦੀ ਪਤਨੀ ਇੱਕ ਮੈਥੋਡਿਸਟ ਸੀ। ਉਹਨਾਂ ਨੇ ਸਭਾ ਦੇ ਬਾਰੇ ਸੁਣਿਆ ਸੀ ਤਾਂ ਉਹ ਬਸ ਗੱਡੀ ਵਿੱਚ ਬੈਠ ਕੇ ਆ ਗਏ ਕਿ ਵੇਖਣ ਕਿ ਉਹ ਕਿੰਨਾ ਸੱਚ ਸੀ। ਉਸ ਰਾਤ ਉੱਥੇ ਇੱਕ ਕੁੜੀ ਸੀ। ਉਹ ਬੇਹੋਸ਼ ਸੀ, ਕਈ ਮਹੀਨਿਆਂ ਤੋਂ ਇਸੇ ਤਰ੍ਹਾਂ ਹੀ ਪਈ ਹੋਈ ਸੀ। ਆਪਣੇ ਚੂਲੇ ਦੇ ਹੇਠਾਂ ਵਾਲੇ ਹਿੱਸੇ ਦਾ ਇੱਕ ਜੋੜ ਤੱਕ ਹਿਲਾਉਣ ਵਿੱਚ ਵੀ ਯੋਗ ਨਹੀਂ ਸੀ। ਇੱਕ ਜਵਾਨ ਔਰਤ ਜੋ ਉਹ ਇੱਕ ਕੁਆਰੀ ਲਗਭਗ 15 ਸਾਲ ਦੀ, ਜਦੋਂ ਉਸ ਨੂੰ ਮੰਚ ਉੱਤੇ ਲਿਆਂਦਾ ਗਿਆ ਸੀ, ਉਹ ਆਪਣੇ ਸਟ੍ਰੈਚਰ ਤੋਂ ਉੱਠ ਖੜੀ ਹੋਈ ਸੀ, ਸਾਰੀ ਜਗ੍ਹਾ ਤੇ ਤੁਰੀ ਫਿਰੀ ਸੀ। ਅਗਲੇ ਦਿਨ ਅਗਾਂਹ ਵਧਦੀ ਗਈ, ਕੁਝ ਹੀ ਦਿਨਾਂ ਵਿੱਚ ਵਾਪਸ ਸਕੂਲ ਵਿੱਚ ਚਲੀ ਗਈ, ਬਿਲਕੁਲ ਚੰਗੀ ਹੋ ਗਈ ਅਤੇ ਇੱਥੋਂ ਤੱਕ ਕਿ ਪ੍ਰਭੂ ਨੇ ਬਹੁਤ ਸਾਰੇ ਕੰਮ ਕੀਤੇ। ਇਸ ਲਈ ਸ਼੍ਰੀਮਾਨ ਵੁੱਡ ਉਹਨਾਂ ਨੇ ਕੋਈ ਕੰਮ ਕਰਨਾ ਸੀ, ਇੱਕ ਮਕਾਨ ਪੂਰਾ ਕਰਨਾ ਸੀ ਜਾਂ ਜੋ ਕੁਝ ਉਹ ਕਰ ਰਹੇ ਸਨ, ਉਹਨਾਂ ਨੇ ਛੇਤੀ ਉਸ ਨੂੰ ਪੂਰਾ ਕਰਨਾ ਸੀ। ਉਹ ਮੇਰੀ ਅਗਲੀ ਸਭਾ ਵਿੱਚ ਹਿਊਸਟਨ ਟੈਕਸਾਸ ਚਲੇ ਗਏ। ਉਸ ਰਾਤ ਉਹ ਉੱਥੇ ਭਵਨ ਵਿੱਚ ਖੜ੍ਹੇ ਸਨ ਜਦੋਂ ਪ੍ਰਭੂ ਦਾ ਦੂਤ ਪ੍ਰਗਟ ਹੋਇਆ ਸੀ। ਕੈਮਰਿਆਂ ਨੇ ਸਵਰਗਦੂਤ ਦੀ ਫੋਟੋ ਖਿੱਚੀ ਸੀ ਅਤੇ ਉਹ ਤਸਵੀਰ ਜਿਹੜੀ ਤੁਸੀਂ ਆਪ ਇੱਥੇ ਵੇਖੀ ਹੈ। ਫਿਰ ਉਸ ਕੋਲ ਸੀ, ਉਸ ਦੀ ਮਹਾਨ ਚੋਣ ਵਿੱਚੋਂ ਇੱਕ ਸੀ। ਉਹਨਾਂ ਕੋਲ ਇੱਕ ਅਪਾਹਿਜ ਮੁੰਡਾ ਸੀ ਅਤੇ ਉਸ ਦੀ ਲੱਤ ਉਸ ਦੇ ਹੇਠਾਂ ਹੀ ਸੁੰਗੜ ਗਈ ਸੀ। ਅਤੇ ਫਿਰ ਸ਼੍ਰੀਮਾਨ ਵੁੱਡ, ਜਦੋਂ ਮੈਂ ਵਾਪਸ ਆਇਆ, ਮੈਂ ਵਿਦੇਸ਼ ਵਿੱਚ ਗਿਆ ਹੋਇਆ ਸੀ ਅਤੇ ਸਵੀਡਨ ਗਿਆ ਸੀ, ਵਾਪਸ ਆਇਆ ਅਤੇ ਤਦ ਉਹਨਾਂ ਨੇ ਤੰਬੂ ਲਾਇਆ ਹੋਇਆ ਸੀ। ਮੇਰਾ ਵਿਸ਼ਵਾਸ ਹੈ ਕਿ ਉਹ ਕਲੀਵਲੈਂਡ ਸੀ ਜਾਂ ਕਲੀਵਲੈਂਡ, ਓਹਾਇਓ। ਅਤੇ ਸ਼੍ਰੀਮਾਨ ਵੁੱਡ ਹੁਣ ਤੱਕ ਅਸਲ ਵਿੱਚ ਭੀੜ ਵਿੱਚ ਚੱਲ ਰਹੇ ਸਨ, ਬਸ ਪਿੱਛੇ ਚੱਲ ਰਹੇ ਸਨ, ਜਿਸ ਤਰ੍ਹਾਂ ਤੁਹਾਡੇ ਵਿੱਚੋਂ ਕਈ ਲੋਕ ਅੱਜ ਚੱਲ ਰਹੇ ਹਨ, ਪਰ ਦ੍ਰਿੜ ਇਰਾਦੇ ਨਾਲ ਬੈਠੇ ਰਹਿੰਦੇ ਸਨ ਜਦੋਂ ਤੱਕ ਕਿ ਉਹ ਪੂਰਾ ਨਾ ਹੋ ਜਾਵੇ। ਇਹੋ ਹੀ ਤਰੀਕਾ ਹੈ, ਇਸ ਕੰਮ ਨੂੰ ਕਰਨ ਦਾ ਇਹੋ ਹੀ ਤਰੀਕਾ ਹੈ। ਅਤੇ ਉਹਨਾਂ ਨੇ ਆਪਣੇ ਕੰਮ ਨੂੰ ਇੱਕ ਪਾਸੇ ਰੱਖ ਦਿੱਤਾ ਅਤੇ ਮੁੰਡੇ ਨੂੰ ਕਲੀਵਲੈਂਡ ਲੈ ਆਏ। ਕੁਝ ਰਾਤਾਂ ਤੋਂ ਬਾਅਦ ਉਹ ਇੱਕ ਸਭਾ ਵਿੱਚ ਸੀ, ਯਕੀਨਨ ਮੈਨੂੰ ਯਾਦ ਨਹੀਂ ਹੈ, ਬਸ ਟੇਪ ਦੇ ਰਾਹੀਂ ਹੀ। ਉਹ ਪਿੱਛੇ ਤੰਬੂ ਵਿੱਚ ਬੈਠੇ ਹੋਏ ਸਨ, ਬਹੁਤ ਪਿੱਛੇ ਵੱਲ, ਉਹ ਅਤੇ ਉਹਨਾਂ ਦੀ ਪਤਨੀ, ਅਤੇ ਪਵਿੱਤਰ ਆਤਮਾ ਉੱਤਰ ਆਇਆ ਅਤੇ ਕਿਹਾ, ਉਹ ਔਰਤ ਜੋ ਉੱਥੇ ਪਿੱਛੇ ਆਪਣੇ ਪਤੀ ਨਾਲ ਬੈਠੀ ਹੋਈ ਹੈ, ਜੋ ਇੱਕ ਠੇਕੇਦਾਰ ਹੈ, ਕਿਹਾ ਉਸਦੇ ਆਪਣੇ ਇੱਕ ਰਸੌਲੀ ਹੈ ਅਤੇ ਉਸਦਾ ਪੁੱਤਰ ਅਪਾਹਿਜ ਹੈ, ਪਰ ਯਹੋਵਾ ਫਰਮਾਉਂਦਾ ਹੈ ਚੰਗੇ ਹੋ ਗਏ ਹਨ। ਉਸ ਛੋਟੇ ਬੱਚੇ ਨੂੰ ਉਠਾ ਦਿੱਤਾ। ਉਹ ਹੁਣ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇੱਕ ਵਧੀਆ ਸਿੱਧੇ ਪੈਰ ਵਾਲਾ ਜਵਾਨ ਹੈ। ਉਹ ਹੁਣ ਓਨਾ ਹੀ ਠੀਕ ਹੈ ਜਿੰਨਾ ਕਿ ਕੋਈ ਵੀ ਮੁੰਡਾ ਹੋ ਸਕਦਾ ਹੈ। ਸ਼੍ਰੀਮਾਨ ਵੁੱਡ ਨੇ ਠੇਕੇਦਾਰੀ ਛੱਡ ਦਿੱਤੀ ਅਤੇ ਮੇਰੇ ਨਾਲ ਘੁੰਮ ਫਿਰ ਰਹੇ ਹਨ। ਸਭਾ ਤਾੜੀਆਂ ਮਾਰਦੀ ਹੈ। ਸੰਪਾਦਕ। ਸੋ ਉਹਨਾਂ ਦਾ ਪੁੱਤਰ ਅਤੇ ਮੇਰਾ ਪੁੱਤਰ ਇੱਕ ਦੂਸਰੇ ਦੇ ਬਹੁਤ ਵਧੀਆ ਮਿੱਤਰ ਹਨ ਅਤੇ ਉਹ ਓਨਾ ਹੀ ਸੁਭਾਵਿਕ ਅਤੇ ਠੀਕ ਹੈ ਜਿੰਨਾ ਕਿ ਕੋਈ ਵੀ ਮੁੰਡਾ ਹੋਵੇ। ਛੇਤੀ ਫੌਜ ਵਿੱਚ ਜਾਣ ਦੀ ਆਸ ਕਰ ਰਿਹਾ ਹੈ। ਸੋ ਪ੍ਰਭੂ ਭਲਾ ਹੈ, ਦਇਆ ਨਾਲ ਭਰਿਆ ਹੋਇਆ ਹੈ ਕਿ ਉਹ ਨਹੀਂ ਹੈ। ਆਮੀਨ। ਅਤੇ ਉਸਨੇ ਸਾਡੇ ਵਿਚਕਾਰ ਕਿੰਨੇ ਜ਼ਿਆਦਾ ਮਹਾਨ ਕੰਮ ਕੀਤੇ ਹਨ। ਹੁਣ ਅੱਜ ਰਾਤ ਮੈਂ ਸੋਚਦਾ ਹਾਂ, ਜਦ ਕਿ ਅਸੀਂ ਥੋੜਾ ਜਲਦੀ ਸ਼ੁਰੂ ਕਰਨ ਵਾਲੇ ਹਾਂ, ਮੈਂ ਸਵੇਰੇ 8 ਵਜੇ ਇੱਕ ਮੁਲਾਕਾਤ ਲਈ ਲੂਈਵਿਲੇ ਕੰਟਕੀ ਵਿੱਚ ਹੋਣਾ ਹੈ ਅਤੇ ਅੱਜ ਪੂਰਾ ਰਸਤਾ ਗੱਡੀ ਚਲਾ ਕੇ ਜਾਣਾ ਹੈ, ਜੋ ਕਿ ਤਕਰੀਬਨ 8 ਜਾਂ 10 ਘੰਟੇ ਦਾ ਰਸਤਾ ਹੈ, ਤਾਂ ਕਿ ਅਸੀਂ ਉਸ ਮੁਲਾਕਾਤ ਦੇ ਸਮੇਂ ਤੱਕ ਠੀਕ ਉੱਥੇ ਪਹੁੰਚ ਜਾਈਏ। ਅਸੀਂ ਇੱਥੋਂ ਇੱਕਦਮ ਸਿੱਧੇ ਹੀ ਲੂਈਵਿਲੇ ਤੱਕ ਜਾਵਾਂਗੇ ਅਤੇ ਕਾਰ ਰਾਹੀਂ। ਅਤੇ ਤਦ ਅੱਜ ਰਾਤ ਸਾਡਾ ਇਰਾਦਾ ਸਭਾਵਾਂ ਨੂੰ ਥੋੜ੍ਹਾ ਜਲਦੀ ਸ਼ੁਰੂ ਕਰਨ ਦਾ ਹੈ ਅਤੇ ਜੇਕਰ ਤੁਸੀਂ ਆ ਸਕੋ ਤਾਂ ਅਸੀਂ ਤੁਹਾਡੇ ਥੋੜ੍ਹਾ ਜਿਹਾ ਛੇਤੀ ਆਉਣ ਦੀ ਪ੍ਰਸ਼ੰਸਾ ਕਰਾਂਗੇ। ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਮੈਂ ਮੰਚ ਉੱਤੇ ਆ ਸਕਦਾ ਹਾਂ। ਭਾਈ ਜੋਸਫ ਮੈਟਸਨ ਬੋਝ ਕਹਿੰਦੇ ਹਨ, ਕਾਰਡ 6 ਵਜੇ ਦਿੱਤੇ ਜਾਣਗੇ। ਸੰਪਾਦਕ। ਭਾਈ ਜੋਸਫ ਨੇ ਕਿਹਾ ਕਾਰਡ 6 ਵਜੇ ਦਿੱਤੇ ਜਾਣਗੇ ਅਤੇ ਅਸੀਂ ਤਾਂ ਬਸ। ਬਿਲੀ ਛੇਤੀ ਫੌਜ ਵਿੱਚ ਲੈ ਲਿਆ ਜਾਵੇਗਾ, ਇਸ ਲਈ ਸ਼੍ਰੀਮਾਨ ਵੁੱਡ ਪ੍ਰਾਰਥਨਾ ਕਾਰਡ ਵੰਡ ਰਹੇ ਹਨ ਅਤੇ ਬਿਲੀ ਉਹਨਾਂ ਦੀ ਸਹਾਇਤਾ ਕਰ ਰਿਹਾ ਹੈ। ਮੈਂ ਕਿਹਾ, ਸ਼੍ਰੀਮਾਨ ਵੁੱਡ ਤੁਹਾਡਾ ਕਿਸ ਤਰ੍ਹਾਂ ਚੱਲ ਰਿਹਾ ਹੈ? ਉਹਨਾਂ ਨੇ ਕਿਹਾ, ਕਹੋ।
ਉਹਨਾਂ ਨੇ ਕਿਹਾ, ਇਹ ਵਧੀਆ ਹੈ, ਪਰੰਤੂ ਕਿਹਾ ਮੇਰੇ ਕੋਲ ਸਿਰਫ 2 ਕਾਰਡ ਬਚੇ ਸਨ ਅਤੇ ਉੱਥੇ 6 ਜਣੇ ਸਨ ਜੋ ਲੈਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਕਿਹਾ, ਇਸ ਹਾਲਤ ਵਿੱਚ ਤੁਸੀਂ ਕੀ ਕਰਦੇ ਹੋ? ਮੈਂ ਕਿਹਾ, ਠੀਕ ਉਹ ਹੀ ਜੋ ਤੁਸੀਂ ਕੀਤਾ। ਮੈਂ ਕਿਹਾ, ਅੱਛਾ ਉਹ। ਅਤੇ ਕੱਲ੍ਹ ਰਾਤ ਜਦੋਂ ਉਹ ਬਹੁਤ ਖੁਸ਼ ਸਨ, ਉਹਨਾਂ ਨੇ ਕਿਹਾ, ਮੰਚ ਉੱਤੇ ਖੜ੍ਹੇ ਹੋ ਕੇ ਉਹਨਾਂ ਲੋਕਾਂ ਨੂੰ ਵੇਖਣਾ ਜਿਨ੍ਹਾਂ ਨੂੰ ਉਹਨਾਂ ਨੇ ਕਾਰਡ ਦਿੱਤੇ ਸਨ, ਅਤੇ ਪਰਮੇਸ਼ਰ ਉਹਨਾਂ ਨੂੰ ਚੰਗਾ ਕਰ ਰਿਹਾ ਹੈ ਅਤੇ ਉਹ ਉਹਨਾਂ ਨੂੰ ਠੀਕ ਕਰ ਰਿਹਾ ਹੈ, ਅਤੇ ਉਹ ਇਸ ਕਾਰਨ ਬਹੁਤ ਖੁਸ਼ ਸਨ। ਹੁਣ ਅੱਜ ਰਾਤ ਉਹਨਾਂ ਨੂੰ 6 ਵਜੇ ਦਿੱਤੇ ਜਾਣਗੇ, ਕਿਉਂਕਿ ਮੈਂ ਸੋਚਦਾ ਹਾਂ ਕਿ ਮੈਂ ਮੰਚ ਉੱਤੇ 8:15 ਵਜੇ ਹੋਵਾਂਗਾ। ਮੇਰਾ ਵਿਸ਼ਵਾਸ ਹੈ ਕਿ ਇਹ ਠੀਕ ਹੈ, ਅਤੇ ਤਦ ਅੱਜ ਰਾਤ ਦੇ ਲੰਬੇ ਥਕਾਉਣ ਵਾਲੇ ਸਫ਼ਰ ਦੇ ਕਾਰਨ ਅਸੀਂ ਥੋੜ੍ਹਾ ਛੇਤੀ ਸਮਾਪਤ ਕਰ ਸਕਦੇ ਹਾਂ। ਸੋ ਇਸ ਦੁਪਹਿਰ ਆਉਣ ਲਈ ਤੁਹਾਡਾ ਧੰਨਵਾਦ, ਅਤੇ ਇਸ ਹਵਾਦਾਰ ਠੰਡੀ ਦੁਪਹਿਰ ਵਿੱਚ ਫਿਰ ਵੀ ਤੁਸੀਂ ਆਏ ਹੋ। ਇਹ ਵਿਖਾਉਂਦਾ ਹੈ ਕਿ ਤੁਸੀਂ ਵਿਖਾਵਾ ਕਰਨ ਲਈ ਨਹੀਂ ਆਏ ਹੋ, ਤੁਸੀਂ ਆਏ ਹੋ ਤਾਂ ਕਿ ਇਸ ਸਭਾ ਵਿੱਚ ਪਰਮੇਸ਼ਰ ਕੋਲੋਂ ਕੁਝ ਚੰਗਾ ਪ੍ਰਾਪਤ ਕਰ ਸਕੋ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਤੁਹਾਨੂੰ ਬਹੁਤਾਇਤ ਨਾਲ ਬਰਕਤ ਦੇਵੇ। ਹੁਣ ਖਾਸ ਤੌਰ 'ਤੇ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਹੈ ਕਿ ਤੁਸੀਂ ਲੋਕ ਜਿਹੜੇ ਪ੍ਰਾਰਥਨਾ ਕਾਰਡ ਲੈਣਾ ਚਾਹੁੰਦੇ ਹੋ ਇੱਥੇ 6 ਵਜੇ ਹੀ ਆਉਣ। ਅਤੇ ਹੁਣ ਅਜਿਹਾ ਹੋਵੇ ਕਿ ਸਾਡੇ ਇੱਥੇ ਇਕੱਠੇ ਹੋਣ ਨਾਲ ਪਰਮੇਸ਼ਰ ਆਪਣੀਆਂ ਬਰਕਤਾਂ ਸਾਡੇ ਨਾਲ ਜੋੜ ਦੇਵੇ। ਅਤੇ ਮੈਂ ਆਸ ਕਰਦਾ ਹਾਂ ਕਿ ਕਿਸੇ ਦਿਨ ਪ੍ਰਭੂ ਨੇ ਚਾਹਿਆ ਤਾਂ ਛੇਤੀ ਹੀ ਸ਼ਿਕਾਗੋ ਵਿੱਚ ਫਿਰ ਵਾਪਸ ਆਵਾਂਗਾ ਅਤੇ ਪ੍ਰਭੂ ਦੀ ਸੇਵਾ ਕਰਾਂਗਾ। ਬਾਈਬਲ ਇੱਥੇ ਕਹਿੰਦੀ ਹੈ, ਜੇਕਰ ਤੁਹਾਡੇ ਵਿੱਚੋਂ ਕੋਈ ਆਤਮਿਕ ਅਥਵਾ ਨਬੀ ਹੋਵੇ ਤਾਂ ਮੈਂ ਪ੍ਰਭੂ ਉਸ ਉੱਪਰ ਆਪਣੇ ਆਪ ਨੂੰ ਦਰਸ਼ਨਾਂ ਰਾਹੀਂ ਪ੍ਰਗਟ ਕਰਾਂਗਾ। ਗਿਣਤੀ 12:6। ਪਰਮੇਸ਼ਰ ਆਪਣੇ ਵਚਨ ਨਾਲ ਆਪਣੀਆਂ ਬਰਕਤਾਂ ਜੋੜ ਦੇਵੇ। ਹੁਣ ਬਸ ਜਿਵੇਂ ਦਿਲ ਤੋਂ ਦਿਲ ਨਾਲ ਗੱਲ ਕਰੀਦੀ ਹੈ, ਮੈਂ ਜਾ ਰਿਹਾ ਹਾਂ। ਜੋਸਫ ਨੂੰ ਇਹ ਨਹੀਂ ਪਤਾ ਹੈ, ਪਰ ਮੈਂ ਉਸ ਨੂੰ ਕਹਿਣ ਜਾ ਰਿਹਾ ਹਾਂ ਕਿ ਜੇ ਉਹ ਚਾਹੇ, ਬਸ ਉਹ ਜਦ ਚਾਹੇ ਮੇਰੀ ਗੱਲ ਵਿੱਚੋਂ ਮੈਨੂੰ ਰੋਕ ਸਕਦਾ ਹੈ ਅਤੇ ਕੁਝ ਵੀ ਕਹਿ ਸਕਦਾ ਹੈ। ਇਸ ਸਵੇਰ ਰੇਡੀਓ 'ਤੇ ਸਾਡੀ ਇਸ ਤਰ੍ਹਾਂ ਇੱਕ ਭੇਟ ਵਾਰਤਾ ਹੋਈ ਸੀ। ਕੀ ਤੁਸੀਂ ਸਭ ਨੇ ਉਹ ਪ੍ਰੋਗਰਾਮ ਸੁਣਿਆ ਸੀ? ਸਭਾ ਕਹਿੰਦੀ ਹੈ, ਆਮੀਨ। ਸੰਪਾਦਕ ਅਤੇ ਇਸ ਲਈ ਤਦ ਅੱਜ ਮੈਂ ਸੋਚਿਆ ਕਿ ਬਸ ਹੋ ਸਕਦਾ ਹੈ ਕਿ ਇੱਕ ਕਿਸਮ ਨਾਲ ਲੋਕਾਂ ਦੀ ਭਾਵਨਾ ਨੂੰ ਲੈ ਸਕਾਂ ਤਾਂ ਕਿ ਤੁਸੀਂ ਪਰਮ ਅਲੌਕਿਕ ਦੇ ਕੰਮ ਨੂੰ ਵੇਖ ਸਕੋ, ਅਤੇ ਬਸ ਅਸੀਂ ਇੱਕ ਦੂਸਰੇ ਨਾਲ ਦਿਲ ਤੋਂ ਦਿਲ ਦੀ ਗੱਲ ਕਰ ਸਕੀਏ, ਤੁਹਾਨੂੰ ਇਸ ਦੇ ਅੰਦਰ ਲੈ ਕੇ ਜਾ ਸਕਾਂ, ਠੀਕ ਉਹਨਾਂ ਅੰਦਰ ਜਿੰਨਾ ਕਿ ਮੈਂ ਲੈ ਕੇ ਜਾ ਸਕਦਾ ਹਾਂ। ਅਤੇ ਮੈਂ ਕਦੇ ਵੀ ਨਹੀਂ, ਇਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਜੋ ਮੇਰੇ ਹਿਰਦੇ ਵਿੱਚ ਕਹਿਣ ਲਈ ਹੁੰਦੀਆਂ ਹਨ, ਜਿਹੜੀਆਂ ਮੈਂ ਆਪਣੇ ਜੀਵਨ ਵਿੱਚ ਸੰਗਤ ਨੂੰ ਪਹਿਲਾਂ ਕਦੇ ਨਹੀਂ ਕਹੀਆਂ ਹਨ। ਇਸ ਲਈ ਹੁਣ ਅਜਿਹਾ ਹੋਵੇ ਕਿ ਉਹ ਆਪਣੀਆਂ ਬਰਕਤਾਂ ਉਸ ਨਾਲ ਜੋ ਅਸੀਂ ਕਹਿੰਦੇ ਹਾਂ ਜੋੜ ਦੇਵੇ। ਪਹਿਲੀ ਗੱਲ ਜਿਹੜੀ ਅਸੀਂ ਬੋਲਣਾ ਚਾਹੁੰਦੇ ਹਾਂ ਉਹ ਇਹ ਹੈ, ਦਰਸ਼ਨ ਕੀ ਹੁੰਦਾ ਹੈ? ਇਹ ਕੀ ਹੋਣਾ ਚਾਹੀਦਾ ਹੈ? ਬਹੁਤ ਸਾਰੇ ਲੋਕ, ਮੈਂ ਇਸ ਤਰ੍ਹਾਂ ਨਹੀਂ ਕਹਿ ਰਿਹਾ ਜਿਵੇਂ ਕਿ ਸਾਡੇ ਭਾਈ ਬਿਲੀ ਗ੍ਰਾਮ ਨੇ ਕਿਹਾ ਸੀ, ਆਪਣੇ ਆਲੋਚਕਾਂ ਨੂੰ ਜਵਾਬ ਦੇ ਰਿਹਾ ਹਾਂ। ਮੈਂ ਬਹੁਤ ਹੀ ਧੰਨਵਾਦੀ ਹਾਂ ਕਿ ਮੇਰੇ ਬਹੁਤ ਹੀ ਘੱਟ ਆਲੋਚਕ ਹਨ, ਲਗਭਗ ਹਰ ਕੋਈ। ਉਹਨਾਂ ਵਿੱਚੋਂ ਕੁਝ ਅਜਿਹੇ ਹਨ ਜੋ ਸਭਾ ਵਿੱਚ ਕਦੀ ਨਹੀਂ ਆਏ ਹਨ। ਉਹ ਕਹਿ ਸਕਦੇ ਹਨ, ਓਹ ਅੱਛਾ, ਇਸ ਵਿੱਚ ਕੁਝ ਵੀ ਨਹੀਂ ਹੈ, ਪਰੰਤੂ ਇੱਕ ਵਾਰ ਸਭਾ ਵਿੱਚ ਆਉਣਾ ਕਾਫੀ ਹੱਦ ਤੱਕ ਇਸ ਨੂੰ ਹੱਲ ਕਰ ਦਿੰਦਾ ਹੈ। ਜਦ ਯਿਸੂ ਉਹਨਾਂ ਦੇ ਹਿਰਦੇ ਨੂੰ ਫੜ ਲੈਂਦਾ ਹੈ ਅਤੇ ਤਦ ਉਹ ਵੇਖਦੇ ਹਨ ਕਿ ਇਹ ਸੱਚ ਹੈ। ਇੱਕ ਦਰਸ਼ਨ ਹੁੰਦਾ ਹੈ ਬਸ। ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਹਨ, ਭਾਈ ਬ੍ਰਾਨਮ, ਕੀ ਇਹ ਪਦਾਰਥ ਵਸਤੂ ਹੁੰਦਾ ਹੈ ਜਿਸ ਨੂੰ ਤੁਸੀਂ ਵੇਖਦੇ ਹੋ, ਜਾਂ ਕੀ ਇਹ ਸਿਰਫ ਮਨ ਉੱਤੇ ਪ੍ਰਭਾਵ ਹੁੰਦਾ ਹੈ, ਜਾਂ ਇਹ ਹੁੰਦਾ ਕੀ ਹੈ? ਨਹੀਂ, ਇਹ ਪਦਾਰਥ ਮੈਟੀਰੀਅਲ ਹੈ। ਇਹ ਠੀਕ ਓਨਾ ਹੀ ਅਸਲੀ ਹੁੰਦਾ ਹੈ ਜਿੰਨਾ ਕਿ ਮੈਂ ਠੀਕ ਇਸ ਸਮੇਂ ਵੇਖ ਰਿਹਾ ਹਾਂ। ਅਤੇ ਹੁਣ ਇਹ ਕਿਵੇਂ ਹੋਇਆ ਸੀ? ਇਹ ਤਾਂ ਪਰਮੇਸ਼ਰ ਦੀ ਸਰਵਉੱਚ ਕਿਰਪਾ ਰਾਹੀਂ ਹੀ ਹੁੰਦਾ ਹੈ। ਅਤੇ ਜਦੋਂ ਮੈਂ ਛੋਟਾ ਬੱਚਾ ਹੀ ਸੀ, ਜਦੋਂ ਮੈਂ ਪਹਿਲੋਠਾ ਸੀ, ਮੇਰੀ ਮਾਤਾ ਨੇ ਮੈਨੂੰ ਦੱਸਿਆ ਕਿ ਇਹ ਰੌਸ਼ਨੀ ਅੰਦਰ ਆਈ ਸੀ ਅਤੇ ਉਸ ਛੋਟੇ ਬਿਸਤਰੇ ਉੱਤੇ ਆ ਕੇ ਠਹਿਰ ਗਈ ਸੀ ਜਿਸ ਉੱਤੇ ਮੈਂ ਪੈਦਾ ਹੋਇਆ ਸੀ। ਅਤੇ ਫਿਰ ਤਦ ਜਿਸ ਸਮੇਂ ਤੋਂ ਮੈਂ ਯਾਦ ਰੱਖ ਸਕਦਾ ਹਾਂ, ਉਹ ਚੀਜ਼ਾਂ ਮੇਰੇ ਸਾਹਮਣੇ
ਹੁੰਦੀਆਂ ਰਹੀਆਂ ਹਨ। ਬਸ ਇਹ ਤਾਂ ਬਸ ਖੁੱਲ੍ਹ ਜਾਂਦਾ ਹੈ। ਇਹ ਠੀਕ ਇਸ ਤਰ੍ਹਾਂ ਲੱਗਦਾ ਹੈ ਕਿ ਕੋਈ ਵੀ ਤਰੀਕਾ ਨਹੀਂ ਹੈ ਜਿਸ ਨਾਲ ਮੈਂ ਅਸਲ ਵਿੱਚ ਇਸ ਨੂੰ ਸਮਝਾ ਸਕਾਂ, ਪਰੰਤੂ ਫਿਰ ਵੀ ਉਹ ਸਭ ਤੋਂ ਬਿਹਤਰ ਜੋ ਮੈਂ ਕਰ ਸਕਦਾ ਹਾਂ ਬਸ ਪਵਿੱਤਰ ਆਤਮਾ ਦੇ ਅਧੀਨ ਹੋਣਾ ਹੈ। ਅਤੇ ਇਹ ਬਸ ਸ਼ੁਰੂ ਹੋ ਜਾਂਦਾ ਹੈ ਅਤੇ ਠੀਕ ਉੱਥੇ ਉਹ ਤੁਹਾਡੇ ਸਾਹਮਣੇ ਹੁੰਦਾ ਹੈ। ਤੁਹਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਤੁਸੀਂ ਇੱਥੇ ਖੜ੍ਹੇ ਹੋ ਅਤੇ ਫਿਰ ਵੀ ਤੁਸੀਂ ਕਿਸੇ ਵਿਅਕਤੀ ਦੇ ਜੀਵਨ ਵਿੱਚ 40 ਸਾਲ ਪਿੱਛੇ ਪਹੁੰਚ ਕੇ ਵੇਖ ਰਹੇ ਹੁੰਦੇ ਹੋ ਕਿ ਉਹ ਕੀ ਕਰ ਰਹੇ ਹੁੰਦੇ ਹਨ, ਅਤੇ ਤਦ ਜੋ ਮੈਂ ਬੋਲਦਾ ਹਾਂ ਉਹ ਸਿਰਫ ਉਹੋ ਹੀ ਹੁੰਦਾ ਹੈ ਜਿਸ ਨੂੰ ਮੈਂ ਵੇਖ ਰਿਹਾ ਹੁੰਦਾ ਹਾਂ। ਅਤੇ ਫਿਰ ਜਦੋਂ ਮੈਂ ਆਪਣੇ ਆਪੇ ਵਿੱਚ ਆਉਂਦਾ ਹਾਂ, ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਕੋਈ ਗੱਲ ਕਹੀ ਹੈ, ਪਰ ਕਈ ਵਾਰ ਮੈਨੂੰ ਨਹੀਂ ਪਤਾ ਹੁੰਦਾ ਹੈ ਕਿ ਮੈਂ ਕੀ ਬੋਲਿਆ ਹੈ। ਅਤੇ ਉਹ ਤਰੀਕਾ ਜਿਸ ਨਾਲ ਮੈਂ ਜਾਣ ਲੈਂਦਾ ਹਾਂ ਉਹ ਹੈ ਇਹ ਮੁੰਡੇ, ਉਹ ਜੋ ਉੱਥੇ ਹੇਠਾਂ ਇਸ ਟੇਪ ਰਿਕਾਰਡਰ ਦੇ ਨਾਲ ਬੈਠੇ ਹਨ। ਉਹ ਮੇਰੇ ਲਈ ਇਸ ਨੂੰ ਦੁਬਾਰਾ ਚਲਾਉਂਦੇ ਹਨ ਅਤੇ ਇਸ ਤਰ੍ਹਾਂ ਮੈਂ ਇਸ ਨੂੰ ਫੜ ਲੈਂਦਾ ਹਾਂ। ਸੋ ਇਹ ਸਭ ਮੇਰੇ ਵੱਸ ਵਿੱਚ ਨਹੀਂ ਹੈ। ਅਤੇ ਤਦ ਉਹ ਇੱਕ ਮਕਸਦ ਲਈ ਦਿੱਤਾ ਜਾਂਦਾ ਹੈ। ਹੁਣ ਮੈਂ ਇਹ ਸੋਚਦਾ ਹਾਂ ਅਤੇ ਇਹ ਮੈਂ ਆਪਣੇ ਦਿਲ ਤੋਂ ਕਹਿ ਰਿਹਾ ਹਾਂ ਕਿ ਇਹ ਆਪਣੇ ਲੋਕਾਂ ਤੱਕ ਆਪਣਾ ਸੰਦੇਸ਼ ਪਹੁੰਚਾਉਣ ਲਈ ਪਰਮੇਸ਼ਰ ਦਾ ਇਹ ਸਭ ਤੋਂ ਮਹਾਨ ਅਤੇ ਸਰਵਉੱਚ ਤਰੀਕਾ ਹੈ ਕਿ ਲੋਕ ਉਸ ਦੇ ਵਚਨ ਦਾ ਵਿਸ਼ਵਾਸ ਕਰਨ। ਇਹ ਠੀਕ ਹੈ, ਇਹੋ ਹੀ ਸਰਵਉੱਚ ਤਰੀਕਾ ਹੈ। ਖੁਸ਼ਖਬਰੀ ਦਾ ਪ੍ਰਚਾਰ ਕਰਨਾ ਹੀ ਸਰਵਉੱਚ ਤਰੀਕਾ ਹੈ। ਤਦ ਜੇਕਰ ਤੁਸੀਂ ਧਿਆਨ ਦਿਓ, ਬਾਈਬਲ ਇਸ ਨੂੰ ਇਸੇ ਤਰ੍ਹਾਂ ਹੀ ਸਥਾਪਿਤ ਕਰਦੀ ਹੈ। ਪਹਿਲਾ ਰਸੂਲ, ਦੂਸਰੇ ਨਬੀ ਅਤੇ ਆਦਿ, ਤਦ ਹੋਰ ਹੇਠਾਂ, ਫਿਰ ਹੋਰ ਹੇਠਾਂ, ਫਿਰ ਹਰ ਸਥਾਨਿਕ ਇਕਾਈ ਅਥਵਾ ਦੇਹ ਵਿੱਚ 9 ਆਤਮਿਕ ਵਰਦਾਨ ਕੰਮ ਕਰਦੇ ਹਨ। ਹੁਣ ਅਮਰੀਕਾ ਵਿੱਚ ਮੇਰੀਆਂ ਸੁਭਾਵਾਂ ਬਹੁਤ ਵਧੀਆ ਨਹੀਂ ਰਹੀਆਂ ਜਿੰਨਾ ਕਿ ਉਹਨਾਂ ਨੂੰ ਅਮਰੀਕਾ ਵਿੱਚ ਹੋਣਾ ਚਾਹੀਦਾ ਸੀ। ਮੇਰੀਆਂ ਸੁਭਾਵਾਂ ਪ੍ਰਭੂ ਦੇ ਲਈ ਵਿਦੇਸ਼ਾਂ ਵਿੱਚ ਵਧੇਰੇ ਜ਼ੋਰਦਾਰ ਰਹੀਆਂ ਹਨ। ਉਹ ਇਸ ਦੇ ਨਾਲ ਜ਼ਿਆਦਾ ਬਿਹਤਰੀ ਦੇ ਨਾਲ ਬਣੇ ਰਹਿੰਦੇ ਹਨ। ਹੁਣ ਮੈਨੂੰ ਨਹੀਂ ਪਤਾ ਕਿ ਕਿਉਂ। ਹੁਣ ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਮੈਂ ਆਮ ਜਨਤਾ ਦੀ ਗੱਲ ਕਰ ਰਿਹਾ ਹਾਂ। ਵੇਖਿਆ, ਚਾਰੇ ਪਾਸੇ, ਜਿਵੇਂ ਕਿ ਸਾਰੇ ਸ਼ਿਕਾਗੋ ਵਿੱਚ ਅਸੀਂ ਕਹਾਂਗੇ ਜਾਂ ਡਰਬਨ ਵਿੱਚ, ਸਾਰੇ ਦੱਖਣੀ ਅਫਰੀਕਾ ਵਿੱਚ ਵੇਖਿਆ ਇਸੇ ਤਰ੍ਹਾਂ ਦਾ ਕੁਝ, ਜਾਂ ਸਾਰੇ ਮੈਕਸੀਕੋ ਸ਼ਹਿਰ ਵਿੱਚ। ਅੱਛਾ, ਉਹ ਅਮਰੀਕਾ ਨਾਲੋਂ 80% ਜ਼ਿਆਦਾ ਇਸ ਦਾ ਉੱਤਰ ਦੇਣਗੇ। ਹੁਣ ਅਮਰੀਕੀ ਜਿਨ੍ਹਾਂ ਚੰਗਿਆਈ ਸੁਭਾਵਾਂ ਨੂੰ ਵਧੇਰੇ ਹੁੰਗਾਰਾ ਭਰਦੇ ਹਨ, ਮੇਰੇ ਅਨੁਮਾਨ ਮੁਤਾਬਿਕ ਉਹ ਭਾਈ ਔਰਲ ਰੋਬਰਟ ਦੀਆਂ ਹਨ। ਹੁਣ ਭਾਈ ਔਰਲ ਰੋਬਰਟ ਇੱਕ ਜ਼ੋਰਦਾਰ ਬੁਲਾਰਾ ਹੈ, ਇੱਕ ਅਸਲੀ ਪ੍ਰਚਾਰਕ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲਾ ਇੱਕ ਵਧੀਆ ਭਾਈ ਔਰਲ ਰੋਬਰਟ, ਅਤੇ ਮੇਰਾ ਇੱਕ ਜਿਗਰੀ ਮਿੱਤਰ ਹੈ, ਇੱਕ ਪਿਆਰਾ ਭਾਈ। ਅਤੇ ਮੇਰੇ ਅੰਦਰ ਭਾਈ ਰਾਬਰਟ ਦੇ ਲਈ ਵੱਡਾ ਅਤੇ ਡੂੰਘਾ ਆਦਰ ਹੈ ਅਤੇ ਪ੍ਰਭੂ ਉਸ ਦੇ ਨਾਲ ਹੈ ਅਤੇ ਉਸ ਨੂੰ ਉਸ ਦੀਆਂ ਸਭਾਵਾਂ ਵਿੱਚ ਜੋ ਇੱਥੇ ਅਮਰੀਕਾ ਵਿੱਚ ਹਨ ਜ਼ੋਰਦਾਰ ਬਰਕਤ ਦੇ ਰਿਹਾ ਹੈ। ਅਸੀਂ ਦੋਵੇਂ ਕਿਸੇ ਇੱਕ ਸ਼ਹਿਰ ਵਿੱਚ ਜਾ ਸਕਦੇ ਹਾਂ ਅਤੇ ਉਹ ਆਪਣੀ ਸੰਗਤੀ ਰੱਖਣ ਅਤੇ ਮੈਂ ਆਪਣੀ ਸੰਗਤੀ ਰੱਖਾਂ। ਉਹਨਾਂ ਨੂੰ ਸੁਣਨ ਵਾਲਿਆਂ ਦੀ ਗਿਣਤੀ ਮੇਰੇ ਸੁਣਨ ਵਾਲਿਆਂ ਨਾਲੋਂ ਕਈ ਗੁਣਾ ਜ਼ਿਆਦਾ ਹੋਵੇਗੀ, ਬਸ ਥੋੜ੍ਹੀ ਜਿਹੀ ਜਾਣ ਪਛਾਣ ਦੇ ਨਾਲ ਹੀ, ਕਿਉਂਕਿ ਉਹਨਾਂ ਦੀ ਸੇਵਕਾਈ ਦਾ ਇੱਥੇ ਅਮਰੀਕਾ ਵਿੱਚ ਵਧੇਰੇ ਪ੍ਰਭਾਵ ਹੈ। ਕਿਉਂਕਿ ਉਹ ਤਾਂ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਬੁਲਾਰੇ ਹਨ। ਉਹਨਾਂ ਦੇ ਕੋਲ ਤਾਂ ਇੱਕ ਢੰਗ ਹੈ। ਉਹ ਹੁਸ਼ਿਆਰ ਅਤੇ ਪੜ੍ਹੇ ਲਿਖੇ ਹਨ ਅਤੇ ਬਾਈਬਲ ਨੂੰ ਜਾਣਦੇ ਹਨ ਅਤੇ ਉਹ ਉਸ ਨੂੰ ਇਸ ਤਰ੍ਹਾਂ ਪੇਸ਼ ਕਰ ਸਕਦੇ ਹਨ ਕਿ ਪੜ੍ਹੇ ਲਿਖੇ ਲੋਕ ਉਸ ਨੂੰ ਸੁਣਦੇ ਹਨ, ਕਿਉਂਕਿ ਉਹ ਤਾਂ ਉਸ ਪੱਧਰ 'ਤੇ ਹੁੰਦਾ ਹੈ ਜਿਸ ਪੱਧਰ 'ਤੇ ਉਹ ਰਹਿ ਰਹੇ ਹੁੰਦੇ ਹਨ। ਪਰ ਸਾਨੂੰ ਲਓ, ਜਦੋਂ ਅਸੀਂ ਅਫਰੀਕਾ ਗਏ, ਅੱਛਾ, ਕੋਈ ਤੁਲਨਾ ਨਹੀਂ ਸੀ, ਵੇਖਿਆ। ਅਤੇ ਉਹ ਲੋਕ ਜੋ ਅਨਪੜ੍ਹ ਆਦਿ ਹਨ, ਲੌਕਿਕ ਵੱਲ ਤੱਕਦੇ ਹਨ, ਕਿਉਂਕਿ ਉਹਨਾਂ ਕੋਲ ਸਿੱਖਿਆ ਨਹੀਂ ਹੈ ਅਤੇ ਇੱਥੋਂ ਦੇ ਲੋਕਾਂ ਦੀ ਤਰ੍ਹਾਂ ਵਿਦਵਾਨਾਂ ਵਾਂਗ ਸਿੱਖੇ ਹੋਏ ਨਹੀਂ ਹਨ। ਇਸ ਲਈ ਤਦ ਇਹ ਇੱਕ ਚੀਜ਼ ਹੈ ਜੋ ਪ੍ਰਭੂ ਨੇ ਲੋਕਾਂ ਨੂੰ ਜਿੱਤਣ ਲਈ ਦਿੱਤੀ ਹੈ। ਹੁਣ ਮੇਰੇ ਕਹਿਣ ਦਾ ਅਰਥ ਇਹ ਨਹੀਂ ਹੈ ਕਿ ਜ਼ਿਆਦਾ ਪੜ੍ਹੇ ਲਿਖੇ, ਅਕਲਮੰਦ, ਚੁਸਤ ਕੁਝ ਵੱਡਿਆਂ ਵਿੱਚੋਂ ਇੱਥੋਂ ਤੱਕ ਕਿ ਰਾਜੇ, ਹਾਕਮ, ਅਮੀਰ ਹੀ ਨਿਸ਼ਚਿਤ ਤੌਰ 'ਤੇ ਇਸ ਦਾ ਵਿਸ਼ਵਾਸ ਕਰਦੇ ਹਨ ਅਤੇ ਇਸ ਨੂੰ ਕਬੂਲ ਕਰਦੇ ਹਨ। ਪਰੰਤੂ ਆਮ ਤੌਰ 'ਤੇ ਸਾਡੇ ਅਮਰੀਕਨ ਗਿਰਜੇ, ਹੁਣ ਤਾਂ ਸਾਡੇ ਵਿੱਚ ਉਸ ਵੈਜ਼ਲੀ ਯੁੱਗ ਦੀ ਬੇਦਾਰੀ ਹੋਈ ਨੂੰ ਇੱਕ ਲੰਬਾ ਸਮਾਂ ਬੀਤ ਗਿਆ ਹੈ।
ਪੁਰਾਣੀਆਂ ਪੀੜ੍ਹੀਆਂ ਮਰ ਗਈਆਂ ਹਨ ਜਦੋਂ ਵੈਜ਼ਲੀ ਲੋਕ ਲੱਤ ਮਾਰ ਕੇ ਬਾਹਰ ਕੱਢੇ ਜਾਂਦੇ ਸਨ ਅਤੇ ਪਵਿੱਤਰ ਪਖੰਡੀ ਅਤੇ ਝਟਕੇ ਮਾਰਨ ਵਾਲੇ ਅਖਵਾਉਂਦੇ ਸਨ, ਕਿਉਂਕਿ ਉਹ ਆਪਣੇ ਸਿਰ ਹਿਲਾਉਂਦੇ ਸਨ ਅਤੇ ਮੰਚ ਉੱਤੇ ਅਤੇ ਸਭ ਪਾਸੇ ਬੈਠਣ ਵਾਲੇ ਸਥਾਨਾਂ 'ਤੇ ਲੇਟ ਜਾਂਦੇ ਸਨ। ਉਹ ਆਪਣੇ ਉੱਤੇ ਪਾਣੀ ਡੋਲ ਲੈਂਦੇ ਸਨ। ਜਦੋਂ ਪਵਿੱਤਰ ਆਤਮਾ ਉਹਨਾਂ ਉੱਤੇ ਆਉਂਦਾ ਸੀ ਤਾਂ ਉਹ ਉਹਨਾਂ ਨੂੰ ਹਵਾ ਮਾਰਦੇ ਸਨ। ਹੁਣ ਬਹੁਤ ਸਮਾਂ ਪਹਿਲਾਂ ਉਹ ਦਿਨ ਮਰ ਚੁੱਕਾ ਹੈ। ਅਸੀਂ ਸਾਰੇ ਕਿੰਨੇ ਹੀ ਰੂੜੀਵਾਦੀ ਹੋ ਚੁੱਕੇ ਹਾਂ, ਪਰ ਇਹੋ ਹੀ ਕਾਰਨ ਹੈ ਕਿ ਉਹ ਨਹੀਂ ਹੋ ਸਕਦੇ। ਅੱਜ ਲੋਕਾਂ ਨੂੰ ਸਿਖਾਇਆ ਜਾਂਦਾ ਹੈ, ਅੱਛਾ, ਇੱਕ ਬੁਲਾਰਾ ਜੋ ਕਿ ਇਸ ਨੂੰ ਬੜੀ ਹੀ ਨਿਪੁੰਨਤਾ ਨਾਲ ਪੇਸ਼ ਕਰ ਸਕਦਾ ਹੈ। ਅੱਛਾ, ਉਹ ਬਿਲਕੁਲ ਠੀਕ ਹੈ, ਉਹ ਬਿਲਕੁਲ ਚੰਗੀ ਅਤੇ ਵਧੀਆ ਗੱਲ ਹੈ। ਅਤੇ ਜਦ ਤੱਕ ਤੁਸੀਂ ਮਸੀਹ ਨੂੰ ਕਬੂਲ ਕਰਦੇ ਹੋ, ਇਹੋ ਹੀ ਅਸਲੀ ਗੱਲ ਹੁੰਦੀ ਹੈ। ਜਦੋਂ ਤੱਕ ਕਿ ਤੁਸੀਂ ਮਸੀਹ ਨੂੰ ਕਬੂਲ ਕਰਦੇ ਹੋ। ਹੁਣ ਅਸੀਂ ਆਪਣੇ ਭਾਈ ਰਾਬਰਟ ਵੱਲ ਧਿਆਨ ਦਿੰਦੇ ਹਾਂ। ਸ਼ਾਇਦ ਤੁਸੀਂ ਅੱਜ ਸਵੇਰ ਉਹਨਾਂ ਦਾ ਪ੍ਰੋਗਰਾਮ ਸੁਣਿਆ ਹੋਵੇ ਅਤੇ ਮੈਂ ਅਖਬਾਰ ਵਿੱਚ ਉਹਨਾਂ ਲੇਖਾਂ ਨੂੰ ਪੜ੍ਹਿਆ ਹੈ ਅਤੇ ਉਹਨਾਂ ਨੂੰ ਪਹਿਲਾਂ ਹੀ ਲਿਖ ਲਿਆ ਹੈ ਕਿ ਕਿਵੇਂ ਉਹ ਹੇਠਾਂ ਆਸਟ੍ਰੇਲੀਆ ਵਿੱਚ ਕਿੰਨੀ ਹੀ ਭਿਆਨਕ ਚੀਜ਼ ਹੋਈ। ਉਹਨਾਂ ਨੇ ਉਸ ਦਾ ਮਜ਼ਾਕ ਉਡਾ ਕੇ ਚੀਖ ਕੇ ਉਸ ਨੂੰ ਨਕਲੀ ਅਤੇ ਅਜਿਹਾ ਸਭ ਕੁਝ ਬੋਲਿਆ ਅਤੇ ਉਸ ਨੂੰ ਇਸ ਤਰ੍ਹਾਂ ਭਜਾ ਦਿੱਤਾ ਜਿੱਥੇ ਸ਼ਾਇਦ ਉਹ ਇਸ ਤਰ੍ਹਾਂ ਸੇਵਕਾਈ ਨੇ ਠੀਕ ਉਸ ਚੀਜ਼ ਨੂੰ ਚੁੱਪ ਕਰਾ ਕੇ ਰੱਖ ਦਿੱਤਾ ਹੁੰਦਾ। ਵੇਖਿਆ ਇਹ ਤਾਂ ਵੱਖਰਾ ਹੀ ਹੁੰਦਾ ਹੈ। ਅਤੇ ਪਰ ਭਾਈ ਰਾਬਰਟ, ਫਿਰ ਵੀ ਪਰਮੇਸ਼ਰ ਨੇ ਉਹਨਾਂ ਨੂੰ ਲੋਕਾਂ ਨਾਲ ਵਰਤਾਓ ਕਰਨ ਦਾ ਇੱਕ ਤਰੀਕਾ ਦਿੱਤਾ ਹੈ ਜਿਸ ਨੂੰ ਮੈਂ ਛੂਹ ਵੀ ਨਹੀਂ ਸਕਦਾ ਹਾਂ। ਅਤੇ ਹੋ ਸਕਦਾ ਹੈ ਕਿ ਜਿਵੇਂ ਮੈਂ ਲੋਕਾਂ ਨਾਲ ਵਰਤਾਓ ਕਰਦਾ ਹਾਂ ਉਹ ਉਸ ਨੂੰ ਨਹੀਂ ਛੂਹ ਸਕਦੇ, ਪਰੰਤੂ ਅਸੀਂ ਆਪਸ ਵਿੱਚ ਭਾਈ ਹਾਂ। ਪਰਮੇਸ਼ਰ ਦੇ ਰਾਜ ਲਈ ਉਹ ਸਭ ਕਰਨ ਦਾ ਯਤਨ ਕਰ ਰਹੇ ਹਾਂ ਜੋ ਅਸੀਂ ਕਰ ਸਕਦੇ ਹਾਂ। ਵੇਖਿਆ, ਅਤੇ ਦਰਸ਼ਨ ਬਸ ਉਸ ਪ੍ਰਚਾਰ ਕੀਤੀ ਹੋਈ ਖੁਸ਼ਖਬਰੀ ਦਾ ਹੀ ਇੱਕ ਹਿੱਸਾ ਹੈ। ਹੁਣ ਤੁਸੀਂ ਵੇਖੋ, ਜੇਕਰ ਮੇਰੇ ਕੋਲ ਪੜ੍ਹਾਈ ਹੁੰਦੀ ਅਤੇ ਸੰਭਵ ਤੌਰ 'ਤੇ ਇੱਕ ਵਧੀਆ ਆਵਾਜ਼ ਆਦਿ ਹੁੰਦੀ ਅਤੇ ਖੁਸ਼ਖਬਰੀ ਨੂੰ ਉਸ ਤਰ੍ਹਾਂ ਪੇਸ਼ ਕਰ ਸਕਦਾ ਤਾਂ ਸੰਭਵ ਹੈ ਕਿ ਮੈਂ ਉਸੇ ਤਰ੍ਹਾਂ ਦਾ ਇੱਕ ਪ੍ਰਚਾਰਕ ਹੁੰਦਾ। ਪਰ ਪਰਮੇਸ਼ਰ ਨੇ ਇਹ ਜਾਣਦੇ ਹੋਏ ਕਿ ਮੈਂ ਪੜ੍ਹਿਆ ਲਿਖਿਆ ਨਹੀਂ ਹੋਵਾਂਗਾ, ਉਸ ਨੂੰ ਮੈਨੂੰ ਕੁਝ ਹੋਰ ਦੇਣਾ ਪਿਆ ਜਿਸ ਦੇ ਰਾਹੀਂ ਮੈਂ ਕੰਮ ਕਰ ਸਕਾਂ। ਤੁਸੀਂ ਵੇਖਿਆ, ਅਤੇ ਇਸ ਤਰ੍ਹਾਂ ਉਸਨੇ ਇਹ ਕੀਤਾ। ਸਿਰਫ ਇਹੋ ਹੀ ਇੱਕ ਗੱਲ ਹੈ ਜਿਸ ਨੂੰ ਮੈਂ ਜਾਣਦਾ ਹਾਂ। ਹੁਣ ਹੋ ਸਕਦਾ ਹੈ ਕਿ ਤੁਸੀਂ ਹੈਰਾਨ ਹੋ ਕਿ ਮੰਚ ਉੱਤੇ ਕੀ ਹੁੰਦਾ ਹੈ ਜਦੋਂ ਇੱਕ ਮਰੀਜ਼, ਜਾਂ ਮੈਂ ਉਸ ਨੂੰ ਇਸ ਤਰ੍ਹਾਂ ਨਹੀਂ ਕਹਾਂਗਾ, ਇਹ ਤਾਂ ਕੁਝ ਜ਼ਿਆਦਾ ਹੀ ਡਾਕਟਰੀ ਭਾਸ਼ਾ ਵਿੱਚ ਹੋ ਗਿਆ। ਮੈਂ ਕਹਿ ਸਕਦਾ ਹਾਂ ਕਿ ਜਦੋਂ ਇੱਕ ਮਿੱਤਰ ਮੇਰੇ ਸਾਹਮਣੇ ਖੜਾ ਹੋ ਕੇ ਸਹਾਇਤਾ ਚਾਹੁੰਦਾ ਹੈ, ਇੱਥੇ ਇਹ ਹੁੰਦਾ ਹੈ, ਮੈਂ ਉਸ ਨਾਲ ਵੀ ਕੁਝ ਨਹੀਂ ਕਰਦਾ ਹਾਂ, ਕੁਝ ਵੀ ਨਹੀਂ। ਇਹ ਤਾਂ ਉਹ ਮਰੀਜ਼ ਆਪ ਹੁੰਦਾ ਹੈ ਜੋ ਰੱਬੀ ਵਰਦਾਨ ਨੂੰ ਕਿਰਿਆਸ਼ੀਲ ਕਰ ਰਿਹਾ ਹੁੰਦਾ ਹੈ। ਮੈਂ ਉਸ ਨਾਲ ਕੁਝ ਵੀ ਨਹੀਂ ਕਰਦਾ ਹਾਂ, ਮੈਂ ਤਾਂ ਬਸ ਸਮਰਪਿਤ ਹੁੰਦਾ ਜਾਂਦਾ ਹਾਂ ਜਦੋਂ ਤੱਕ ਕਿ ਉਹਨਾਂ ਦਾ ਆਤਮਾ ਅਤੇ ਉਹ ਆਤਮਾ ਜੋ ਕਿ ਮੇਰੇ ਉੱਤੇ ਹੁੰਦਾ ਹੈ, ਜਿਸ ਦੇ ਅਧੀਨ ਮੈਂ ਹੁੰਦਾ ਹਾਂ, ਜਦੋਂ ਤੱਕ ਕਿ ਪਵਿੱਤਰ ਆਤਮਾ। ਮੈਂ ਇਸ ਨੂੰ ਇਹੀ ਕਹਾਂਗਾ, ਬਲਕਿ ਇਸ ਨੂੰ ਇਸ ਤਰ੍ਹਾਂ ਰੱਖਦਾ ਹਾਂ ਕਿ ਤੁਸੀਂ ਸਮਝ ਜਾਓ। ਪਵਿੱਤਰ ਆਤਮਾ ਇੱਥੇ ਉੱਪਰ ਹੁੰਦਾ ਹੈ ਅਤੇ ਤਦ ਮੈਂ ਆਪਣੇ ਆਪ ਨੂੰ ਉਸ ਦੇ ਅਧੀਨ ਕਰਦਾ ਜਾਂਦਾ ਹਾਂ ਜਦ ਤੱਕ ਕਿ ਮੈਨੂੰ ਇਹ ਪਤਾ ਨਹੀਂ ਲੱਗ ਜਾਂਦਾ ਕਿ ਉਹ ਉੱਥੇ ਹੈ। ਅਤੇ ਮੈਂ ਉਸ ਵਿਅਕਤੀ ਨਾਲ ਗੱਲ ਕਰਦਾ ਰਹਿੰਦਾ ਹਾਂ ਜਦੋਂ ਤੱਕ ਕਿ ਮੈਂ ਉਹਨਾਂ ਦਾ ਧਿਆਨ ਨਹੀਂ ਖਿੱਚ ਲੈਂਦਾ। ਤਦ ਤੱਕ ਮੈਂ ਹੋਰ ਕੁਝ ਨਹੀਂ ਜਾਣਦਾ ਹਾਂ ਅਤੇ ਪਵਿੱਤਰ ਆਤਮਾ ਮੇਰੇ ਸਮਰਪਿਤ ਆਤਮਾ ਰਾਹੀਂ ਮੈਨੂੰ ਉਹਨਾਂ ਦੇ ਜੀਵਨ ਵਿਖਾਉਂਦਾ ਹੈ। ਅਤੇ ਜਦੋਂ ਅਜਿਹਾ ਹੁੰਦਾ ਹੈ, ਇਹ ਰੋਗੀ ਦੇ ਵਿਸ਼ਵਾਸ ਨੂੰ ਵਧਾਉਂਦਾ ਹੈ ਅਤੇ ਇਸ ਸਥਾਨ 'ਤੇ ਪਹੁੰਚਾ ਦਿੰਦਾ ਹੈ। ਅਤੇ ਕਈ ਵਾਰੀ ਤਦ ਮੈਂ ਕੁਝ ਹੋਰ ਹੀ ਬੋਲਣਾ ਸ਼ੁਰੂ ਕਰ ਦਿੰਦਾ ਹਾਂ ਅਤੇ ਉਹ ਮੈਨੂੰ ਰੋਕ ਦਿੰਦਾ ਹੈ ਅਤੇ ਕਹਿੰਦਾ ਹੈ, ਯਹੋਵਾ ਫਰਮਾਉਂਦਾ ਹੈ। ਹੁਣ ਉਸ ਨੂੰ ਵੇਖੋ, ਉਹ ਹਰ ਵੇਲੇ ਸੰਪੂਰਨ ਹੈ, ਇਹ ਕਦੇ ਵੀ ਅਸਫਲ ਨਹੀਂ ਹੁੰਦਾ ਹੈ। ਇਹ ਉਹਨਾਂ ਨੂੰ ਦੱਸ ਦੇਵੇਗਾ ਕਿ ਠੀਕ ਹੁਣੇ ਹੀ ਕੀ ਹੋਣ ਵਾਲਾ ਹੈ ਅਤੇ ਠੀਕ ਉਸੇ ਹੀ ਤਰ੍ਹਾਂ ਹੋਵੇਗਾ। ਇਸ ਉੱਤੇ ਨਿਸ਼ਾਨੀ ਲਗਾ ਲਓ ਅਤੇ ਵੇਖੋ ਕਿ ਇਹ ਉਸੇ ਤਰ੍ਹਾਂ ਹੁੰਦਾ ਹੈ ਕਿ ਨਹੀਂ। ਹੁਣ ਇਹ ਰੋਗੀ ਹੀ ਹੁੰਦਾ ਹੈ ਜੋ ਅਜਿਹਾ ਕਰ ਰਿਹਾ ਹੁੰਦਾ ਹੈ। ਹੁਣ ਮੈਂ ਇਸ ਨੂੰ ਬਸ ਇੱਕ ਛੋਟਾ ਜਿਹਾ ਆਸਾਨ ਰੂਪ ਦਿੰਦਾ ਹਾਂ ਤਾਂ ਕਿ ਤੁਸੀਂ ਸਮਝ ਸਕੋ।
ਮੰਨ ਲਓ ਕਿ ਉੱਥੇ ਇੱਕ ਬਹੁਤ ਵੱਡਾ, ਅਸੀਂ ਸਾਰੇ ਹੀ ਛੋਟੇ ਮੁੰਡੇ ਅਤੇ ਕੁੜੀਆਂ ਹਾਂ ਅਤੇ ਅਸੀਂ ਹੇਠਾਂ ਪਿੱਛੇ ਆਪਣੇ ਬਚਪਨ ਦੀ ਉਮਰ ਵਿੱਚ ਹਾਂ ਅਤੇ ਉੱਥੇ ਇੱਕ ਬਹੁਤ ਵੱਡੀ ਚਾਰਦੀਵਾਰੀ ਹੈ ਅਤੇ ਅੰਦਰਲੇ ਪਾਸੇ ਇੱਕ ਤਿਉਹਾਰ ਹੈ ਅਤੇ ਮੈਂ ਬਸ ਤੁਹਾਡੇ ਨਾਲੋਂ ਥੋੜ੍ਹਾ ਜਿਹਾ ਲੰਬਾ ਹਾਂ। ਹੋ ਸਕਦਾ ਹੈ ਕਿ ਤੁਸੀਂ ਮੇਰੇ ਨਾਲ ਜ਼ਿਆਦਾ ਤਾਕਤਵਰ ਹੋਵੋ, ਪਰ ਲੰਬਾ ਮੈਂ ਹਾਂ। ਵੇਖੋ, ਪਰਮੇਸ਼ਰ ਲੋਕਾਂ ਨੂੰ ਅਲੱਗ-ਅਲੱਗ ਕੰਮ ਕਰਨ ਲਈ ਵੱਖਰੇ-ਵੱਖਰੇ ਢੰਗ ਦੇ ਬਣਾਉਂਦਾ ਹੈ। ਚੰਗਾ, ਤਦ ਇੱਥੇ ਉੱਪਰ, ਠੀਕ ਉੱਥੇ ਜਿੱਥੋਂ ਮੈਂ ਵੇਖ ਸਕਦਾ ਹਾਂ, ਉਸ ਕੰਧ ਵਿੱਚ ਇੱਕ ਛੇਕ ਹੈ। ਚੰਗਾ, ਹੁਣ ਮੈਂ ਤਾਂ ਉੱਪਰ ਤੱਕ ਚੜ੍ਹ ਸਕਦਾ ਹਾਂ ਕਿਉਂਕਿ ਮੈਂ ਥੋੜ੍ਹਾ ਜ਼ਿਆਦਾ ਉੱਚਾ ਹਾਂ ਅਤੇ ਆਪਣੀਆਂ ਉਂਗਲੀਆਂ ਦੇ ਸਹਾਰੇ ਖੁਦ ਨੂੰ ਉੱਪਰ ਖਿੱਚ ਸਕਦਾ ਹਾਂ ਅਤੇ ਇਸ ਛੇਕ ਵਿੱਚੋਂ ਵੇਖ ਸਕਦਾ ਹਾਂ। ਮੈਂ ਵਾਪਸ ਆ ਕੇ ਤੁਹਾਨੂੰ ਦੱਸ ਸਕਦਾ ਹਾਂ ਕਿ ਮੈਂ ਕੀ ਵੇਖਿਆ ਹੈ। ਕੀ ਤੁਹਾਨੂੰ ਸਮਝ ਲੱਗ ਗਈ ਹੈ? ਹੁਣ ਤੁਸੀਂ ਮੈਨੂੰ ਸਮਝ ਰਹੇ ਹੋ? ਸਭਾ ਕਹਿੰਦੀ ਹੈ ਆਮੀਨ। ਸੰਪਾਦਕ, ਹੁਣ ਹੋ ਸਕਦਾ ਹੈ ਕਿ ਅਗਲਾ ਆਦਮੀ ਉਹ ਤਾਕਤਵਰ ਹੋਵੇ ਪਰ ਉਹ ਇੰਨੀ ਉਚਾਈ 'ਤੇ ਨਹੀਂ ਵੇਖ ਸਕਦਾ ਹੈ। ਤਾਂ ਉਹ ਕਹਿੰਦਾ ਹੈ, ਭਾਈ ਬ੍ਰਾਨਮ ਤੁਸੀਂ ਕੀ ਵੇਖਦੇ ਹੋ? ਮੈਂ ਕਹਾਂਗਾ ਬਸ 1 ਮਿੰਟ, ਅਤੇ ਮੈਂ ਉਛਲ ਕੇ ਅਸਲ ਉਚਾਈ 'ਤੇ ਪਹੁੰਚ ਜਾਵਾਂਗਾ ਅਤੇ ਕਿਨਾਰੇ 'ਤੇ ਆਪਣੀਆਂ ਉਂਗਲੀਆਂ ਫਸਾ ਲਵਾਂਗਾ ਅਤੇ ਆਪਣੇ ਆਪ ਨੂੰ ਬਹੁਤ ਜ਼ੋਰ ਨਾਲ ਉੱਪਰ ਖਿੱਚ ਲਵਾਂਗਾ ਅਤੇ ਮੈਂ ਕਹਾਂਗਾ ਮੈਂ ਇੱਕ ਹਾਥੀ ਵੇਖਦਾ ਹਾਂ ਅਤੇ ਮੈਂ ਹੇਠਾਂ ਆ ਜਾਂਦਾ ਹਾਂ। ਵੇਖਿਆ, ਇਹ ਥਕਾਉਣ ਵਾਲਾ ਹੈ ਕਿਉਂਕਿ ਮੈਂ ਉੱਪਰ ਖਿੱਚਿਆ ਜਾ ਰਿਹਾ ਹਾਂ। ਮੈਂ ਤੁਹਾਨੂੰ ਇਹ ਇੱਕ ਦ੍ਰਿਸ਼ਟਾਂਤ ਦੀ ਤਰ੍ਹਾਂ ਕਹਿ ਰਿਹਾ ਹਾਂ ਤਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਵੋ। ਹੁਣ ਜਦੋਂ ਮੈਂ ਵਾਪਸ ਹੇਠਾਂ ਆਉਂਦਾ ਹਾਂ, ਤੁਸੀਂ ਕੀ ਵੇਖਿਆ? ਇੱਕ ਹਾਥੀ ਵੇਖਿਆ। ਠੀਕ ਗੱਲ ਹੈ। ਹੁਣ ਇਹ ਇੱਕ ਮਨੁੱਖ ਦੀ ਤਰ੍ਹਾਂ ਹੈ ਜੋ ਮੰਚ ਉੱਤੇ ਖੜ੍ਹਾ ਹੋ ਕੇ ਰੱਬੀ ਵਰਦਾਨ ਦੀ ਵਰਤੋਂ ਕਰ ਰਿਹਾ ਹੈ ਅਤੇ ਇਹ ਇੱਕ ਤਣਾਅ ਹੈ ਕਿਉਂਕਿ ਇਹ ਤਾਂ ਉਹ ਵਿਅਕਤੀ ਹੁੰਦੇ ਹਨ ਜੋ ਉਸ ਵਰਦਾਨ ਨੂੰ ਕਿਰਿਆਸ਼ੀਲ ਕਰ ਰਹੇ ਹੁੰਦੇ ਹਨ। ਉਹ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ, ਪਰ ਉਹ ਆਪ ਹੀ ਇਸ ਨੂੰ ਕਿਰਿਆਸ਼ੀਲ ਕਰ ਰਹੇ ਹੁੰਦੇ ਹਨ। ਹੁਣ ਪਿਛਲੀ ਰਾਤ ਮੈਨੂੰ ਦੱਸਿਆ ਗਿਆ ਸੀ ਕਿ ਇੱਕ ਵਿਅਕਤੀ ਮੰਚ ਉੱਤੇ ਖੜ੍ਹਾ ਸੀ। ਭਾਈ ਜੋਸਫ ਨੇ ਮੈਨੂੰ ਮਿਲਣ ਤੋਂ ਬਾਅਦ ਮੈਨੂੰ ਦੱਸਿਆ ਕਿ ਉਹ ਮਨੁੱਖ, ਮੈਂ ਪਹਿਲਾਂ ਜਦੋਂ ਉਹ ਉੱਪਰ ਆਇਆ ਅਤੇ ਮੈਂ ਸੋਚਿਆ ਕਿ ਉਹ ਬੋਲਾ ਅਤੇ ਗੂੰਗਾ ਹੈ। ਮੈਂ ਕਿਹਾ, ਸ਼੍ਰੀਮਾਨ ਜੀ ਤੁਹਾਡਾ ਕੀ ਹਾਲ ਹੈ? ਕੁਝ ਇਸੇ ਹਾਲਤ ਵਿੱਚ। ਹੋ ਸਕਦਾ ਹੈ ਕਿ ਮੈਂ ਦੁਬਾਰਾ ਉਸ ਤਰ੍ਹਾਂ ਨਾ ਬੋਲ ਸਕਾਂ। ਮੈਂ ਉਹੀ ਕਹਿ ਰਿਹਾ ਹਾਂ ਜੋ ਉਹਨਾਂ ਨੇ ਮੈਨੂੰ ਦੱਸਿਆ ਹੈ। ਮੈਂ ਅਜੇ ਤੱਕ ਟੇਪ ਨੂੰ ਨਹੀਂ ਸੁਣਿਆ ਹੈ। ਅਤੇ ਕਿਹਾ ਕਿ ਉਹ ਮਨੁੱਖ ਬਸ ਉੱਥੇ ਖੜ੍ਹਾ ਰਿਹਾ ਅਤੇ ਮੈਂ ਕਿਹਾ, ਅੱਛਾ ਸ਼ਾਇਦ ਉਹ ਗੂੰਗਾ ਤੇ ਬੋਲਾ ਹੈ। ਅਤੇ ਹੁਣ ਸਰਵਉੱਚ ਕਿਰਪਾ ਨੂੰ ਵੇਖੋ। ਵੇਖਿਆ, ਇਹ ਉਸ ਪਾਗਲ ਦੀ ਤਰ੍ਹਾਂ ਹੈ ਜੋ ਮੰਚ ਉੱਤੇ ਆਇਆ। ਇਹ ਉਸ ਜਾਦੂਗਰ ਦੀ ਤਰ੍ਹਾਂ ਹੈ ਜੋ ਉੱਥੇ ਅਫਰੀਕਾ ਵਿੱਚ ਆਪਣੀਆਂ ਉਂਗਲੀਆਂ ਉੱਤੇ ਹੱਡੀਆਂ ਪਹਿਨੇ ਹੋਏ ਤੁਹਾਨੂੰ ਚੁਣੌਤੀ ਦੇਣ ਲਈ ਖੜ੍ਹਾ ਸੀ। ਤੁਸੀਂ ਵੇਖੋ, ਤਦ ਕਿਰਪਾ ਉਸ ਨੂੰ ਫੜ ਲੈਂਦੀ ਹੈ। ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਹੈ। ਨਹੀਂ ਹੈ, ਇਸ ਦੇ ਬਾਰੇ ਕੋਈ ਚਿੰਤਾ ਨਹੀਂ ਹੈ। ਕਿਰਪਾ ਉਸ ਨੂੰ ਆਪਣੇ ਹੱਥ ਵਿੱਚ ਲੈ ਲੈਂਦੀ ਹੈ। ਜਿਸ ਨੂੰ ਤੁਸੀਂ ਨਹੀਂ ਫੜ ਸਕਦੇ, ਪਰਮੇਸ਼ਰ ਉਸ ਨੂੰ ਫੜ ਲੈਂਦਾ ਹੈ। ਅਤੇ ਤਦ ਜਦੋਂ ਉਹ ਵਿਅਕਤੀ ਉੱਥੇ ਖੜ੍ਹਾ ਸੀ, ਇਸ ਤੋਂ ਪਹਿਲਾਂ ਕਿ ਮੈਂ ਕਿਹਾ, ਅੱਛਾ ਸ਼ਾਇਦ ਉਹ ਗੂੰਗਾ ਤੇ ਬੋਲਾ ਹੈ, ਅਤੇ ਅਚਾਨਕ ਹੀ ਮੇਰੇ ਸਾਹਮਣੇ ਇੱਕ ਦਰਸ਼ਨ ਪ੍ਰਗਟ ਹੋ ਗਿਆ। ਫਿਰ ਅਲਾਰਮ ਦੀ ਘੰਟੀ ਵੱਜਦੀ ਹੈ। ਸੰਪਾਦਕ, ਹੁਣ ਇਸ ਘੜੀ ਦੇ ਅਲਾਰਮ ਵੱਜਣ ਲਈ ਮੈਨੂੰ ਮਾਫ਼ ਕਰਨਾ। ਇਹ ਤਾਂ ਇੱਥੇ ਆ ਕੇ ਇੰਨੇ ਸਮੇਂ 'ਤੇ ਸ਼ੁਰੂ ਹੋਣ ਲਈ ਸੀ, ਸੋ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਗਏ ਹੋਵੋਗੇ। ਉਹਨਾਂ ਨੇ ਮੈਨੂੰ ਇੱਕ ਘੜੀ ਦਿੱਤੀ ਹੈ ਜਿਸ ਦੇ ਵਿੱਚ ਅਲਾਰਮ ਵੱਜਦਾ ਹੈ, ਇਸ ਲਈ ਮੈਨੂੰ ਆਸ ਹੈ ਕਿ ਇਹ ਅਜੇ ਰੁਕਣ ਦਾ ਸਮਾਂ ਨਹੀਂ ਹੋਇਆ ਹੈ। ਸੋ ਇਸ ਦੇ ਵਿੱਚ ਚਿੰਤਾ ਨਾ ਕਰੋ, ਮੈਂ ਇਸ ਨੂੰ ਸੁਣ ਲਵਾਂਗਾ। ਇਸ ਲਈ ਜਦ ਉਹ ਵਿਅਕਤੀ ਉੱਥੇ ਖੜ੍ਹਾ ਸੀ, ਦਰਸ਼ਨ ਆਇਆ। ਮੈਂ ਬਹੁਤ ਹੀ ਤੇਜ਼ੀ ਨਾਲ, ਸ਼ਾਇਦ ਮੈਂ ਫਿਨਲੈਂਡ ਵੇਖਿਆ ਜਾਂ ਕੁਝ ਹੋਰ, ਮੈਨੂੰ ਯਾਦ ਨਹੀਂ ਹੈ। ਪਰ ਹੁਣ ਉਹ ਜੋ ਕੁਝ ਵੀ ਸੀ, ਉਹਨਾਂ ਨੇ ਦੱਸਿਆ ਕਿ ਮੈਂ ਉਸ ਨੂੰ ਕਿਹਾ ਸੀ ਕਿ ਉਹ ਫਿਨਲੈਂਡ ਦਾ ਵਾਸੀ ਹੈ ਅਤੇ ਉਹ ਸਾਨੂੰ ਮੂਰਖ ਬਣਾ ਜਾਂ ਕੁਝ ਹੋਰ। ਸ਼ਾਇਦ ਉਹ ਫਿਨਲੈਂਡ ਵਾਸੀ ਸੀ। ਅੱਛਾ, ਇੱਥੇ ਜੋਸਫ ਨੇ ਕਿਹਾ ਸੀ ਕਿ ਉਹ ਨਹੀਂ ਕਰ। ਉਸ ਦੇ ਲਈ ਤਾਂ ਇਹ ਬਹੁਤ ਹੀ ਵਿਲੱਖਣ ਸੀ ਕਿ ਕਿਸ ਤਰ੍ਹਾਂ ਉਹ ਜਾਣ ਸਕਦਾ ਸੀ ਕਿ ਉਹ ਵਿਅਕਤੀ ਕਿਹੜੇ ਦੇਸ਼ ਦਾ ਵਸਨੀਕ ਹੈ। ਪਰਮੇਸ਼ਰ ਨੇ ਹੀ ਆਪਣੀ ਕਿਰਪਾ ਨਾਲ ਇਹ ਵਿਖਾਇਆ ਸੀ। ਭਾਈ ਜੋਸਫ ਮੈਟਸਨ ਬੋਝ ਕਹਿੰਦੇ ਹਨ,
ਉਹ ਤਾਂ ਇਹ ਸੀ ਕਿ ਤੁਸੀਂ ਉਸ ਵਿਅਕਤੀ ਨੂੰ ਇੱਕ ਸ਼ਬਦ ਵੀ ਨਹੀਂ ਕਿਹਾ। ਸੰਪਾਦਕ: ਜੀ ਹਾਂ ਸ਼੍ਰੀਮਾਨ। ਸੋ ਫਿਰ ਤੁਸੀਂ ਕਿਹਾ? ਮੈਂ ਸੋਚਿਆ ਸੀ ਕਿ ਤੁਸੀਂ ਬੋਲੇ ਅਤੇ ਗੂੰਗੇ ਹੋ। ਤੁਸੀਂ ਕਿਹਾ, ਪਰ ਤੁਸੀਂ ਕਿਹਾ ਨਹੀਂ, ਤੁਸੀਂ ਗੂੰਗੇ ਅਤੇ ਬੋਲੇ ਨਹੀਂ ਹੋ, ਤੁਸੀਂ ਤਾਂ ਬਸ ਅੰਗਰੇਜ਼ੀ ਨਹੀਂ ਸਮਝਦੇ ਹੋ। ਉਹ ਇਹ ਗੱਲ ਸੀ, ਇਹੋ ਹੀ ਗੱਲ ਸੀ, ਇਹੀ ਗੱਲ ਸੀ ਅਤੇ ਮੈਂ ਬਿਲਕੁਲ ਵੀ ਨਾ ਸਮਝ ਸਕਿਆ ਸੀ ਕਿ ਤੁਸੀਂ ਭਲਾ ਇਹ ਕਿਵੇਂ ਜਾਣ ਸਕਦੇ ਹੋ। ਮੈਂ ਵੀ ਨਹੀਂ ਕਰ ਸਕਦਾ ਅਤੇ ਇਹ ਮੈਂ ਨਹੀਂ ਕੀਤਾ ਸੀ। ਪਰ ਫਿਰ ਇਸਨੇ ਉਸ ਨੂੰ ਦੱਸਿਆ ਕਿ ਉਸ ਕੋਲ ਕੀ ਸੀ। ਮੇਰਾ ਵਿਸ਼ਵਾਸ ਹੈ ਉਹ ਸੀ ਦਿਲ। ਉਸ ਦੇ ਦਿਲ ਵਿੱਚ ਕੋਈ ਸਮੱਸਿਆ ਜਾਂ ਕੁਝ ਹੋਰ? ਹਾਂ, ਕੋਈ ਹੋਰ ਕਹਿੰਦਾ ਹੈ ਦਿਲ ਦੀ ਸਮੱਸਿਆ। ਦਿਲ। ਤੁਸੀਂ ਉਸ ਨੂੰ ਦੱਸਿਆ ਸੀ ਕਿ ਉਹ ਫਿਨਲੈਂਡ ਦਾ ਰਹਿਣ ਵਾਲਾ ਹੈ। ਉਹ ਇੱਕ ਪ੍ਰਚਾਰਕ ਸੀ ਅਤੇ ਉਸ ਨੂੰ ਦਿਲ ਦੀ ਸਮੱਸਿਆ ਸੀ। ਮੈਂ ਹੈਰਾਨ ਹੁੰਦਾ ਹਾਂ ਕਿ ਜੇਕਰ ਉਹ ਵਿਅਕਤੀ ਸੰਯੋਗ ਨਾਲ ਇਸ ਭਵਨ ਵਿੱਚ ਬੈਠਾ ਹੋਵੇ ਅਤੇ ਜੇਕਰ ਕੋਈ ਉਸ ਦੇ ਨੇੜੇ ਬੈਠਾ ਹੋਵੇ ਤਾਂ ਕਿਰਪਾ ਕਰਕੇ ਉਹ ਜੇਕਰ ਉਹ ਫਿਨਲੈਂਡ ਦੀ ਭਾਸ਼ਾ ਬੋਲ ਸਕਦੇ ਹੋਣ, ਜਰਾ ਵੇਖਣ। ਜੇਕਰ ਇਹ ਠੀਕ ਹੈ, ਕੀ ਤੁਸੀਂ ਆਪਣਾ ਹੱਥ ਉਠਾਓਗੇ? ਜੇਕਰ ਉਹ ਵਿਅਕਤੀ ਅੱਜ ਇੱਥੇ ਭਵਨ ਵਿੱਚ ਹੈ, ਉਹ ਫਿਨਲੈਂਡ ਦਾ ਵਿਅਕਤੀ ਜੋ ਇੱਥੇ ਕੱਲ੍ਹ ਰਾਤ ਸੀ, ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਜੋ ਇੱਥੇ ਮੰਚ ਉੱਤੇ ਸੀ। ਮੈਂ ਬਸ ਚਾਹੁੰਦਾ ਹਾਂ। ਭਾਈ ਜੋਸਫ ਮੈਟਸਨ ਬੋਝ ਕਹਿੰਦੇ ਹਨ, ਮੈਂ ਉਸ ਵਿਅਕਤੀ ਨੂੰ ਜਾਣਦਾ ਸੀ, ਇਸ ਲਈ। ਸੰਪਾਦਕ: ਓਹ, ਤੁਸੀਂ ਉਸ ਵਿਅਕਤੀ ਨੂੰ ਜਾਣਦੇ ਹੋ? ਹਾਂ ਜੀ, ਮੈਂ ਉਸ ਵਿਅਕਤੀ ਨੂੰ ਜਾਣਦਾ ਹਾਂ, ਇਸ ਲਈ ਮੈਨੂੰ ਪਤਾ ਹੈ ਇਹ ਗੱਲ ਠੀਕ ਹੈ। ਓਹ, ਮੈਂ ਸੋਚਿਆ ਸੀ ਕਿ ਉਹ ਫਿਨਲੈਂਡ ਤੋਂ ਪ੍ਰਾਰਥਨਾ ਕਰਵਾਉਣ ਲਈ ਜਾਂ ਕੁਝ ਹੋਰ ਕਰਨ ਲਈ ਇੱਥੇ ਆਇਆ ਹੈ। ਉਹ ਇੱਕ ਜਾਂ 2 ਸਾਲਾਂ ਤੋਂ ਇੱਥੇ ਹੈ, ਪਰ ਜਦੋਂ ਉਹ ਆਇਆ ਉਹ ਛੋਟਾ ਨਹੀਂ ਸੀ, ਇਸ ਲਈ ਉਸਨੇ ਕਦੀ ਵੀ ਅੰਗਰੇਜ਼ੀ ਨਹੀਂ ਸਿੱਖੀ। ਓਹ, ਕੀ ਇਹ ਇਸ ਤਰ੍ਹਾਂ ਹੈ? ਉਹ ਉੱਪਰ ਵਿਆਕਗਨ ਇਲੀਨੋਇਸ ਵਿੱਚ ਫਿਨਲੈਂਡ ਦੀਆਂ ਸੰਗਤੀਆਂ ਕਰਦਾ ਹੈ। ਅੱਛਾ, ਉਹ ਮੇਰਾ ਅੰਦਾਜ਼ਾ ਹੈ। ਹੋ ਸਕਦਾ ਹੈ ਕਿ ਉਹ ਆਪਣੇ ਘਰ ਵਾਪਿਸ ਚਲਾ ਗਿਆ ਹੋਵੇ। ਹੁਣ ਜਦੋਂ ਯਿਸੂ ਇੱਥੇ ਧਰਤੀ ਉੱਤੇ ਸੀ ਅਤੇ ਉਹ ਪਰਮੇਸ਼ਰ ਦਾ ਮਸਾ ਕੀਤਾ ਹੋਇਆ ਮੂੰਹ ਸੀ, ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਸਭਾ ਕਹਿੰਦੀ ਹੈ ਆਮੀਨ। ਸੰਪਾਦਕ: ਉਹ ਪਰਮੇਸ਼ਰ ਦਾ ਉਤਪੰਨ ਕੀਤਾ ਹੋਇਆ ਇਕਲੌਤਾ ਪੁੱਤਰ ਸੀ ਅਤੇ ਪਰਮੇਸ਼ਰ ਮਸੀਹ ਵਿੱਚ ਸੀ, ਦੁਨੀਆ ਦਾ ਆਪਣੇ ਨਾਲ ਮੇਲ ਕਰਵਾ ਰਿਹਾ ਸੀ, ਬਿਨਾਂ ਕਿਸੇ ਮਾਪ ਦੇ। ਬਾਈਬਲ ਦੇ ਵਿਦਿਆਰਥੀਓ, ਕੀ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ? ਆਮੀਨ। ਉਹ ਇਮਾਨੂਏਲ ਸੀ। ਸਾਡੇ ਵਿੱਚੋਂ ਕੋਈ ਵੀ ਉਸ ਸਥਾਨ ਤੱਕ ਕਦੇ ਵੀ ਨਹੀਂ ਪਹੁੰਚ ਸਕਦਾ। ਨਹੀਂ, ਉਹ ਤਾਂ ਪਰਮੇਸ਼ਰ ਦਾ ਪਵਿੱਤਰ ਕੁਆਰੀ ਤੋਂ ਪੈਦਾ ਹੋਇਆ ਪੁੱਤਰ ਸੀ ਅਤੇ ਅਸੀਂ ਕਦੀ ਵੀ ਨਹੀਂ ਹੋਵਾਂਗੇ ਅਤੇ ਕਦੀ ਵੀ ਅਸੀਂ ਉਹ ਕੰਮ ਨਹੀਂ ਕਰ ਸਕਾਂਗੇ ਜੋ ਉਸ ਤਰ੍ਹਾਂ ਦੇ ਸਨ, ਕਿਉਂਕਿ ਇਹ ਉਹ ਹੀ ਸੀ। ਪਰ ਹੁਣ ਉਸਨੇ ਵਾਅਦਾ ਕੀਤਾ ਹੈ ਕਿ ਜੋ ਕੰਮ ਉਸਨੇ ਕੀਤੇ ਅਸੀਂ ਵੀ ਕਰਾਂਗੇ, ਕਿਉਂਕਿ ਉਸ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਲਿਪਾਲਕ ਪੁੱਤਰ ਬਣ ਜਾਵਾਂਗੇ। ਕੀ ਇਹ ਠੀਕ ਹੈ? ਸਭਾ ਕਹਿੰਦੀ ਹੈ ਆਮੀਨ। ਸੰਪਾਦਕ: ਹੁਣ ਇਹ ਨਹੀਂ, ਇਹ ਸਾਡੇ ਵਿੱਚੋਂ ਹਰੇਕ ਦੇ ਲਈ ਹੈ। ਹਰ ਵਿਸ਼ਵਾਸੀ ਪਰਮੇਸ਼ਰ ਦਾ ਪੁੱਤਰ ਅਤੇ ਪੁੱਤਰੀ ਬਣ ਜਾਂਦਾ ਹੈ। ਕੀ ਇਹ ਠੀਕ ਹੈ? ਆਮੀਨ। ਹੁਣ ਜਦੋਂ ਉਸ ਔਰਤ ਨੇ ਜਿਸ ਨੂੰ ਲਹੂ ਵਗਣ ਦੀ ਬਿਮਾਰੀ ਸੀ, ਉਸ ਦੇ ਪੱਲੇ ਨੂੰ ਛੂਹਿਆ ਸੀ, ਉਹ ਠੀਕ ਉਸ ਤਰ੍ਹਾਂ ਸੀ ਜਿਵੇਂ ਕਿ ਕਿਸੇ ਸੁਰਾਖ ਵਿੱਚੋਂ ਦੀ ਝਾਕਣਾ। ਵੇਖਿਆ? ਉਸਨੇ ਮਹਿਸੂਸ ਕੀਤਾ ਸੀ ਕਿ ਉਸ ਦੇ ਵਿੱਚੋਂ ਸਾਮਰਥ ਨਿਕਲੀ ਸੀ। ਉਹ ਕਮਜ਼ੋਰ ਹੋ ਗਿਆ ਸੀ, ਪਰ ਉਸ ਨੂੰ ਪਤਾ ਨਹੀਂ ਸੀ ਕਿ ਇਹ ਕੀ ਹੋਇਆ ਸੀ। ਇੱਕ ਨੇਚਾ ਦੇ ਰਾਹੀਂ ਕਿਸੇ ਨੇ ਉਸ ਨੂੰ ਛੂਹਿਆ ਸੀ ਅਤੇ ਉਸਨੇ ਪੁੱਛਿਆ ਸੀ ਕਿ ਉਹ ਕੌਣ ਹੈ, ਪਰ ਸਭ ਨੇ ਇਨਕਾਰ ਕਰ ਦਿੱਤਾ। ਤਾਂ ਫਿਰ ਉਸ ਦੇ ਅਜਿਹਾ ਕਰਨ ਤੋਂ ਬਾਅਦ ਕੀ ਹੋਇਆ ਸੀ? ਕਿਉਂ? ਉਸਨੇ ਚਫੇਰੇ ਵੇਖਿਆ ਜਦ ਤੱਕ ਕਿ ਉਸਨੇ ਲੱਭ ਨਹੀਂ ਲਿਆ। ਹੁਣ ਉੱਥੇ ਉਸਨੇ ਉਸ ਨੂੰ ਕਿਵੇਂ ਪਛਾਣਿਆ? ਇਹ ਉਹ ਸਵਾਲ ਹੈ ਜੋ ਮੈਂ ਤੁਹਾਡੇ ਅੱਗੇ ਰੱਖਣਾ ਚਾਹੁੰਦਾ ਹਾਂ। ਉਸਨੇ ਉਸ ਨੂੰ ਕਿਵੇਂ ਪਛਾਣਿਆ? ਹੁਣ ਮੈਨੂੰ ਯਤਨ ਕਰਨ ਦਿਓ, ਇੱਕ ਭਾਈ ਹੋਣ ਦੇ ਨਾਤੇ ਇਸ ਦੀ ਵਿਆਖਿਆ ਕਰਾਂ ਕਿ ਉਸਨੇ ਉਸ ਨੂੰ ਕਿਵੇਂ ਪਛਾਣਿਆ ਸੀ। ਕਿਉਂਕਿ ਜਦੋਂ ਕਿਸੇ ਨੇ ਅਜਿਹਾ ਕੀਤਾ, ਮੈਂ ਇੱਥੇ ਇਹਨਾਂ ਸਭਾਵਾਂ ਵਿੱਚ ਪਵਿੱਤਰ ਆਤਮਾ ਦੇ ਕੰਮ ਕਰਨ ਦੇ ਬਾਰੇ ਵਿੱਚ ਕਹਿ ਸਕਦਾ ਹਾਂ। ਜਦੋਂ ਕੋਈ ਬਰਕਤ ਪ੍ਰਾਪਤ ਕਰਦਾ ਹੈ, ਇਹ ਇਸ ਤਰ੍ਹਾਂ ਲੱਗਦਾ ਹੈ
ਕਿ ਕੋਈ ਚੀਜ਼ ਤੁਹਾਨੂੰ ਬਸ ਖਿੱਚ ਰਹੀ ਹੈ। ਇਸ ਤਰ੍ਹਾਂ ਵੇਖੋ ਅਤੇ ਤੁਸੀਂ ਉਸ ਵਿਅਕਤੀ ਤੱਕ ਪਹੁੰਚ ਜਾਂਦੇ ਹੋ ਅਤੇ ਫਿਰ ਉਸ ਵਿਅਕਤੀ ਦੇ ਉੱਤੇ ਤੁਸੀਂ ਉਹਨਾਂ ਨੂੰ ਵੇਖਦੇ ਹੋ ਅਤੇ ਵੇਖਦੇ ਹੋ ਕਿ ਉਹਨਾਂ ਨੂੰ ਕੀ ਹੋਇਆ ਸੀ ਅਤੇ ਉਹਨਾਂ ਨਾਲ ਕੀ ਖਰਾਬੀ ਹੈ, ਅਤੇ ਤਦ ਤੁਸੀਂ ਵੇਖਦੇ ਹੋ ਕਿ ਇਹ ਤਾਂ ਉਹੋ ਹੀ ਵਿਅਕਤੀ ਹੈ ਅਤੇ ਉਹ ਠੀਕ ਉਸੇ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਇੱਕ ਵਿਚਕਾਰਲਾ ਰਸਤਾ ਜਾਂ ਚੈਨਲ ਤੁਹਾਡੇ ਅਤੇ ਉਸ ਵਿਅਕਤੀ ਦੇ ਵਿਚਕਾਰ ਕੰਮ ਕਰ ਰਿਹਾ ਹੋਵੇ। ਮੈਂ ਇਸ ਪ੍ਰਕਾਰ ਸੋਚਦਾ ਹਾਂ, ਉਸਨੇ ਇਹ ਕਦੀ ਨਹੀਂ ਸਮਝਾਇਆ ਸੀ। ਇਹ ਉਹ ਤਰੀਕਾ ਸੀ ਮੇਰੇ ਵਿਚਾਰ ਨਾਲ ਜਿਸ ਦੇ ਰਾਹੀਂ ਉਸਨੇ ਜਾਣ ਲਿਆ ਸੀ, ਕਿਉਂਕਿ ਪਵਿੱਤਰ ਆਤਮਾ ਉਸ ਤਰੀਕੇ ਨਾਲ ਹੀ ਕੰਮ ਕਰਦਾ ਹੈ। ਇਹ ਹੈ ਉਹ ਤਰੀਕਾ ਜਿਸ ਦੇ ਰਾਹੀਂ ਉਹ ਸਮਝਿਆ। ਕਹੋ ਜਿਵੇਂ ਕਿ ਕਦੀ ਤੁਸੀਂ ਕਹਿੰਦੇ ਹੋ, ਉਹ ਔਰਤ ਜੋ ਉੱਥੇ ਬੈਠੀ ਹੈ ਜਿਸ ਨੇ ਹਰੀ ਟੋਪੀ ਪਾਈ ਹੋਈ ਹੈ ਜਾਂ ਉਸ ਤਰ੍ਹਾਂ ਦਾ ਕੁਝ, ਤੁਸੀਂ ਫਲਾਨੀ ਚੀਜ਼ ਤੋਂ ਦੁੱਖ ਝੱਲ ਰਹੇ ਹੋ, ਤੁਸੀਂ ਉਸ ਨਿਸ਼ਚਿਤ ਜਗ੍ਹਾ ਤੋਂ ਆਏ ਹੋ, ਤੁਸੀਂ ਇਸ ਨੂੰ ਸੁਣ ਰਹੇ ਹੋ। ਦੇਖਿਆ, ਤੁਸੀਂ ਠੀਕ ਉਸ ਦਰਸ਼ਨ ਵਿੱਚ ਹੋ, ਉਹ ਵੇਖ ਰਹੇ ਹੁੰਦੇ ਹੋ ਜੋ ਹੋ ਰਿਹਾ ਹੁੰਦਾ ਹੈ, ਅਤੇ ਫਿਰ ਹੋ ਸਕਦਾ ਹੈ ਕਿ ਤੁਸੀਂ ਉਸ ਨੂੰ ਫੇਰ ਭਰਪੂਰੀ ਵਿੱਚ ਆਉਂਦੇ ਹੋਏ ਵੇਖੋ ਅਤੇ ਰੌਸ਼ਨੀ ਉਸ ਦੇ ਚਾਰੇ ਪਾਸੇ ਹੁੰਦੀ ਹੈ ਅਤੇ ਉਸ ਦੇ ਆਲੇ ਦੁਆਲੇ ਅਤੇ ਸਭ ਕੁਝ। ਕਿਉਂ? ਫਿਰ ਤੁਸੀਂ ਕਹਿੰਦੇ ਹੋ, ਕਿਉਂ? ਉਹ ਤਾਂ ਚੰਗੀ ਹੋ ਚੁੱਕੀ ਹੈ, ਇਹ ਯਹੋਵਾ ਫਰਮਾਉਂਦਾ ਹੈ। ਸਮਝੇ? ਪ੍ਰਭੂ ਜੋ ਦਰਸ਼ਨ ਵਿਖਾ ਰਿਹਾ ਹੁੰਦਾ ਹੈ, ਇਹ ਤਾਂ ਤੁਹਾਡਾ ਉਸ ਵਿੱਚ ਵਿਸ਼ਵਾਸ ਹੁੰਦਾ ਹੈ ਜੋ ਮੈਨੂੰ ਇੱਕ ਮੂੰਹ ਦੇ ਰੂਪ ਵਿੱਚ ਇਸਤੇਮਾਲ ਕਰ ਰਿਹਾ ਹੁੰਦਾ ਹੈ ਕਿ ਤੁਹਾਨੂੰ ਉਹ ਕਹਾਂ ਜੋ ਤੁਹਾਡੀ ਇੱਛਾ ਹੈ ਕਿ ਉਹ ਤੁਹਾਡੇ ਨਾਲ ਬੋਲੇ। ਵੇਖਿਆ ਮੇਰਾ ਕੀ ਮਤਲਬ ਹੈ? ਹੁਣ ਪਰ ਜਦੋਂ ਇਹ ਕੁਝ ਹੋਰ, ਹੁਣ ਇਹ ਪਰਮੇਸ਼ਰ ਦੇ ਕੰਮ ਕਰਨ ਦਾ ਪ੍ਰਮਾਣਿਤ ਤਰੀਕਾ ਹੈ। ਮੈਂ ਗੰਭੀਰਤਾ ਹੀ ਨਾਲ ਬੋਲ ਰਿਹਾ ਹਾਂ। ਸਮਾਂ ਬਹੁਤ ਨੇੜੇ ਹੈ। ਤੁਹਾਨੂੰ ਇਹ ਦੱਸਣ ਤੋਂ ਬਾਅਦ ਕਿ ਪਰਮੇਸ਼ਰ ਦੇ ਦਰਸ਼ਨ ਨੇ ਮੈਨੂੰ ਕੀ ਵਿਖਾਇਆ ਹੈ, ਇਹ ਅਖੀਰ ਵਿੱਚ ਪਿੱਛੇ ਚਲਾ ਜਾਵੇਗਾ ਤਾਂ ਕਿ ਉਸ ਚੀਜ਼ ਨੂੰ ਸਥਾਨ ਦੇਵੇ ਜੋ ਇਸ ਤੋਂ ਕਿਤੇ ਮਹਾਨ ਹੈ, ਅਤੇ ਇਹੋ ਹੈ ਜਿਸ ਉੱਤੇ ਮੈਂ ਇਸ ਦੁਪਹਿਰ ਪਹੁੰਚਣਾ ਚਾਹੁੰਦਾ ਹਾਂ। ਹੁਣ ਉਹ ਵਿਅਕਤੀ ਜੋ ਅਜਿਹਾ ਕਰ ਰਿਹਾ ਹੁੰਦਾ ਹੈ, ਉਹ ਜੇਕਰ ਉਹ ਇਸ ਦਾ ਵਿਸ਼ਵਾਸ ਕਰਨ ਤਾਂ ਉਹ ਬਰਕਤ ਪ੍ਰਾਪਤ ਕਰਨਗੇ ਅਤੇ ਉਹ ਚੰਗੇ ਹੋ ਜਾਣਗੇ। ਹੁਣ ਇਹ ਨਹੀਂ ਕਿ ਉਹ ਚੰਗੇ ਹੋ ਗਏ, ਪਰ ਉਹਨਾਂ ਦੀ ਨੇਚਾ ਨੇ ਪਰਮੇਸ਼ਰ ਨੂੰ ਛੂਹ ਲਿਆ ਅਤੇ ਆਪਣੀ ਚੰਗਿਆਈ ਨੂੰ ਕਬੂਲ ਕੀਤਾ ਜੋ ਕਿ ਪਹਿਲਾਂ ਤੋਂ ਹੀ ਸੀ, ਉਹਨਾਂ ਲਈ 1900 ਸਾਲ ਪਹਿਲਾਂ ਅਧਿਕਾਰ ਵਿੱਚ ਕਰ ਲਈ ਗਈ ਸੀ। ਵੇਖਿਆ, ਅਜਿਹਾ ਨਹੀਂ ਹੈ ਕਿ ਇਸ ਦਾ ਉਹਨਾਂ ਦੀ ਚੰਗਿਆਈ ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਇਹ ਤਾਂ ਸਿਰਫ ਬੋਲਣ ਲਈ ਮੂੰਹ ਹੀ ਸੀ। ਕਿਵੇਂ ਕਿ ਬਾਈਬਲ ਵਿੱਚ ਕਿਸੇ ਵੀ ਸਥਾਨ ਤੇ ਅਸੀਂ ਨਹੀਂ। ਮੈਂ ਆਪਣੀ ਤੁਲਨਾ ਕਿਸੇ ਨਬੀ ਨਾਲ ਨਹੀਂ ਕਰ ਰਿਹਾ ਹਾਂ। ਨਹੀਂ ਸ਼੍ਰੀਮਾਨ ਜੀ, ਨਹੀਂ। ਮੈਂ ਤਾਂ ਸਿਰਫ ਇੱਕ ਨਿਮਾਣਾ ਜਿਹਾ ਪਾਪੀ ਹਾਂ ਜੋ ਕਿਰਪਾ ਦੇ ਰਾਹੀਂ ਬਚਾਇਆ ਗਿਆ ਹਾਂ। ਪਰ ਉਹ ਵਰਦਾਨ ਜੋ ਪ੍ਰਭੂ ਨੇ ਨਬੀਆਂ ਨੂੰ ਦਿੱਤਾ ਸੀ ਅਤੇ ਉਹਨਾਂ ਨੂੰ ਨਬੀ ਬਣਾਇਆ ਸੀ, ਉਹ ਪਰਮੇਸ਼ਰ ਦੇ ਮੂੰਹ ਸਨ। ਉਹਨਾਂ ਕੋਲ ਪ੍ਰਭੂ ਦਾ ਵਚਨ ਸੀ ਅਤੇ ਕਿਸੇ ਵੀ ਨਬੀ ਨੇ ਕਦੀ ਵੀ ਕੁਝ ਆਪਣੀ ਇੱਛਾ ਨਾਲ ਨਹੀਂ ਕੀਤਾ ਸੀ। ਉਸਨੇ ਇਹ ਤਦ ਕੀਤਾ, ਪਹਿਲਾਂ ਪਰਮੇਸ਼ਰ ਨੇ ਉਸ ਨੂੰ ਕਰਨ ਲਈ ਕਿਹਾ। ਇਹ ਠੀਕ ਹੈ। ਅਤੇ ਇਸੇ ਢੰਗ ਨਾਲ ਜਦੋਂ ਪਰਮੇਸ਼ਰ ਦਾ ਪੁੱਤਰ, ਜਦੋਂ ਉਹ ਆਇਆ ਜੋ ਕਿ ਨਬੀਆਂ ਦਾ ਹੀ ਪਰਮੇਸ਼ਰ ਸੀ, ਉਸਨੇ ਕਿਹਾ, ਮੈਂ ਕੇਵਲ ਉਹੋ ਹੀ ਕਰਦਾ ਹਾਂ ਜੋ ਪਿਤਾ ਮੈਨੂੰ ਕਰਨ ਲਈ ਵਿਖਾਉਂਦਾ ਹੈ। ਇਹ ਠੀਕ ਹੈ। ਇਸ ਨੇ ਤਾਂ ਸਿਰਫ ਦੈਵੀ ਸ਼ਕਤੀਆਂ ਦੇ ਰਾਹੀਂ ਹੀ ਆਉਣਾ ਹੁੰਦਾ ਹੈ ਕਿ ਸਰੀਰ ਵਿੱਚ ਦੀ ਹੋ ਕੇ ਪ੍ਰਗਟ ਕਰੇ, ਅਤੇ ਮਸੀਹ ਧਰਤੀ ਉੱਤੇ ਪਰਮੇਸ਼ਰ ਦਾ ਮੂੰਹ ਸੀ। ਕਿ ਸਭ ਇਸ ਗੱਲ ਨੂੰ ਸਮਝਦੇ ਹਨ? ਸਭਾ ਕਹਿੰਦੀ ਹੈ ਆਮੀਨ। ਹੁਣ ਉਦਾਹਰਨ ਦੇ ਤੌਰ ਤੇ ਕਦੇ ਮੈਂ ਘਰ ਵਿੱਚ ਹੋਵਾਂ, ਜੀਨ, ਲੀਓ ਅਤੇ ਉਹ ਜਿਨ੍ਹਾਂ ਦੇ ਬਾਰੇ ਮੈਂ ਪਿਛਲੀ ਰਾਤ ਗੱਲ ਕਰ ਰਿਹਾ ਸਾਂ, ਜੋ ਇੱਥੇ ਬੈਠੇ ਹਨ, ਭਾਈ ਬੀਲਰ ਅਤੇ ਉਹਨਾਂ ਵਿੱਚੋਂ ਕਈ ਹੋਰ, ਅਤੇ ਉਹ ਜੋ ਮੈਨੂੰ ਜਾਣਦੇ ਹਨ। ਕਿਸੇ ਵੀ ਚੀਜ਼ ਬਾਰੇ ਨਾ ਸੋਚਦੇ ਹੋਏ ਮੈਂ ਘਰ ਵਿੱਚ ਇੱਧਰ ਉੱਧਰ ਘੁੰਮ ਰਿਹਾ ਹੋਵਾਂ। ਹੋ ਸਕਦਾ ਹੈ ਕਿ ਕਮਰੇ ਵਿੱਚ ਬੈਠਾ ਹੋਵਾਂ ਅਤੇ ਉੱਥੇ ਇੱਕ ਦਰਸ਼ਨ ਆ ਜਾਵੇ। ਹੋ ਸਕਦਾ ਹੈ ਕਿ ਕੁਝ ਦੇਰ ਤੱਕ ਪੂਰੀ ਤਰ੍ਹਾਂ ਸਨਾਟਾ ਬਣਿਆ ਰਹੇ ਅਤੇ ਉਹ ਕਹੇਗਾ ਹੁਣ ਕੁਝ ਹੀ ਪਲਾਂ ਵਿੱਚ ਫੋਨ ਦੇ ਰਾਹੀਂ ਤੈਨੂੰ ਇੱਕ ਸੱਦਾ ਆਉਣ ਵਾਲਾ ਹੈ ਅਤੇ ਤੂੰ ਇਸ ਸ਼ਹਿਰ ਵਿੱਚ ਜਾ ਰਿਹਾ ਹੈ, ਅਤੇ ਜਦੋਂ ਤੂੰ ਇਸ ਸ਼ਹਿਰ ਵਿੱਚ ਜਾਵੇਂ ਤਾਂ ਤੂੰ ਇੱਕ ਫਲਾਣੇ ਸਥਾਨ 'ਤੇ ਜਾਵੇਂਗਾ। ਉਹ
ਸਥਾਨ ਇਸ ਤਰ੍ਹਾਂ ਦਾ ਹੋਵੇਗਾ ਅਤੇ ਤੂੰ ਕਮਰੇ ਵਿੱਚ ਜਾਵੇਂਗਾ ਅਤੇ ਤੂੰ ਆਪਣੀ ਟੋਪੀ ਹੇਠਾਂ ਰੱਖ ਦੇਵੇਂਗਾ, ਜਾਂ ਉਹ ਔਰਤ ਤੇਰੀ ਟੋਪੀ ਬਿਸਤਰੇ ਉੱਤੇ ਰੱਖ ਦੇਵੇਗੀ, ਪਰ ਉਸ ਨੂੰ ਉੱਥੇ ਨਹੀਂ ਰੱਖਿਆ ਹੋਣਾ ਚਾਹੀਦਾ ਹੈ। ਉਸ ਨੂੰ ਤਾਂ ਉੱਥੇ ਮੇਜ਼ ਉੱਤੇ ਰੱਖਿਆ ਹੋਣਾ ਚਾਹੀਦਾ ਹੈ ਅਤੇ ਇੱਕ ਹੋਰ ਔਰਤ ਇਸ ਰਸਤੇ ਰਾਹੀਂ ਆਵੇਗੀ। ਤੁਸੀਂ ਇਸ ਨੂੰ ਠੀਕ ਉਸੇ ਤਰ੍ਹਾਂ ਵਾਪਰਦਾ ਵੇਖੋਗੇ। ਜੇਕਰ ਮੈਂ ਉਹਨਾਂ ਵਿੱਚੋਂ ਕਿਸੇ ਇੱਕ ਵੀ ਚੀਜ਼ ਤੋਂ ਖੁੰਝ ਜਾਂਦਾ ਹਾਂ ਤਾਂ ਉਹ ਨਹੀਂ ਹੋਵੇਗਾ। ਇਸ ਨੇ ਤਾਂ ਸਿੱਧ ਰੂਪ ਨਾਲ ਬਸ ਉਸ ਪਲ ਅਤੇ ਉਸੇ ਸਮੇਂ ਅਤੇ ਹਰ ਇੱਕ ਚੀਜ਼ ਆਪਣੇ ਸਥਾਨ 'ਤੇ ਉਸੇ ਤਰ੍ਹਾਂ ਹੀ ਹੋਣੀ ਚਾਹੀਦੀ ਹੈ, ਕਿਉਂਕਿ ਇਹ ਇੱਕ ਦਰਸ਼ਨ ਹੈ। ਇਸ ਨੇ ਤਾਂ ਸਿੱਧ ਰੂਪ ਨਾਲ ਹੀ ਹੋਂਦ ਵਿੱਚ ਆਉਣਾ ਹੁੰਦਾ ਹੈ, ਅਤੇ ਜਦੋਂ ਇਹ ਹੁੰਦਾ ਹੈ ਤਾਂ ਇਸ ਨੇ ਉਸੇ ਤਰ੍ਹਾਂ ਵਾਪਰਨਾ ਹੁੰਦਾ ਹੈ। ਇਹ ਕਦੀ ਵੀ ਅਸਫਲ ਨਹੀਂ ਹੋਇਆ। ਹੁਣ ਇਹ ਤਦ ਹੁੰਦਾ ਹੈ ਜਦੋਂ ਪਰਮੇਸ਼ਰ ਆਪਣੇ ਵਰਦਾਨ ਦੀ ਵਰਤੋਂ ਕਰ ਰਿਹਾ ਹੁੰਦਾ ਹੈ। ਇਹ ਮੈਨੂੰ ਕਮਜ਼ੋਰ ਨਹੀਂ ਕਰਦਾ ਹੈ, ਇਹ ਮੈਨੂੰ ਪਰੇਸ਼ਾਨ ਨਹੀਂ ਕਰਦਾ ਹੈ। ਹੁਣ ਜਦੋਂ ਯਿਸੂ ਨੇ ਲਾਜ਼ਰ ਨੂੰ ਕਬਰ ਵਿੱਚੋਂ ਉਠਾਇਆ ਸੀ, ਉਹ ਉਸ ਨਾਲੋਂ ਕਿਤੇ ਵੱਡਾ ਚਮਤਕਾਰ ਸੀ ਜੋ ਉਸ ਔਰਤ ਦੇ ਨਾਲ ਹੋਇਆ ਸੀ, ਜਿਸ ਨੇ ਉਸ ਦੇ ਪੱਲੇ ਨੂੰ ਛੂਹਿਆ ਸੀ ਅਤੇ ਲਹੂ ਵਗਣ ਦੀ ਬਿਮਾਰੀ ਤੋਂ ਚੰਗੀ ਹੋ ਗਈ ਸੀ। ਕੀ ਤੁਸੀਂ ਇਸ ਨੂੰ ਮੰਨਦੇ ਹੋ? ਮੰਡਲੀ ਕਹਿੰਦੀ ਹੈ ਆਮੀਨ। ਸੰਪਾਦਕ ਉਸਨੇ ਕਮਜ਼ੋਰੀ ਮਹਿਸੂਸ ਹੋਣ ਦੇ ਵਿਸ਼ੇ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ ਸੀ ਅਤੇ ਸਾਮਰਥ ਉਸ ਵਿੱਚੋਂ ਨਿਕਲੀ ਸੀ, ਕਿਉਂਕਿ ਪਰਮੇਸ਼ਰ ਆਪਣੇ ਵਰਦਾਨ ਦਾ ਇਸਤੇਮਾਲ ਕਰ ਰਿਹਾ ਸੀ। ਦੇਖਿਆ, ਇਹ ਹੈ ਉਸ ਪ੍ਰਕਾਰ ਦਾ ਦਰਸ਼ਨ। ਇਹ ਹੈ ਉਸ ਪ੍ਰਕਾਰ ਦਾ ਦਰਸ਼ਨ। ਪਰ ਜਦੋਂ ਲੋਕ ਪਰਮੇਸ਼ਰ ਦੇ ਵਰਦਾਨ ਦਾ ਇਸਤੇਮਾਲ ਕਰਦੇ ਹਨ ਅਤੇ ਜੋ ਮੈਨੂੰ ਮੰਚ ਉੱਤੇ ਕਮਜ਼ੋਰ ਕਰ ਦਿੰਦਾ ਹੈ, ਇਹ ਤੁਸੀਂ ਆਪ ਹੁੰਦੇ ਹੋ। ਇਹ ਹੈ ਜੋ ਉਸ ਨੂੰ ਕਰ ਰਿਹਾ ਹੁੰਦਾ ਹੈ। ਤੁਸੀਂ ਖੁਦ ਹੀ ਕੰਮ ਕਰ ਰਹੇ ਹੁੰਦੇ ਹੋ, ਇਸ ਨੂੰ ਇਸਤੇਮਾਲ ਕਰ ਰਹੇ ਹੁੰਦੇ ਹੋ। ਇਹੋ ਹੀ ਕਾਰਨ ਹੈ ਕਿ ਇਹ ਮੁਸ਼ਕਿਲ ਸਮਾਂ ਹੁੰਦਾ ਹੈ। ਇਹ ਜਾਂ ਤਾਂ ਤੁਸੀਂ ਪਰਮੇਸ਼ਰ ਦੇ ਵਰਦਾਨ ਦਾ ਇਸਤੇਮਾਲ ਕਰ ਰਹੇ ਹੁੰਦੇ ਹੋ, ਜਾਂ ਪਰਮੇਸ਼ਰ ਆਪਣੇ ਵਰਦਾਨ ਦਾ ਇਸਤੇਮਾਲ ਕਰ ਰਿਹਾ ਹੁੰਦਾ ਹੈ। ਹੁਣ ਤੁਲਨਾ ਵਿੱਚ ਮੈਂ ਕਹਿੰਦਾ ਹਾਂ, ਜੇਕਰ ਤੁਸੀਂ ਮੇਰੇ ਕੋਲੋਂ ਪੁੱਛੋ ਉੱਥੇ ਅੰਦਰ ਕੀ ਹੈ, ਅੱਛਾ ਉਹ ਇੱਕ ਜਿਰਾਫ ਹੈ। ਉਸ ਦੇ ਇਲਾਵਾ ਤੁਸੀਂ ਕੀ ਵੇਖਿਆ ਹੈ? ਕੀ ਹੈ? ਇਹ ਥਕਾਉਂਦਾ ਹੈ, ਸਮਝੇ? ਹੁਣ ਕੁਝ ਹੋਰ ਹੁੰਦਾ ਹੈ ਜਿਸ ਨੂੰ ਤੁਸੀਂ ਵੇਖਦੇ ਹੋ। ਪਰ ਹੁਣ ਜਦੋਂ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਜਾਣ ਲਵੋ ਕਿ ਕੀ ਹੋਣ ਵਾਲਾ ਹੈ, ਉਹ ਬਸ ਤੁਹਾਨੂੰ ਉੱਪਰ ਚੁੱਕ ਲੈਂਦਾ ਹੈ ਅਤੇ ਤੁਹਾਨੂੰ ਸਭ ਤੋਂ ਉੱਪਰ ਉਠਾ ਦਿੰਦਾ ਹੈ ਅਤੇ ਕਹਿੰਦਾ ਹੈ, ਇਹ ਹੈ ਪੂਰੀ ਸਰਕਸ। ਵੇਖਿਆ, ਇਹ ਹੈ ਪੂਰੀ ਤਸਵੀਰ। ਤੂੰ ਇਹ ਕਰਨ ਜਾ ਰਿਹਾ ਹੈ ਅਤੇ ਇਹ ਕਰੇਗਾ ਅਤੇ ਇਹ ਕਰੇਗਾ, ਅਤੇ ਉਹ ਤੁਹਾਨੂੰ ਵਾਪਸ ਹੇਠਾਂ ਲੈ ਆਉਂਦਾ ਹੈ। ਉਸਨੇ ਆਪਣੀਆਂ ਸਦੀਪਕ ਬਾਹਾਂ ਅਤੇ ਖੰਭਾਂ ਨਾਲ ਤੁਹਾਨੂੰ ਉਤਾਹਾਂ ਚੁੱਕਿਆ ਸੀ ਅਤੇ ਇਸ ਜਗਤ ਵਿੱਚ ਕੁਝ ਵੀ ਨਹੀਂ। ਤੁਸੀਂ ਵਾਪਸ ਹੇਠਾਂ ਆ ਜਾਂਦੇ ਹੋ। ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਜਿੱਤ ਦੇ ਨਾਅਰੇ ਮਾਰੋ, ਪਰ ਉਹ ਇਹੀ ਹੁੰਦਾ ਹੈ। ਹੁਣ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ਜੋ ਦਰਸ਼ਨ ਵੇਖਦਾ ਹੈ ਉਹ ਤਾਂ ਅਲੌਕਿਕ ਦੈਵੀ ਹੋਣਾ ਚਾਹੀਦਾ ਹੈ। ਨਹੀਂ ਸ਼੍ਰੀਮਾਨ ਜੀ, ਕਿਸੇ ਵੀ ਤਰ੍ਹਾਂ ਇੰਜ ਨਹੀਂ ਹੈ। ਨਹੀਂ ਸ਼੍ਰੀਮਾਨ, ਪਰਮੇਸ਼ਵਰ ਤੋਂ ਇਲਾਵਾ ਕੋਈ ਵੀ ਅਲੌਕਿਕ ਨਹੀਂ ਹੈ। ਬਸ ਇਹੋ ਹੀ ਹੈ ਅਤੇ ਕੋਈ ਵੀ ਨਹੀਂ ਹੈ। ਸਾਡੇ ਵਿੱਚੋਂ ਕੋਈ ਵੀ ਭਿੰਨ ਨਹੀਂ ਹੈ। ਅਸੀਂ ਸਭ ਪਾਪੀ ਹਾਂ, ਕਿਰਪਾ ਰਾਹੀਂ ਬਚਾਏ ਗਏ ਹਾਂ, ਅਤੇ ਕੋਈ ਦੂਸਰੇ ਨਾਲੋਂ ਉੱਚਾ ਨਹੀਂ ਹੈ। ਬਸ ਕਿਸੇ ਨੂੰ ਕੁਝ ਵਿਸ਼ੇਸ਼ ਦਿੱਤਾ ਗਿਆ ਹੈ ਅਤੇ ਉਸ ਨੂੰ ਜਵਾਬ ਦੇਣਾ ਪਵੇਗਾ ਕਿ ਉਸਨੇ ਉਸ ਤੋੜੇ ਦਾ ਜੋ ਉਸ ਨੂੰ ਦਿੱਤਾ ਗਿਆ ਸੀ ਕੀ ਕੀਤਾ। ਇਹ ਠੀਕ ਹੈ, ਹਰੇਕ ਵਿਅਕਤੀ ਨੂੰ ਉਸ ਦੇ ਲਈ ਜਵਾਬ ਦੇਣਾ ਪਵੇਗਾ। ਹੁਣ ਮੈਂ ਤੁਹਾਨੂੰ ਇੱਕ ਦਰਸ਼ਨ ਦੱਸਦਾ ਹਾਂ ਜੋ ਥੋੜੀ ਦੇਰ ਪਹਿਲਾਂ ਹੀ ਵਾਪਰਿਆ ਹੈ, ਅਤੇ ਇਸ ਲਈ ਉਹ ਭਾਈ ਜੋਸਫ ਨੇ ਮੈਨੂੰ ਅਜਿਹਾ ਕਰਨ ਲਈ ਕਿਹਾ ਸੀ ਤਾਂ ਕਿ ਉਹ ਲੋਕ ਜੋ ਇੱਥੇ ਭਵਨ ਵਿੱਚ ਹਨ, ਜਿਨ੍ਹਾਂ ਨੂੰ ਕਿ ਇਸ ਮੈਗਜ਼ੀਨ ਦਾ ਅੰਕ ਨਹੀਂ ਮਿਲ ਸਕਿਆ ਹੈ, ਉਹ ਵੀ ਸਮਝ ਸਕਣ। ਮੈਂ ਬਣਾਇਆ ਜਦੋਂ ਮੈਂ ਪਹਿਲੀ ਵਾਰ ਪ੍ਰਭੂ ਦਾ ਸੇਵਕ ਬਣਿਆ ਸੀ ਕਿ ਉਸ ਦੇ ਬਿਮਾਰ ਬੱਚਿਆਂ ਲਈ ਪ੍ਰਾਰਥਨਾ ਕਰਾਂ। ਤੁਸੀਂ ਤਾਂ ਕਹਾਣੀ ਜਾਣਦੇ ਹੋ ਕਿਸ ਪ੍ਰਕਾਰ ਉਸਨੇ ਮੈਨੂੰ ਦੱਸਿਆ ਸੀ ਕਿ ਮੈਂ ਬਿਮਾਰ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਹੀ ਪੈਦਾ ਹੋਇਆ ਹਾਂ। ਹੁਣ ਤੁਸੀਂ ਕਹਿੰਦੇ ਹੋ, ਮੈਂ ਇਸ ਨੂੰ ਕਈ ਲੋਕਾਂ ਕੋਲੋਂ ਕਈ ਵਾਰ ਸੁਣ ਚੁੱਕਿਆ ਹਾਂ। ਇਹ ਬਿਲਕੁਲ ਠੀਕ ਗੱਲ ਹੈ। ਵੇਖਿਆ, ਤਾਂ ਕਿ ਉਹ ਮੈਂ ਕਿਸੇ ਹੋਰ ਲਈ ਜਵਾਬ ਨਹੀਂ ਦੇ ਸਕਦਾ ਹਾਂ। ਮੈਂ ਤਾਂ ਸਿਰਫ ਆਪਣੇ ਲਈ ਹੀ ਜਵਾਬ ਦੇਣਾ ਹੈ ਅਤੇ ਤੁਸੀਂ ਆਪਣੇ ਲਈ। ਹੁਣ ਇਹ ਸੱਚਾਈ ਹੈ। ਅਤੇ ਤਦ ਜਦੋਂ ਉਸਨੇ ਮੈਨੂੰ ਇਹ ਦੱਸਿਆ, ਮੈਨੂੰ ਪਤਾ ਸੀ ਕਿ ਉੱਥੇ ਇਸ ਸੇਵਕਾਈ ਵਿੱਚ ਹੈ।
ਬਹੁਤ ਸਾਰੀਆਂ ਚੀਜ਼ਾਂ ਉੱਤੇ ਧਿਆਨ ਦੇਣਾ ਹੋਵੇਗਾ। ਇੱਕ ਚੀਜ਼ ਪੈਸਾ ਹੈ। ਅੱਛਾ, ਮੈਂ ਪਰਮੇਸ਼ਰ ਨਾਲ ਵਾਅਦਾ ਕੀਤਾ ਸੀ ਕਿ ਮੈਂ ਲੋਕਾਂ ਦਾ ਪੈਸਾ ਨਹੀਂ ਲਵਾਂਗਾ ਅਤੇ ਮੈਂ ਉਸ ਤੋਂ ਮੰਗਿਆ। ਮੈਨੂੰ ਲੋਕਾਂ ਦਾ ਪੈਸਾ ਨਹੀਂ ਚਾਹੀਦਾ ਸੀ, ਪਰ ਮੈਂ ਜਾਣਦਾ ਸੀ ਕਿ ਇਸ ਵਿੱਚ ਮੈਨੂੰ ਬਹੁਤ ਸਾਰਾ ਪੈਸਾ ਦਿੱਤਾ ਜਾਵੇਗਾ ਅਤੇ ਮੈਨੂੰ ਇਸ ਦਾ ਇਨਕਾਰ ਕਰਨਾ ਪਵੇਗਾ। ਇਸ ਲਈ ਮੈਂ ਉਸ ਨੂੰ ਕਿਹਾ, ਜਦੋਂ ਤੱਕ ਉਹ ਮੇਰੇ ਰਾਹਾਂ ਨੂੰ ਸਫਲ ਕਰੇਗਾ ਕਿ ਮੈਨੂੰ ਪੈਸੇ ਨਾ ਮੰਗਣੇ ਪੈਣ, ਮੈਂ ਤਦ ਤੱਕ ਪ੍ਰਚਾਰ ਖੇਤਰ ਵਿੱਚ ਬਣਿਆ ਰਹਾਂਗਾ, ਜਦੋਂ ਤੱਕ ਉਹ ਮੈਨੂੰ ਸਫਲਤਾ ਦਿੰਦਾ ਰਹੇਗਾ। ਪਰ ਜਦ ਅਜਿਹਾ ਹੋ ਜਾਵੇ ਕਿ ਉਹ ਮੈਨੂੰ ਅਸਫਲ ਕਰੇ ਕਿ ਮੈਨੂੰ ਪੈਸੇ ਮੰਗਣੇ ਪੈਣ ਜਾਂ ਘੰਟੇ ਲੱਗ ਜਾਣ ਜਾਂ ਦਾਨ ਇਕੱਠਾ ਕਰਨ ਲਈ ਉਹ ਜੋ ਕੁਝ ਵੀ ਕਰਨ, ਜਿਵੇਂ ਕਿ ਮੈਂ ਕਈ ਵਾਰ ਆਪਣੇ ਹੀ ਜਥੇਬੰਦੀ ਵਾਲੇ ਗਿਰਜੇ ਵਿੱਚ ਵੇਖਿਆ ਸੀ ਜਿਸ ਨਾਲ ਮੈਂ ਪਹਿਲਾਂ ਸੰਬੰਧ ਰੱਖਦਾ ਸੀ, ਤਦ ਮੈਂ ਕਿਹਾ ਮੈਂ ਪ੍ਰਚਾਰ ਖੇਤਰ ਛੱਡ ਕੇ ਬਾਹਰ ਨਿਕਲ ਜਾਵਾਂਗਾ। ਉਹ ਮੈਨੂੰ ਤਕਰੀਬਨ 9 ਸਾਲਾਂ ਤੱਕ ਬਰਕਤ ਦਿੰਦਾ ਰਿਹਾ, ਪਰ ਕੈਲੀਫੋਰਨੀਆ ਵਿੱਚ ਇਸ ਤਰ੍ਹਾਂ ਲੱਗਿਆ ਕਿ ਮੇਰੀ ਸੇਵਕਾਈ ਮੱਧਮ ਹੋਣੀ ਸ਼ੁਰੂ ਹੋ ਗਈ। ਕਿਸ ਤਰ੍ਹਾਂ ਚਿੱਠੀਆਂ ਆਉਣੀਆਂ ਘੱਟ ਗਈਆਂ ਸਨ। ਅਜਿਹਾ ਲੱਗਦਾ ਸੀ ਕਿ ਜਿਵੇਂ ਲੋਕ ਦਿਲਚਸਪੀ ਨਹੀਂ ਲੈ ਰਹੇ ਸਨ। ਅੱਛਾ, ਮੈਂ ਸੋਚਿਆ, ਹੇ ਪਰਮੇਸ਼ਰ, ਇਹ ਸਭ ਕੁਝ ਤੇਰੇ ਹੱਥ ਵਿੱਚ ਹੈ। ਜਿੱਥੇ ਮੈਨੂੰ ਹਰ ਦਿਨ ਹਜ਼ਾਰਾਂ ਚਿੱਠੀਆਂ ਆਉਂਦੀਆਂ ਸਨ ਜਾਂ ਇਸੇ ਤਰ੍ਹਾਂ ਕੁਝ ਘਟ ਗਈਆਂ ਸਨ, ਉਹ ਘਟ ਕੇ 600 ਤੇ ਆ ਗਈਆਂ ਸਨ, ਫਿਰ 500 ਅਤੇ ਉਸ ਤੋਂ ਬਾਅਦ 400, 300, 100 ਤੋਂ 75 ਦੇ ਲਗਭਗ ਇਸ ਤਰ੍ਹਾਂ ਘਟ ਗਈਆਂ ਸਨ। ਸ਼ਾਇਦ ਇੱਕ ਦਿਨ ਵਿੱਚ 75 ਚਿੱਠੀਆਂ। ਚੰਗਾ, ਮੈਂ ਸੋਚਿਆ, ਅੱਛਾ, ਪਤਾ ਨਹੀਂ ਕੀ ਹੋ ਗਿਆ ਹੈ। ਮੈਂ ਨਹੀਂ ਜਾਣਦਾ ਕਿ ਕਿਤੇ ਮੈਂ ਹੀ ਤਾਂ ਕੁਝ ਨਹੀਂ ਕਰ ਦਿੱਤਾ ਹੈ। ਜੇਕਰ ਮੈਂ ਕੀਤਾ ਹੈ ਲੋਕਾਂ ਲਈ, ਕਿਉਂ ਮੈਨੂੰ ਅਫਸੋਸ ਹੈ। ਇਸ ਤਰ੍ਹਾਂ ਹੀ ਮੈਂ ਸੋਚਿਆ, ਅੱਛਾ, ਮੈਨੂੰ ਨਹੀਂ ਮਿਲਿਆ ਹੈ। ਮੈਂ ਚੀਜ਼ਾਂ ਵੇਚਦਾ ਨਹੀਂ ਹਾਂ ਅਤੇ ਸਿਰਫ ਇੱਕੋ ਹੀ ਗੱਲ ਜਿਸ ਦੇ ਬਾਰੇ ਲੋਕ ਮੈਨੂੰ ਲਿਖਦੇ ਹਨ, ਉਹ ਬਸ ਪ੍ਰਾਰਥਨਾ ਕੀਤੇ ਹੋਏ ਕੱਪੜਿਆਂ ਨੂੰ ਪ੍ਰਾਪਤ ਕਰਨ ਲਈ, ਅਤੇ ਅਸੀਂ ਉਹ ਵੇਚਦੇ ਨਹੀਂ ਹਾਂ, ਬਸ ਅਸੀਂ ਉਹ ਉਹਨਾਂ ਨੂੰ ਦੇ ਦਿੰਦੇ ਹਾਂ। ਇਸ ਲਈ ਅੱਛਾ ਪ੍ਰਭੂ, ਹੋ ਸਕਦਾ ਹੈ ਕਿ ਤੂੰ ਹਾਲਾਤਾਂ ਨੂੰ ਬਦਲਣ ਜਾ ਰਿਹਾ ਹੈ। ਮੈਂ ਕੈਲੀਫੋਰਨੀਆ ਗਿਆ ਸੀ, ਲਗਭਗ $15,000 ਕਰਜ਼ਾ ਲੈ ਕੇ ਇੱਕ ਸਭਾ ਵਿੱਚ ਗਿਆ ਸੀ, ਅਤੇ ਉਸ ਰਾਤ ਜਦੋਂ ਮੈਂ ਉੱਥੋਂ ਤੁਰਿਆ, ਮੈਂ ਬਿਲੀ ਨੂੰ ਕਿਹਾ ਕਿ ਮੈਨੂੰ ਦੱਸੇ, ਅਤੇ ਉਹ ਪਿਆਰੇ ਲੋਕ ਜੋ ਇਹਨਾਂ ਸਭਾਵਾਂ ਦੇ ਸਰਪ੍ਰਸਤ ਸਨ, ਉਹਨਾਂ ਨੇ ਉਸ ਦੀ ਜ਼ਿੰਮੇਵਾਰੀ ਲੈ ਲਈ ਸੀ ਅਤੇ ਉਹ ਬਹੁਤ ਹੀ ਵਧੀਆ ਸਨ। ਪਰ ਵਾਅਦਾ ਇਹ ਨਹੀਂ ਸੀ। ਮੈਂ ਖੁਦਾ ਨਾਲ ਵਾਅਦਾ ਕੀਤਾ ਸੀ ਕਿ ਮੈਂ ਕੀ ਕਰਾਂਗਾ, ਅਤੇ ਜਦੋਂ ਇੱਕ ਪਿਆਰਾ ਭਾਈ ਉਸ ਰਾਤ ਮੈਨੂੰ ਆਪਣੇ ਘਰ ਲੈ ਗਿਆ, ਬਾਹਰ ਉਸ ਕੈਬਿਨ ਵਿੱਚ ਜਿੱਥੇ ਮੈਂ ਠਹਿਰਿਆ ਹੋਇਆ ਸੀ, ਲਗਭਗ ਸਵੇਰ ਦੇ 2 ਵਜੇ ਮੈਂ ਇਕੱਲਾ ਹੀ ਬਾਹਰ ਪਹਾੜ 'ਤੇ ਚਲਾ ਗਿਆ ਅਤੇ ਅਸੀਂ ਤਕਰੀਬਨ 4:30 ਵਜੇ ਨਿਕਲਣਾ ਸੀ, ਅਤੇ ਮੈਂ ਪ੍ਰਾਰਥਨਾ ਕਰਦਾ ਰਿਹਾ ਅਤੇ ਚੰਦਰਮਾ ਤੇਜ਼ ਚਮਕ ਰਿਹਾ ਸੀ। ਮੈਂ ਬਸ ਉਸ ਨੂੰ ਵੇਖ ਸਕਦਾ ਸਾਂ। ਇਹ ਪਿਛਲੀ ਸਰਦੀ ਰੁੱਤ ਸੀ। ਮੈਂ ਕਿਹਾ, ਸਵਰਗੀ ਪਿਤਾ, ਹੁਣ ਮੈਂ ਪ੍ਰਚਾਰ ਖੇਤਰ ਛੱਡਦਾ ਹਾਂ। ਮੈਂ ਘਰ ਜਾ ਰਿਹਾ ਹਾਂ ਅਤੇ ਜੋ ਵੀ ਤੂੰ ਚਾਹੁੰਦਾ ਹੈ ਕਿ ਮੈਂ ਅੱਗੇ ਕਰਾਂ, ਤੂੰ ਬਸ ਮੇਰੇ ਉੱਤੇ ਪ੍ਰਗਟ ਕਰ ਦੇ। ਅਤੇ ਇਸ ਲਈ ਮੈਂ ਬਿਲੀ ਅਤੇ ਉਹਨਾਂ ਨੂੰ ਨਹੀਂ ਦੱਸ ਸਕਿਆ, ਅਤੇ ਮੈਂ ਉਹਨਾਂ ਨੂੰ ਦੱਸਣਾ ਨਹੀਂ ਚਾਹੁੰਦਾ ਸੀ, ਆਪਣੀ ਪਤਨੀ ਨੂੰ ਦੱਸਣਾ ਨਹੀਂ ਚਾਹੁੰਦਾ ਸੀ। ਪਰ ਮੈਂ ਕਿਹਾ, ਮੈਂ ਉਹਨਾਂ ਨੂੰ ਤਦ ਦੱਸਾਂਗਾ ਜਦੋਂ ਮੈਂ ਅਰੀਜ਼ੋਨਾ ਪਹੁੰਚ ਜਾਵਾਂਗਾ। ਅੱਛਾ, ਫਿਰ ਮੈਂ ਕਿਹਾ, ਮੈਂ ਪੁਰਾਣੇ ਵੱਡੇ ਰਾਜ ਟੈਕਸਾਸ ਤੱਕ ਪਹੁੰਚਣ ਦੀ ਉਡੀਕ ਕਰਾਂਗਾ ਜਿੱਥੋਂ ਮੇਰੀ ਮਾਂ ਆਈ ਸੀ। ਮੈਂ ਕਿਹਾ, ਮੈਂ ਉਹਨਾਂ ਨੂੰ ਉੱਥੇ ਦੱਸ ਦੇਵਾਂਗਾ, ਅਤੇ ਤਦ ਮੈਂ ਉੱਥੇ ਪਹੁੰਚ ਗਿਆ। ਜਦੋਂ ਮੈਂ ਜੈਫਰਸਨਵਿਲੇ ਇੰਡੀਆਨਾ ਪਹੁੰਚ ਗਿਆ ਤਾਂ ਉਹਨਾਂ ਨੂੰ ਦੱਸ ਦਿੱਤਾ। ਅੱਛਾ ਬਿਲੀ, ਉਸਨੇ ਕਿਹਾ, ਡੈਡੀ, ਚੰਗਾ ਹੋਵੇਗਾ ਕਿ ਤੁਸੀਂ ਚੌਕਸ ਹੋ ਜਾਵੋ ਕਿ ਤੁਸੀਂ ਕੀ ਕਰ ਰਹੇ ਹੋ। ਕਿਹਾ ਕਿ ਬਾਈਬਲ ਨਹੀਂ ਕਹਿੰਦੀ ਹੈ, ਹਾਏ ਮੇਰੇ ਉੱਤੇ ਜੇ ਮੈਂ ਖੁਸ਼ਖਬਰੀ ਦਾ ਪ੍ਰਚਾਰ ਨਾ ਕਰਾਂ। ਮੈਂ ਕਿਹਾ, ਮੈਂ ਖੁਸ਼ਖਬਰੀ ਦਾ ਪ੍ਰਚਾਰ ਕਰਨ ਦੇ ਬਾਰੇ ਸਮਝਦਾ ਹਾਂ, ਮੇਰਾ ਮਤਲਬ ਹੈ ਪ੍ਰਚਾਰ ਦੀ ਸੇਵਕਾਈ। ਮੈਂ ਕਿਹਾ, ਵੇਖ ਬਿਲੀ, ਮੈਂ ਕਿਹਾ, ਪਰਮੇਸ਼ਰ ਕੋਲ ਪ੍ਰਚਾਰ ਖੇਤਰ ਵਿੱਚ ਲੋਕ ਹਨ, ਉਸ ਨੂੰ ਉੱਥੇ ਬਾਹਰ ਮੇਰੀ ਜ਼ਰੂਰਤ ਨਹੀਂ ਹੈ। ਮੈਂ ਵਾਪਸ ਜਾ ਸਕਦਾ ਹਾਂ ਅਤੇ ਆਪਣੀ ਨੌਕਰੀ ਫੇਰ ਪ੍ਰਾਪਤ ਕਰ ਸਕਦਾ ਹਾਂ ਅਤੇ ਪਾਸਟਰ ਦੀ ਸੇਵਾ ਵਿੱਚ ਜਾ ਸਕਦਾ ਹਾਂ ਅਤੇ ਪਾਸਟਰ ਬਣ ਕੇ
ਟੈਬਰਨੈਕਲ ਦੀ ਅਗਵਾਈ ਆਦਿ ਕਰ ਸਕਦਾ ਹਾਂ। ਮੈਂ ਉੱਥੇ ਹੇਠਾਂ ਜਾ ਸਕਦਾ ਹਾਂ ਅਤੇ ਉਸ ਪੁਰਾਣੇ ਥੀਏਟਰ ਨੂੰ ਕਿਰਾਏ 'ਤੇ ਲੈ ਸਕਦਾ ਹਾਂ। ਐਤਵਾਰ ਨੂੰ ਦੁਪਹਿਰੇ ਅੰਤਰਰਾਸ਼ਟਰੀ ਸਭਾ ਕਰ ਸਕਦਾ ਹਾਂ ਅਤੇ ਇੱਕ ਪ੍ਰਸਾਰਣ ਕਰ ਸਕਦਾ ਹਾਂ ਜਾਂ ਕੁਝ ਅਜਿਹਾ ਹੀ। ਮੈਂ ਕਿਹਾ, ਮੈਂ ਇੱਕਦਮ ਹੁਣੇ ਹੀ ਰੁਕ ਤਾਂ ਨਹੀਂ ਸਕਦਾ, ਕਿਉਂਕਿ ਮੇਰੇ ਘਰ ਦਾ ਖਰਚਾ ਹੀ ਤਕਰੀਬਨ $100 ਪ੍ਰਤੀ ਦਿਨ ਦਾ ਹੈ। ਇਸ ਲਈ ਮੈਂ ਆਪਣੇ ਦਫ਼ਤਰ ਅਤੇ ਬਾਕੀ ਚੀਜ਼ਾਂ ਦੇ ਨਾਲ ਗੁਜ਼ਾਰਾ ਨਹੀਂ ਕਰ ਸਕਦਾ ਹਾਂ। ਮੈਂ ਕਿਹਾ, ਮੈਂ ਬਸ ਠੀਕ ਹੁਣੇ ਹੀ ਬੰਦ ਨਹੀਂ ਕਰ ਸਕਦਾ, ਕਿਉਂਕਿ ਮੈਂ ਨਹੀਂ ਕਰ ਸਕਦਾ ਹਾਂ। ਅਤੇ ਇਸ ਲਈ ਮੇਰੀ ਪਤਨੀ ਨੇ ਕਿਹਾ, ਬਿਲੀ, ਮੈਨੂੰ ਆਸ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਕਾਹਦੇ ਬਾਰੇ ਗੱਲ ਕਰ ਰਹੇ ਹੋ। ਮੈਂ ਕਿਹਾ, ਚੰਗਾ, ਹੁਣ ਮੈਂ ਇਹ ਗੱਲ ਜਾਣਦਾ ਹਾਂ। ਜਦੋਂ ਮੈਂ ਇੱਕ ਵਾਰੀ ਇੱਥੇ ਇੱਕ ਕਨਵੈਨਸ਼ਨ ਵਿੱਚ ਆਇਆ ਸੀ, ਇੱਕ ਕਨਵੈਨਸ਼ਨ ਲਈ, ਅਤੇ ਤੁਸੀਂ ਕਹਾਣੀ ਜਾਣਦੇ ਹੀ ਹੋ, ਕਿਉਂਕਿ ਮੈਂ ਇੱਥੇ ਆਪਣੇ ਇਸ ਪਿਆਰੇ ਛੋਟੇ ਸਵੀਡਨ ਦੇ ਮਿੱਤਰ ਨਾਲ ਵਾਅਦਾ ਕੀਤਾ ਸੀ, ਭਾਈ ਬੋਝ, ਕਿ ਮੈਂ ਆਵਾਂਗਾ ਅਤੇ ਉਸ ਕਨਵੈਨਸ਼ਨ ਦੇ ਸਮਾਪਤ ਹੋਣ ਤੋਂ ਬਾਅਦ ਉਹਨਾਂ ਲਈ 2 ਦਿਨ ਫਿਲਦਲਫੀਆ ਚਰਚ ਵਿੱਚ ਪ੍ਰਚਾਰ ਕਰਾਂਗਾ। ਮੈਨੂੰ ਦੱਸਿਆ ਗਿਆ ਸੀ ਕਿ ਜੇਕਰ ਮੈਂ ਅਜਿਹਾ ਕੀਤਾ, ਮੈਂ ਇੱਕ ਬੁਲਾਰਾ ਨਹੀਂ ਹੋ ਸਕਦਾ, ਮੈਂ ਆਪਣੀ ਚੋਣ ਕਰ ਸਕਦਾ ਸੀ। ਮੈਂ ਕਿਹਾ, ਮੈਂ ਆਪਣੇ ਵਚਨ 'ਤੇ ਬਣਿਆ ਰਹਾਂਗਾ। ਅਤੇ ਮੈਂ ਭਾਈ ਜੋਸਫ ਕੋਲ ਗਿਆ। ਬਿਲਕੁਲ ਠੀਕ, ਕਿਉਂਕਿ ਮੈਂ ਇਸ ਨੂੰ ਫੇਰ ਕਰਾਂਗਾ। ਇੱਕ ਵਿਅਕਤੀ ਜਿਹੜਾ ਆਪਣੇ ਸ਼ਬਦਾਂ 'ਤੇ ਬਣਿਆ ਨਹੀਂ ਰਹਿੰਦਾ ਹੈ, ਉਹ ਕੁਝ ਜ਼ਿਆਦਾ ਵਧੀਆ ਨਹੀਂ ਹੁੰਦਾ। ਇਸੇ ਤਰ੍ਹਾਂ ਮੈਂ ਪਰਮੇਸ਼ਰ ਨੂੰ ਸਮਝਦਾ ਹਾਂ। ਉਸ ਨੇ ਵਚਨ ਦਿੱਤਾ ਅਤੇ ਮੈਂ ਉਸ ਦੇ ਹਰੇਕ ਵਚਨ ਉੱਤੇ ਵਿਸ਼ਵਾਸ ਕਰਦਾ ਹਾਂ, ਅਤੇ ਜੇਕਰ ਉਹ ਉਸ ਉੱਤੇ ਕਾਇਮ ਨਾ ਰਹੇ ਤਾਂ ਫਿਰ ਮੇਰੇ ਲਈ ਉਹ ਪਰਮੇਸ਼ਰ ਨਹੀਂ। ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸ ਨੇ ਆਪਣੇ ਵਚਨ ਨੂੰ ਪੂਰਾ ਕਰਨਾ ਹੀ ਹੁੰਦਾ ਹੈ ਅਤੇ ਉਹ ਉਸ ਨੂੰ ਕਰੇਗਾ, ਅਤੇ ਮੈਂ ਜਾਣਦਾ ਹਾਂ ਕਿ ਉਹ ਅਜਿਹਾ ਹੀ ਕਰੇਗਾ। ਹੁਣ ਫਿਰ ਮੈਂ ਉਸ ਰਾਤ ਜਦੋਂ ਅਸੀਂ ਘਰ ਪਹੁੰਚ ਗਏ, ਮੈਂ ਬਿਸਤਰੇ 'ਤੇ ਗਿਆ। ਮੇਰੀ ਪਤਨੀ ਰੋ ਰਹੀ ਸੀ। ਉਸਨੇ ਕਿਹਾ, ਬਿਲੀ, ਮੈਂ ਡਰ ਰਹੀ ਹਾਂ ਕਿ ਤੁਸੀਂ ਗਲਤੀ ਕਰ ਰਹੇ ਹੋ। ਕਿਆ ਤੁਸੀਂ ਜਾਣਦੇ ਹੋ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਬੱਚਿਆਂ ਨਾਲ ਅਤੇ ਮੇਰੇ ਨਾਲ ਘਰ ਵਿੱਚ ਰਹੋ, ਪਰੰਤੂ ਕਿਆ ਬਿਲ, ਵੇਖੋ ਇਸਨੇ ਕੀ ਕੀਤਾ। ਇਸਨੇ ਦੁਨੀਆ ਭਰ ਵਿੱਚ ਬੇਦਾਰੀ ਸ਼ੁਰੂ ਕਰ ਦਿੱਤੀ ਹੈ, ਅਤੇ ਮੈਂ ਨਹੀਂ ਸਮਝ ਸਕਦੀ ਕਿ ਪਰਮੇਸ਼ਰ ਤੁਹਾਨੂੰ ਪ੍ਰਚਾਰ ਖੇਤਰ ਤੋਂ ਹਟਾ ਕੇ ਕਿੱਥੇ ਲੈ ਜਾਵੇਗਾ। ਅਤੇ ਮੈਂ ਕਿਹਾ, ਅੱਛਾ, ਮੈਂ ਉਸ ਦੇ ਨਾਲ ਵਾਅਦਾ ਕੀਤਾ ਸੀ। ਉਸਨੇ ਕਿਹਾ, ਪਰ ਉਸਨੇ ਤੁਹਾਨੂੰ ਕਦੀ ਵੀ ਨਹੀਂ ਕਿਹਾ ਸੀ। ਮੈਂ ਕਿਹਾ, ਪਰ ਮੈਂ ਉਸ ਨਾਲ ਵਾਅਦਾ ਕੀਤਾ ਸੀ। ਵੇਖਿਆ, ਇਹੀ ਗੱਲ ਹੈ, ਮੈਂ ਉਸ ਨਾਲ ਵਾਅਦਾ ਕੀਤਾ ਸੀ। ਮੈਂ ਤਾਂ ਆਪਣੇ ਉਸ ਵਚਨ 'ਤੇ ਟਿਕਿਆ ਰਹਾਂਗਾ। ਜੇਕਰ ਮੈਂ ਆਪਣੇ ਭਾਈ ਲਈ ਉਸ ਉੱਤੇ ਕਾਇਮ ਰਹਿੰਦਾ ਹਾਂ ਤਾਂ ਮੈਂ ਨਿਸ਼ਚਿਤ ਹੀ ਆਪਣੇ ਮੁਕਤੀਦਾਤੇ ਲਈ ਵੀ ਰਹਾਂਗਾ। ਸੋ ਮੈਂ ਅੰਦਰ ਗਿਆ ਅਤੇ ਸਾਰੀ ਰਾਤ ਬੜੀ ਹੀ ਚੰਗੀ ਤਰ੍ਹਾਂ ਸੁੱਤਾ। ਅਗਲੀ ਸਵੇਰ ਲਗਭਗ 6 ਵਜੇ ਅਸੀਂ ਉੱਠ ਗਏ ਅਤੇ ਮੈਂ ਬਿਸਤਰੇ ਉੱਤੋਂ ਉੱਠ ਹੀ ਰਿਹਾ ਸੀ। ਮੇਰੀ ਪਤਨੀ ਦੂਸਰੇ ਪਾਸੇ ਸੀ। ਮੈਂ ਆਪਣੇ ਚਿਹਰੇ ਨੂੰ ਇਸ ਤਰ੍ਹਾਂ ਰਗੜਨ ਲੱਗਾ। ਮੈਂ ਕਿਹਾ, ਅੱਛਾ, ਮੈਂ ਅੱਜ ਜਨ ਸੇਵਾ ਸੰਸਥਾ ਨੂੰ ਫੋਨ ਕਰਾਂਗਾ ਅਤੇ ਪੁੱਛਾਂਗਾ ਕਿ ਕੀ ਮੈਨੂੰ ਮੇਰੀ ਪੁਰਾਣੀ ਨੌਕਰੀ ਫਿਰ ਵਾਪਸ ਮਿਲ ਸਕਦੀ ਹੈ। ਅਤੇ ਮੈਂ ਕਿਹਾ, ਜੇਕਰ ਉਹ ਮੈਨੂੰ ਮੇਰੀ ਪੁਰਾਣੀ ਨੌਕਰੀ ਨਾ ਦੇਣ, ਸ਼੍ਰੀਮਾਨ ਵੁਡਸ ਇੱਕ ਠੇਕੇਦਾਰ ਹਨ ਅਤੇ ਮੈਂ ਉਸ ਦੇ ਨਾਲ ਚਲਾ ਜਾਵਾਂਗਾ। ਉਹ ਅਤੇ ਮੈਂ ਬਾਹਰ ਜਾਵਾਂਗੇ ਅਤੇ ਕੁਝ ਇਮਾਰਤਾਂ ਨੂੰ ਢਾਵਾਂਗੇ ਜਾਂ ਕੁਝ ਹੋਰ। ਅਤੇ ਮੈਂ ਕੰਮ 'ਤੇ ਗਿਆ, ਕਿਉਂਕਿ ਮੈਨੂੰ ਤਾਂ ਕੰਮ 'ਤੇ ਜਾਣਾ ਹੀ ਪੈਣਾ ਸੀ, ਅਤੇ ਇਸ ਲਈ ਮੈਂ ਕਿਹਾ, ਇਸ ਪੈਸੇ ਦਾ ਭੁਗਤਾਨ ਤਾਂ ਹੋਣਾ ਹੀ ਹੈ ਅਤੇ ਮੈਂ $15,000 ਦੇ ਕਰਜ਼ੇ ਹੇਠ ਹਾਂ। ਮੈਂ ਕਿਹਾ, ਫਿਰ ਮੈਂ ਕੀ ਕਰ ਸਕਦਾ ਹਾਂ? ਮੈਂ ਤਾਂ ਉਸ ਦਾ ਭੁਗਤਾਨ ਕਰਨਾ ਹੀ ਹੈ, ਚਾਹੇ ਉਹਨਾਂ ਨੇ ਲਿਖਤੀ ਰੂਪ ਵਿੱਚ ਉਸ ਦੀ ਕਿੰਨੀ ਹੀ ਜ਼ਿੰਮੇਵਾਰੀ ਲੈ ਲਈ ਹੋਵੇ। ਮੈਂ ਤਾਂ ਇਸ ਨੂੰ ਮੋੜਾਂਗਾ। ਇਹ ਠੀਕ ਹੈ। ਅਤੇ ਫਿਰ ਉਸਨੇ ਕਿਹਾ, ਕੀ ਤੁਸੀਂ ਇਸ ਸਵੇਰ ਸ਼੍ਰੀਮਾਨ ਬਾਰ ਨੂੰ ਫੋਨ ਕਰਨ ਜਾ ਰਹੇ ਹੋ? ਮੈਂ ਕਿਹਾ, ਹਾਂ, ਮੈਂ ਉਹਨਾਂ ਨੂੰ ਫੋਨ ਕਰਾਂਗਾ ਅਤੇ ਪੁੱਛਾਂਗਾ ਕਿ ਮੈਨੂੰ ਮੇਰੀ ਪੁਰਾਣੀ ਨੌਕਰੀ ਦੁਬਾਰਾ ਮਿਲ ਸਕਦੀ ਹੈ, ਅਤੇ ਜੇਕਰ ਉਹ ਨੌਕਰੀ ਹੁਣ ਕਿਸੇ ਹੋਰ ਨੇ ਲੈ ਲਈ ਹੋਵੇ ਅਤੇ ਉਹ ਮੈਨੂੰ ਕੋਈ ਬਿਹਤਰ ਨੌਕਰੀ ਨਾ ਦੇ ਸਕਣ, ਮੈਂ ਕਿਹਾ, ਤਾਂ ਮੈਂ ਭਾਈ ਵੁਡਸ ਦੇ ਨਾਲ ਚਲਾ ਜਾਵਾਂਗਾ ਅਤੇ ਅਸੀਂ ਫਿਰ ਇਮਾਰਤਾਂ ਬਣਾਉਣ ਜਾਵਾਂਗੇ ਜਾਂ ਕੁਝ ਹੋਰ। ਮੈਂ ਉਹਨਾਂ ਦੀ ਸਹਾਇਤਾ ਕਰਾਂਗਾ। ਅਤੇ ਸੋ ਮੈਂ ਕਿਹਾ,
ਜੇ ਮੈਂ ਅਸਲ ਵਿੱਚ ਪ੍ਰਚਾਰ ਖੇਤਰ ਤੋਂ ਬਾਹਰ ਆ ਜਾਵਾਂ ਤਾਂ ਇਹ ਉਹਨਾਂ ਨੂੰ ਵੀ ਬਾਹਰ ਲੈ ਆਵੇਗਾ ਅਤੇ ਵਾਪਸ ਠੇਕੇਦਾਰੀ 'ਤੇ ਪਰਤ ਸਕਣਗੇ ਅਤੇ ਅਸੀਂ ਕੰਮ 'ਤੇ ਜਾ ਸਕਾਂਗੇ। ਸੋ ਫਿਰ ਜਿਵੇਂ ਉਸਨੇ ਕਿਹਾ, ਅੱਛਾ ਬਿਲ, ਮੈਂ ਸੱਚਮੁੱਚ ਆਸ ਕਰਦੀ ਹਾਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਗੱਲ ਕਰ ਰਹੇ ਹੋ। ਅਤੇ ਮੈਂ ਕਿਹਾ, ਅੱਛਾ ਅਤੇ ਮੈਂ ਵੇਖਿਆ ਛੱਤ ਤੋਂ ਉੱਤਰ ਕੇ ਹੇਠਾਂ ਆ ਰਿਹਾ ਹੈ। ਉਹ ਮੈਂ ਬਸ ਸ਼ਾਇਦ ਮੈਂ ਇਹ ਆਸ ਨਹੀਂ ਕਰ ਸਕਦਾ ਹਾਂ ਕਿ ਤੁਸੀਂ ਇਸ ਨੂੰ ਸਮਝ ਸਕੋ, ਪਰ ਉਹ ਕੁਝ ਅਜਿਹਾ ਹੈ ਕਿ ਅਸੀਂ ਯਿਸੂ ਨਾਲ ਆਮੋ ਸਾਹਮਣੇ ਹੋਵਾਂਗੇ ਤਾਂ ਤੁਸੀਂ ਫਿਰ ਅਸੀਂ ਜਾਣ ਲਵਾਂਗੇ। ਇੱਥੇ ਕੁਝ ਆਉਂਦਾ ਹੋਇਆ ਵੇਖਿਆ। ਮੈਂ 2 ਛੋਟੇ ਕਾਲੇ ਰੰਗ ਦੇ ਚਿਹਰੇ ਵਾਲੇ ਬੱਚਿਆਂ ਨੂੰ ਆਉਂਦੇ ਹੋਏ ਵੇਖਿਆ। ਇੱਕ ਛੋਟੇ ਗੱਡੇ ਨੂੰ ਖਿੱਚਦੇ ਹੋਏ ਹੇਠਾਂ ਆ ਰਹੇ ਸਨ। ਮੈਂ ਕਿਹਾ, ਪਿਆਰੀ, ਵੇਖ ਇੱਥੇ ਆ ਰਹੇ ਹਨ। ਅਤੇ ਤਦ ਤੱਕ ਮੈਂ ਜਾ ਚੁੱਕਾ ਸੀ। ਅਤੇ ਉਸਨੇ ਕਿਹਾ, ਤੁਸੀਂ ਕਿਸ ਦੇ ਬਾਰੇ ਗੱਲ ਕਰ ਰਹੇ ਹੋ? ਮੈਂ ਉਸ ਨੂੰ ਸੁਣ ਸਕਦਾ ਸੀ, ਪਰ ਮੈਂ ਉਸ ਨੂੰ ਜਵਾਬ ਨਹੀਂ ਦੇ ਸਕਦਾ ਸੀ। ਅਤੇ ਇਹ ਛੋਟੇ ਬੱਚੇ ਮੇਰੇ ਵੱਲ ਤੁਰੇ ਆ ਰਹੇ ਸਨ। ਛੋਟੇ, ਇੱਕ ਕਿਸਮ ਦੇ ਲੰਬੇ ਵਾਲਾਂ ਵਾਲੇ ਅਤੇ ਕਾਲੇ ਗਹਿਰੇ ਰੰਗ ਦੀਆਂ ਅੱਖਾਂ, ਭੂਰਾ ਚਿਹਰਾ, ਮੇਰੇ ਵੱਲ ਤੁਰੇ ਆ ਰਹੇ ਸਨ। ਅਤੇ ਮੈਂ ਫਿਰ ਵੇਖਿਆ। ਮੈਂ ਬੱਚਿਆਂ ਤੋਂ ਦੂਰ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਮੈਂ ਆਪਣੇ ਭਾਈ ਸ਼੍ਰੀਮਾਨ ਆਰਗਨ ਬ੍ਰਾਈਟ ਨੂੰ, ਜੋ ਮੇਰੇ ਨਾਲ ਕਈ ਵਾਰ ਵਿਦੇਸ਼ ਜਾ ਚੁੱਕੇ ਹਨ, ਮੈਂ ਉਸ ਨੂੰ ਉੱਥੇ ਖੜਾ ਵੇਖਿਆ। ਉਹ ਮੇਰੇ ਵੱਲ ਵੇਖ ਰਿਹਾ ਸੀ। ਮੈਂ ਉਸ ਦੇ ਕੋਲ ਗਿਆ। ਹੁਣ ਮੈਂ ਅਜੇ ਤੱਕ ਵੀ ਆਪਣੀ ਪਤਨੀ ਨੂੰ ਕਮਰੇ ਵਿੱਚ ਤੁਰਦੇ ਫਿਰਦੇ ਹੋਏ ਸੁਣ ਸਕਦਾ ਸੀ। ਮੈਂ ਇਸ ਨੂੰ ਇਸ ਤਰੀਕੇ ਨਾਲ ਕਹਾਂਗਾ ਤਾਂ ਕਿ ਤੁਸੀਂ ਇਸ ਨੂੰ ਸਮਝ ਜਾਵੋ। ਹੋ ਸਕਦਾ ਹੈ ਕਿ ਇਹ ਠੀਕ ਸ਼ਬਦ ਨਾ ਹੋਣ, ਪਰ ਇਸ ਲਈ ਤੁਸੀਂ ਸਮਝ ਜਾਓਗੇ। ਉਹ ਇੱਕ ਖੇਤਰ ਆਯਾਮ ਜਿਸ ਵਿੱਚ ਮੈਂ ਸੀ, ਉਸ ਵਿੱਚੋਂ ਬਾਹਰ ਨਿਕਲ ਕੇ ਦੂਸਰੇ ਵਿੱਚ ਚਲਾ ਗਿਆ ਸੀ। ਹੁਣ ਮੈਂ ਉਸ ਦਾ ਤੁਰਨਾ ਫਿਰਨਾ ਨਹੀਂ ਸੁਣ ਸਕਦਾ ਸੀ। ਇਹ ਖਤਮ ਹੋ ਚੁੱਕਾ ਸੀ। ਅਤੇ ਮੈਂ ਸ਼੍ਰੀਮਾਨ ਆਰਗਨ ਬ੍ਰਾਈਟ ਨੂੰ ਵੇਖਿਆ। ਉਹ ਆਪਣੇ ਉਸ ਵਿਸ਼ੇਸ਼ ਛੋਟੇ ਅੰਦਾਜ਼ ਵਿੱਚ ਸਨ, ਜਿਸ ਤਰ੍ਹਾਂ ਉਹ ਆਪਣਾ ਸਿਰ ਕਰਕੇ ਰੱਖਦੇ ਹਨ ਅਤੇ ਜਿਸ ਤਰ੍ਹਾਂ ਦੀ ਉਹ ਮੁਸਕਾਨ ਨਾਲ ਵੇਖਦੇ ਹਨ। ਅਤੇ ਉਹਨਾਂ ਨੇ ਕਿਹਾ, ਭਾਈ ਬ੍ਰਾਨਮ, ਉਹਨਾਂ ਨੇ ਕਿਹਾ, ਅਸੀਂ ਹਰ ਥਾਂ 'ਤੇ ਕਾਰਡ ਵੰਡ ਦਿੱਤੇ ਹਨ ਅਤੇ ਸਾਡੇ ਕੋਲ ਤੁਹਾਡੇ ਅੰਦਰ ਜਾਣ ਲਈ ਅਤੇ ਬਾਹਰ ਜਾਣ ਲਈ ਇੱਕ ਰਸਤਾ ਹੈ ਅਤੇ ਸਭ ਕੁਝ ਤਿਆਰ ਹੈ। ਮੈਂ ਕਿਹਾ, ਵਧੀਆ ਗੱਲ ਹੈ ਭਾਈ ਆਰਗਨ ਬ੍ਰਾਈਟ, ਮੈਂ ਕਿਸ ਰਸਤੇ ਤੋਂ ਜਾਵਾਂ? ਉਹਨਾਂ ਨੇ ਕਿਹਾ, ਵਧਦੇ ਜਾਓ। ਮੈਂ ਤੁਰਦਾ ਗਿਆ। ਮੈਂ ਕੁਝ ਪ੍ਰਚਾਰਕਾਂ ਦੇ ਕੋਲੋਂ ਲੰਘਿਆ। ਫਿਰ ਮੈਂ ਥੋੜ੍ਹਾ ਹੋਰ ਅੱਗੇ ਵਧਿਆ। ਮੈਂ ਇੱਕ ਵੱਡੇ ਸਮਾਰੋਹ ਵਰਗੇ ਦਿਸਣ ਵਾਲੇ ਸਥਾਨ 'ਤੇ ਆ ਗਿਆ ਅਤੇ ਅਜਿਹਾ ਲੱਗਦਾ ਸੀ ਕਿ ਜਿਵੇਂ ਹਜ਼ਾਰਾਂ ਲੋਕਾਂ ਦੀ ਸਭਾ ਹੈ। ਅਤੇ ਤਦ ਮੈਂ ਕਿਸੇ ਨੂੰ ਕਹਿੰਦੇ ਹੋਏ ਸੁਣਿਆ, ਸਭਾ ਸਮਾਪਤ ਹੋ ਗਈ ਹੈ। ਅੱਛਾ, ਮੈਂ ਕਿਹਾ, ਇਸ ਨੂੰ ਕਿਸ ਨੇ ਸਮਾਪਤ ਕੀਤਾ ਅਤੇ ਇਹ ਕਿਵੇਂ ਸਮਾਪਤ ਹੋ ਗਈ ਹੈ? ਅਤੇ ਮੈਂ ਘਿਰਨਾ ਵਿੱਚ ਸੀ। ਮੈਂ ਕਿਹਾ, ਇਹ ਕਿਉਂ ਸਮਾਪਤ ਹੋ ਗਈ? ਕੀ ਹੋਇਆ? ਅਤੇ ਉੱਥੇ ਮੀਂਹ ਦੀਆਂ ਛਿੱਟਾਂ ਆ ਗਈਆਂ ਅਤੇ ਕਿਸੇ ਚੀਜ਼ ਨੇ ਮੈਨੂੰ ਕਿਹਾ, ਇਸ ਦੇ ਰਾਹੀਂ ਤੂੰ ਜਾਨ ਲਵੇਂਗਾ। ਅਤੇ ਤਦ ਮੈਂ ਕਿਹਾ, ਅੱਛਾ, ਮੈਂ ਨਹੀਂ। ਅਤੇ ਤਦ ਮੈਂ ਉਸ ਦਰਸ਼ਨ ਵਿੱਚ ਹੋਰ ਅੱਗੇ ਵਧਿਆ ਅਤੇ ਜਦੋਂ ਅਜਿਹਾ ਹੋਇਆ, ਮੈਂ ਲਗਭਗ 1 ਸਾਲ ਦੀ ਉਮਰ ਦੇ ਛੋਟੇ ਬੱਚੇ ਦੀ ਜੁੱਤੀ ਦੇ ਕੋਲ ਖੜਾ ਸੀ। ਤੁਸੀਂ ਜਾਣਦੇ ਹੋ ਕਿ ਛੋਟੇ ਫੀਤੇ ਵਾਲੇ ਬੂਟ ਨਹੀਂ, ਪਰ ਇਹ ਇੱਕ ਜੁੱਤੀ ਸੀ ਅਤੇ ਮੇਰੇ ਕੋਲ ਮੇਰੇ ਹੱਥ ਵਿੱਚ ਇੱਕ ਰੱਸੀ ਸੀ। ਮੈਂ ਤਸਮੇ ਦੇ ਸਥਾਨ 'ਤੇ 1 ਇੰਚ ਦੇ ਵੀ 8ਵੇਂ ਹਿੱਸੇ ਦੇ ਬਰਾਬਰ ਛੋਟੇ ਛੇਕਾਂ ਵਿੱਚ ਲਗਭਗ ਅੱਧਾ ਇੰਚ ਮੋਟੀ ਰੱਸੀ ਨੂੰ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਹੁਤ ਹੀ ਮਿਹਨਤ ਨਾਲ ਅੱਧਾ ਇੰਚ ਮੋਟੀ ਰੱਸੀ ਨੂੰ 1 ਇੰਚ ਦੇ 8ਵੇਂ ਹਿੱਸੇ ਦੇ ਬਰਾਬਰ ਛੇਕ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਰੱਸੀ ਦੇ ਸਿਰੇ ਦੀਆਂ ਡੋਰੀਆਂ ਨੂੰ ਖੋਲ੍ਹ ਰਿਹਾ ਸੀ, ਉਸ ਨੂੰ ਇਸ ਪ੍ਰਕਾਰ ਧੱਕ ਕੇ ਉਸ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਇਹ ਨਹੀਂ ਹੋ ਰਿਹਾ ਸੀ ਅਤੇ ਉਹ ਰੱਸੀ ਸਿਰੇ ਤੋਂ ਪੂਰੀ ਤਰ੍ਹਾਂ ਟੁੱਟ ਗਈ ਸੀ। ਸੋ ਠੀਕ ਉਸੇ ਵੇਲੇ ਹੀ ਮੈਂ ਕਿਸੇ ਨੂੰ ਆਪਣੇ ਪਿਛਲੇ ਪਾਸਿਓਂ ਕਹਿੰਦੇ ਹੋਏ ਸੁਣਿਆ, ਕੀ ਤੂੰ ਨਹੀਂ ਸਮਝਦਾ ਕਿ ਤੂੰ ਛੋਟੇ ਬੱਚਿਆਂ ਨੂੰ ਅਲੌਕਿਕ ਗੱਲਾਂ ਨਹੀਂ ਸਿਖਾ ਸਕਦਾ? ਮੈਂ ਆਲੇ ਦੁਆਲੇ ਵੇਖਿਆ ਅਤੇ ਇਹ ਮੇਰੇ ਪਿੱਛੇ ਸੀ ਅਤੇ ਮੈਂ ਉਸ ਆਵਾਜ਼ ਨੂੰ ਪਛਾਣ ਲਿਆ। ਉਸਨੇ ਕਿਹਾ, ਤੂੰ ਰੱਸੀ ਦਾ ਗਲਤ ਸਿਰਾ ਇਸਤੇਮਾਲ ਕਰ ਰਿਹਾ ਹੈ। ਅਤੇ ਮੈਂ ਹੇਠਾਂ ਝੁਕ ਕੇ ਰੱਸੀ ਦੇ ਉਸ ਸਿਰੇ ਨੂੰ ਵੇਖਿਆ
ਜੋ ਫਰਸ਼ ਉੱਤੇ ਪਿਆ ਸੀ। ਰੱਸੀ ਦਾ ਇੱਕ ਵੱਡਾ ਢੇਰ ਸੀ ਅਤੇ ਉਹ ਪਤਲਾ ਹੁੰਦਾ ਗਿਆ ਅਤੇ ਠੀਕ 1 ਇੰਚ ਦੇ 8ਵੇਂ ਹਿੱਸੇ ਦੇ ਬਰਾਬਰ, ਇਸ ਲਈ ਉਹ ਉਸ ਸੁਰਾਖ ਦੇ ਵਿੱਚੋਂ ਦੀ ਲੰਘ ਸਕਦਾ ਸੀ। ਮੈਂ ਕਿਹਾ, ਮੈਂ ਸਮਝ ਗਿਆ। ਅਤੇ ਜਿਉਂ ਹੀ ਮੈਂ ਰੱਸੀ ਨੂੰ ਚੁੱਕਣ ਲਈ ਝੁਕਿਆ, ਮੈਨੂੰ ਫੇਰ ਉਠਾ ਲਿਆ ਗਿਆ। ਹੁਣ ਤੁਸੀਂ ਇਸ ਉੱਤੇ ਨਿਸ਼ਾਨੀ ਲਗਾ ਲਓ। ਇਸ ਦੇ ਪੂਰਾ ਹੋਣ 'ਤੇ ਧਿਆਨ ਦਿਓ। ਵੇਖਿਆ, ਅਤੇ ਜਿਉਂ ਹੀ ਮੈਂ ਝੁਕਣਾ ਸ਼ੁਰੂ ਕੀਤਾ, ਮੈਂ ਫੇਰ ਅੱਗੇ ਚਲਾ ਗਿਆ। ਫਿਰ ਜਦੋਂ ਮੈਂ ਪਹੁੰਚਿਆ, ਮੈਂ ਇੱਕ ਖੂਬਸੂਰਤ ਝੀਲ ਦੇ ਕਿਨਾਰੇ ਖੜ੍ਹਾ ਸੀ, ਕੁਝ ਹੱਦ ਤੱਕ ਤੁਹਾਡੀ ਝੀਲ ਵਰਗੀ, ਜਿਵੇਂ ਕਿ ਇੱਥੇ ਗਰਮੀ ਦੇ ਮੌਸਮ ਵਿੱਚ ਹੁੰਦੀ ਹੈ, ਜਦੋਂ ਖੂਬਸੂਰਤ ਹੁੰਦੀ ਹੈ ਅਤੇ ਹਰਿਆਲੀ ਹੁੰਦੀ ਹੈ। ਅਤੇ ਉੱਥੇ ਝੀਲ ਦੇ ਚਾਰੇ ਪਾਸੇ ਮਛੇਰੇ ਸਨ ਅਤੇ ਉਹ ਮੱਛੀਆਂ ਫੜ ਰਹੇ ਸਨ, ਪਰ ਉਹ ਛੋਟੀਆਂ ਮੱਛੀਆਂ ਹੀ ਫੜ ਰਹੇ ਸਨ। ਅਤੇ ਮੈਂ ਝੀਲ ਵਿੱਚ ਵੇਖਿਆ ਅਤੇ ਉਹ ਸੁੰਦਰ ਵੱਡੀਆਂ ਰੇਨਬੋ ਟਰਾਊਟ ਉੱਥੇ ਸਨ। ਅਤੇ ਮੈਂ ਕਿਹਾ, ਮੈਂ ਜਾਣਦਾ ਹਾਂ ਕਿ ਇੱਕ ਦਰਸ਼ਨ ਹੈ, ਪਰ ਮੈਂ ਉਹਨਾਂ ਟਰਾਊਟ ਮੱਛੀਆਂ ਨੂੰ ਨਹੀਂ ਸਮਝ ਸਕਦਾ। ਪਰੰਤੂ ਮੈਂ ਕਿਹਾ, ਤੁਸੀਂ ਜਾਣਦੇ ਹੋ, ਮੈਂ ਆਪਣੇ ਹਿਰਦੇ ਵਿੱਚ ਵਿਸ਼ਵਾਸ ਕਰਦਾ ਹਾਂ ਕਿ ਮੈਂ ਉਹਨਾਂ ਨੂੰ ਫੜ ਸਕਦਾ ਹਾਂ। ਸੋ ਮੈਂ ਇੱਕ ਡੋਰੀ ਚੁੱਕ ਲਈ, ਪਰ ਡੋਰੀ ਦੀ ਬਜਾਏ ਉਹ ਮੱਛੀ ਫੜਨ ਵਾਲੀ ਕੁੰਡੀ ਸੀ। ਅਤੇ ਠੀਕ ਉਸੇ ਵੇਲੇ ਉਹ ਜੋ ਮੇਰੇ ਪਿੱਛੇ ਸੀ ਬੋਲਿਆ, ਹੁਣ ਮੈਂ ਤੈਨੂੰ ਮੱਛੀਆਂ ਫੜਨੀਆਂ ਸਿਖਾਉਂਦਾ ਹਾਂ ਕਿ ਉਹਨਾਂ ਨੂੰ ਕਿਵੇਂ ਫੜਨਾ ਹੈ। ਅਤੇ ਇਸ ਲਈ ਉਸਨੇ ਲਿਆ ਅਤੇ ਉਸਨੇ ਕਿਹਾ, ਕੁੰਡੀ 'ਤੇ ਮਾਸ ਲਗਾ। ਅਤੇ ਮੈਂ ਉਸ ਉੱਤੇ ਮਾਸ ਲਗਾ ਦਿੱਤਾ। ਉਸਨੇ ਕਿਹਾ, ਹੁਣ ਇਸ ਨੂੰ ਦੂਰ ਡੂੰਘਾਈ ਵਿੱਚ ਸੁੱਟ। ਹੁਣ ਜਰਾ ਧਿਆਨ ਨਾਲ ਸੁਣੋ। ਅਤੇ ਉਸਨੇ ਕਿਹਾ, ਹੁਣ ਜਦੋਂ ਤੂੰ ਅਜਿਹਾ ਕਰੇ, ਤਦ ਪਹਿਲਾਂ ਮਾਸ ਨੂੰ ਗਹਿਰਾਈ ਤੱਕ ਡੁੱਬ ਜਾਣ ਦੇਵੀਂ ਅਤੇ ਫਿਰ ਕਿਹਾ, ਹੌਲੀ ਜਿਹੀ ਖਿੱਚੀ। ਹੁਣ ਇਹ ਅਸਲ ਵਿੱਚ ਮੱਛੀਆਂ ਫੜਨ ਵਾਲਿਆਂ ਦਾ ਤਰੀਕਾ ਹੁੰਦਾ ਹੈ। ਸੋ ਮੈਂ ਉਸਨੇ ਕਿਹਾ, ਫਿਰ ਜਦੋਂ ਤੂੰ ਅਜਿਹਾ ਕਰੇ, ਹੁਣ ਤੈਨੂੰ ਮਹਿਸੂਸ ਹੋਵੇਗਾ ਕਿ ਕੁਝ ਇਸ ਨੂੰ ਕੁਤਰ ਰਿਹਾ ਹੈ, ਪਰ ਕਿਸੇ ਨੂੰ ਨਾ ਦੱਸੀ ਕਿ ਤੂੰ ਕੀ ਕਰ ਰਿਹਾ ਹੈ। ਇਸ ਨੂੰ ਆਪਣੇ ਤੱਕ ਹੀ ਰੱਖਣਾ। ਅਤੇ ਕਿਹਾ, ਫਿਰ ਜਦ ਤੂੰ ਦੁਬਾਰਾ ਕੁਤਰ ਹੁੰਦਾ ਮਹਿਸੂਸ ਕਰੇ, ਕਿਹਾ, ਉਸ ਨੂੰ ਹਲਕਾ ਜਿਹਾ ਖਿੱਚੀ, ਬਸ ਥੋੜ੍ਹਾ ਜਿਹਾ, ਬਹੁਤ ਜ਼ੋਰ ਨਾਲ ਨਹੀਂ। ਉਸਨੇ ਕਿਹਾ, ਅਤੇ ਤਦ ਇਹ ਉਸ ਨੂੰ ਛੋਟੀਆਂ ਮੱਛੀਆਂ ਤੋਂ ਪਰੇ ਖਿੱਚ ਲਵੇਗਾ ਅਤੇ ਜਦ ਉਹ ਖਿੱਲਰ ਜਾਣਗੀਆਂ, ਇਹ ਵੱਡੀ ਮੱਛੀ ਦਾ ਧਿਆਨ ਖਿੱਚੇਗਾ ਅਤੇ ਉਹ ਉਸ ਨੂੰ ਆ ਕੇ ਫੜ ਲੈਣਗੀਆਂ। ਅਤੇ ਕਿਹਾ, ਇਹ ਹੈ ਉਹ ਤਰੀਕਾ ਜਿਸ ਨਾਲ ਤੂੰ ਉਹਨਾਂ ਨੂੰ ਫੜ ਸਕੇਗਾ। ਕਿਹਾ, ਫਿਰ ਜਦ ਉਹ ਤੀਸਰੀ ਵਾਰੀ ਵੱਢਣ, ਆਪਣੀ ਕੁੰਡੀ ਨੂੰ ਫੜਨ ਲਈ ਫਿਰ ਤੋਂ ਲਗਾਉਣਾ। ਮੈਂ ਕਿਹਾ, ਮੈਂ ਸਮਝ ਗਿਆ। ਕਿਹਾ, ਪਰ ਚੁੱਪ ਰਹੀ, ਕਿਸੇ ਨੂੰ ਨਾ ਦੱਸੀ, ਚੁੱਪ ਰਹੀ। ਮੈਂ ਕਿਹਾ, ਠੀਕ ਹੈ। ਮੇਰੇ ਹੱਥ ਵਿੱਚ ਚਾਰਾ ਸੀ ਅਤੇ ਉਹ ਸਾਰੇ ਮਛੇਰੇ ਪ੍ਰਚਾਰਕ ਬਣ ਗਏ ਅਤੇ ਉਹ ਇਹ ਕਹਿੰਦੇ ਹੋਏ ਨਜ਼ਦੀਕ ਆ ਗਏ, ਭਾਈ ਬ੍ਰਾਨਮ, ਮੈਂ ਜਾਣਦਾ ਹਾਂ ਕਿ ਤੁਸੀਂ ਮੱਛੀ ਫੜ ਸਕਦੇ ਹੋ। ਓ ਯਕੀਨਨ, ਇਸ ਨਾਲ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੋਇਆ। ਮੈਂ ਕਿਹਾ, ਓ ਹਾਂ, ਮੈਂ ਇੱਕ ਮਛੇਰਾ ਹਾਂ, ਮੈਂ ਮੱਛੀ ਫੜ ਸਕਦਾ ਹਾਂ। ਅਤੇ ਉਸਨੇ ਕਿਹਾ, ਮੈਂ ਕਿਹਾ, ਹੁਣ ਤੁਸੀਂ ਇਸ ਤਰ੍ਹਾਂ ਕਰਨਾ ਹੈ। ਅਤੇ ਮੈਂ ਕਿਹਾ, ਤੁਸੀਂ ਇਸ ਨੂੰ ਬਹੁਤ ਦੂਰ ਸੁੱਟੋ। ਅਤੇ ਮੈਂ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਮੈਂ ਕਿਹਾ, ਹੁਣ ਭਾਈਓ, ਉਹ ਛੋਟੀਆਂ ਮੱਛੀਆਂ ਠੀਕ ਹਨ, ਪਰ ਸਾਨੂੰ ਵੱਡੀਆਂ ਵੀ ਚਾਹੀਦੀਆਂ ਹਨ। ਹੁਣ ਮੈਂ ਕਿਹਾ, ਵੇਖੋ, ਜਦੋਂ ਉਹ ਡੂੰਘੇ ਪਾਣੀ ਵਿੱਚ ਡੁੱਬ ਜਾਵੇ, ਹੁਣ ਵੇਖੋ, ਇਹ ਉੱਥੇ ਹੈ, ਠੀਕ ਉੱਥੇ ਜਿੱਥੇ ਇਸ ਨੂੰ ਹੋਣਾ ਚਾਹੀਦਾ ਹੈ। ਹੁਣ ਉੱਥੇ ਵੇਖੋ, ਉੱਥੇ ਉਹ ਛੋਟੀਆਂ ਮੱਛੀਆਂ ਹਨ। ਮੈਂ ਕਿਹਾ, ਹੁਣ ਜਦੋਂ ਉਹ ਫਿਰ ਫਸਣਗੀਆਂ, ਮੈਂ ਇਸ ਨੂੰ ਇੱਕ ਵੱਡਾ ਝਟਕਾ ਦਿਆਂਗਾ। ਮੈਂ ਉਸ ਨੂੰ ਇੱਕ ਵੱਡਾ ਤਕੜਾ ਝਟਕਾ ਦਿੱਤਾ ਅਤੇ ਜਦੋਂ ਮੈਂ ਇਸ ਤਰ੍ਹਾਂ ਕੀਤਾ, ਮੈਂ ਸਾਰੇ ਦੇ ਸਾਰੇ ਚਾਰੇ ਨੂੰ ਹੀ ਪਾਣੀ ਵਿੱਚੋਂ ਬਾਹਰ ਖਿੱਚ ਲਿਆ। ਅਤੇ ਜਦੋਂ ਮੈਂ ਕੀਤਾ, ਮੈਂ ਇੱਕ ਮੱਛੀ ਫੜ ਲਈ ਸੀ। ਪਰ ਮੈਨੂੰ ਹੈਰਾਨੀ ਹੋਈ ਕਿ ਉਸਨੇ ਆਖਿਰ ਚਾਰੇ ਨੂੰ ਆਪਣੇ ਮੂੰਹ ਵਿੱਚ ਕਿਵੇਂ ਲੈ ਲਿਆ, ਕਿਉਂਕਿ ਲੱਗਦਾ ਸੀ ਕਿ ਜਿਵੇਂ ਕੁੰਡੀ ਉੱਤੇ ਚਮੜੀ ਖਿੱਚ ਕੇ ਚੜਾ ਦਿੱਤੀ ਗਈ ਹੋਵੇ, ਠੀਕ ਕੁੰਡੀ ਦੇ ਨਾਪ ਦੀ ਹੀ ਸੀ। ਅਤੇ ਮੈਂ ਸੋਚਿਆ, ਉਹ ਮੇਰੇ। ਅਤੇ ਠੀਕ ਤਦ ਉਹ ਜਿਹੜਾ ਮੇਰੇ ਪਿਛਲੇ ਪਾਸੇ ਮੇਰੇ ਨਾਲ ਗੱਲ ਕਰ ਰਿਹਾ ਸੀ, ਠੀਕ ਮੇਰੇ ਸਾਹਮਣੇ ਆ ਕੇ ਖੜਾ ਹੋ ਗਿਆ। ਇਹ ਉਹ ਹੀ ਸੀ, ਪ੍ਰਭੂ ਦਾ ਦੂਤ। ਉਸਨੇ ਆਪਣੇ ਹੱਥ ਜੋੜੇ ਹੋਏ ਸਨ। ਉਸਨੇ ਮੇਰੇ ਵੱਲ ਵੇਖਿਆ ਅਤੇ ਕਿਹਾ, ਠੀਕ ਉਹੀ
ਜੋ ਮੈਂ ਤੈਨੂੰ ਕਿਹਾ ਸੀ ਕਿ ਨਾ ਕਰੀਂ। ਅਤੇ ਮੈਂ ਕਿਹਾ, ਜੀ ਹਾਂ, ਇਹ ਠੀਕ ਹੈ। ਉਸਨੇ ਕਿਹਾ, ਤੂੰ ਵੇਖਿਆ, ਉਹ ਪਹਿਲੀ ਖਿੱਚ ਸੀ ਜਦੋਂ ਤੂੰ ਲੋਕਾਂ ਉੱਤੇ ਆਪਣੇ ਹੱਥ ਰੱਖੇ ਅਤੇ ਉਹਨਾਂ ਨੂੰ ਦੱਸ ਦਿੱਤਾ ਕਿ ਉਹਨਾਂ ਨੂੰ ਕੀ ਪਰੇਸ਼ਾਨੀ ਕੀ ਸੀ। ਅਤੇ ਕਿਹਾ, ਦੂਸਰੀ ਖਿੱਚ ਸੀ ਜਦੋਂ ਤੂੰ ਦਿਲਾਂ ਦੇ ਖਿਆਲਾਂ ਨੂੰ ਬੁੱਝ ਲਿਆ, ਜਿਵੇਂ ਕਿ ਮੈਂ ਤੈਨੂੰ ਦੱਸਿਆ ਸੀ। ਅਤੇ ਕਿਹਾ, ਬਜਾਏ ਇਸ ਦੇ ਕਿ ਤੂੰ ਇਸ ਨੂੰ ਆਪਣੇ ਤੱਕ ਹੀ ਸੀਮਿਤ ਰੱਖਦਾ, ਤੂੰ ਇਸ ਦੇ ਬਾਰੇ ਵਿੱਚ ਸਭ ਕੁਝ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਨੂੰ ਦੱਸਿਆ। ਅਤੇ ਜਦ ਤੂੰ ਕੀਤਾ, ਕਿਹਾ, ਤੈਨੂੰ ਖੁਦ ਇਸ ਦੇ ਬਾਰੇ ਕੁਝ ਪਤਾ ਨਹੀਂ ਸੀ ਅਤੇ ਤੂੰ ਉਸ ਨੂੰ ਕਿਵੇਂ ਸਮਝਾ ਸਕਦਾ ਸੀ, ਅਤੇ ਤੂੰ ਇੱਕ ਵੱਡੀ ਨਕਲ ਦਾ ਉੱਠ ਖੜਾ ਹੋਣਾ ਸ਼ੁਰੂ ਕਰਵਾ ਦਿੱਤਾ ਹੈ, ਅਤੇ ਤੂੰ ਜਰਾ ਵੇਖ ਕਿ ਤੂੰ ਕੀ ਕੀਤਾ ਹੈ। ਅਤੇ ਮੈਂ ਕਿਹਾ, ਪ੍ਰਭੂ, ਮੈਂ ਮਾਫੀ ਚਾਹੁੰਦਾ ਹਾਂ। ਅਤੇ ਮੈਂ ਕਿਹਾ, ਓ ਮੈਨੂੰ ਬਹੁਤ ਹੀ ਅਫਸੋਸ ਹੈ, ਮੈਂ ਨਹੀਂ ਜਾਣਦਾ ਕਿ ਕੀ ਕਰਾਂ। ਅਤੇ ਮੈਂ ਡੋਰੀ ਨੂੰ ਇਸ ਤਰ੍ਹਾਂ ਖਿੱਚ ਰਿਹਾ ਸੀ ਅਤੇ ਮੈਂ ਆਪਣੀ ਡੋਰੀ ਨੂੰ ਸਿੱਧਾ ਕਰਨ ਦਾ ਯਤਨ ਕਰ ਰਿਹਾ ਸੀ। ਅਤੇ ਉਸਨੇ ਮੇਰੇ ਵੱਲ ਵੇਖਿਆ, ਕਿਹਾ, ਹੁਣ ਇਸ ਤਰ੍ਹਾਂ ਦੇ ਸਮੇਂ ਵਿੱਚ ਆਪਣੀ ਡੋਰੀ ਨੂੰ ਨਾ ਉਲਝਾ। ਮੈਂ ਸੋਚਿਆ, ਹੋ ਸਕਦਾ ਹੈ ਕਿ ਉਹ ਮੈਨੂੰ ਇੱਕ ਹੋਰ ਯਤਨ ਕਰਨ ਦਾ ਮੌਕਾ ਦੇ ਰਿਹਾ ਹੈ। ਅਤੇ ਮੈਂ ਕਿਹਾ, ਮੈਂ ਸੱਚਮੁੱਚ ਹੀ ਸਾਵਧਾਨ ਰਹਾਂਗਾ। ਅਤੇ ਮੈਂ ਆਪਣੀ ਡੋਰੀ ਨੂੰ ਲਪੇਟ ਰਿਹਾ ਸੀ। ਵੇਖਿਆ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਉਠਾ ਲਈ ਗਈ ਹੈ। ਅਤੇ ਫਿਰ ਜਦੋਂ ਉਸਨੇ ਇਹ ਕਿਹਾ, ਠੀਕ ਉਦੋਂ ਹੀ ਮੈਂ ਮਹਿਸੂਸ ਕੀਤਾ ਕਿ ਮੈਂ ਉੱਚਾ ਉਠਾ ਲਿਆ ਗਿਆ ਹਾਂ, ਬਹੁਤ ਉੱਪਰ। ਅਤੇ ਜਦੋਂ ਮੈਨੂੰ ਖੜਾ ਕੀਤਾ ਗਿਆ ਤਦ ਮੈਂ ਹੇਠਾਂ ਸੀ, ਇੱਕ ਬਹੁਤ ਵੱਡੇ ਤੰਬੂ ਵਿੱਚ, ਅਤੇ ਉਚਾਈ 'ਤੇ ਖੜਾ ਸੀ। ਮੈਂ ਕਦੀ ਵੀ ਅਜਿਹਾ ਤੰਬੂ ਨਹੀਂ ਵੇਖਿਆ। ਅਤੇ ਮੈਂ ਜਗਵੇਦੀ ਦੀ ਬੁਲਾਹਟ ਕੀਤੀ। ਲੱਗਦਾ ਸੀ ਜਿਵੇਂ ਮੈਂ ਜਗਵੇਦੀ ਦੇ ਹੇਠਾਂ ਸੀ। ਅਤੇ ਜਦੋਂ ਮੈਂ ਉੱਥੇ ਹੇਠਾਂ ਸੀ, ਮੈਂ ਵੇਖਿਆ ਉੱਥੇ ਸੈਂਕੜੇ ਲੋਕ ਵੇਦੀ ਦੇ ਚਾਰੇ ਪਾਸੇ ਖੜੇ ਰੋ ਰਹੇ ਸਨ, ਕਿਉਂਕਿ ਉਹਨਾਂ ਨੇ ਪ੍ਰਭੂ ਯਿਸੂ ਨੂੰ ਕਬੂਲ ਕਰ ਲਿਆ ਸੀ। ਅਤੇ ਉਹ ਬਸ ਉੱਚੀ ਉੱਚੀ ਰੋਈ ਜਾ ਰਹੇ ਸਨ। ਅਤੇ ਮੈਂ ਕਿਹਾ, ਓਹ, ਇਹ ਬਹੁਤ ਹੀ ਵਧੀਆ ਹੈ। ਅਤੇ ਇੱਕ ਬਹੁਤ ਹੀ ਭਲਾ ਵਿਅਕਤੀ ਪੁਲਪਿਟ ਉੱਤੇ ਆਇਆ ਅਤੇ ਕਿਹਾ, ਜਦੋਂ ਕਿ ਭਾਈ ਬ੍ਰਾਨਮ ਬਸ ਕੁਝ ਪਲਾਂ ਲਈ ਆਰਾਮ ਕਰ ਰਹੇ ਹਨ, ਉਸਨੇ ਕਿਹਾ, ਅਸੀਂ ਇੱਕ ਪ੍ਰਾਰਥਨਾ ਦੀ ਲਾਈਨ ਬੁਲਾਵਾਂਗੇ। ਅਤੇ ਕਿਹਾ, ਹਰ ਇੱਕ ਉਹ ਵਿਅਕਤੀ ਜਿਸ ਦੇ ਕੋਲ ਪ੍ਰਾਰਥਨਾ ਕਾਰਡ ਹੈ, ਇੱਕ ਵਿਸ਼ੇਸ਼ ਸੰਖਿਆ ਤੋਂ ਸ਼ੁਰੂ ਹੋਣ ਵਾਲੇ ਸੱਜੇ ਪਾਸੇ ਖੜੇ ਹੋ ਜਾਣ। ਅੱਛਾ, ਮੈਂ ਪ੍ਰਾਰਥਨਾ ਦੀ ਪੰਕਤੀ ਉੱਤੇ ਧਿਆਨ ਦਿੱਤਾ। ਲੱਗਦਾ ਸੀ ਕਿ ਉਹ ਤਾਂ ਤੰਬੂ ਦੇ ਸਾਰੇ ਪਾਸੇ ਸੀ ਅਤੇ ਤੰਬੂ ਦੇ ਬਾਹਰ ਸੜਕ ਉੱਤੇ ਪਿੱਛੇ ਤੱਕ ਇਸ ਤਰ੍ਹਾਂ ਪ੍ਰਾਰਥਨਾ ਪੰਕਤੀ ਸੀ। ਅਤੇ ਮੈਂ ਵੇਖਿਆ ਜੋ ਕਿ ਮੇਰੇ ਖੱਬੇ ਪਾਸੇ ਸੀ, ਅਤੇ ਜੇਕਰ ਮੈਂ ਪੁਲਪਿਟ ਉੱਤੇ ਖੜਾ ਹੁੰਦਾ ਤਾਂ ਉਹ ਮੇਰੇ ਸੱਜੇ ਪਾਸੇ ਹੁੰਦਾ। ਇਹ ਇਸ ਤਰ੍ਹਾਂ ਹੁੰਦਾ। ਉੱਥੇ ਇੱਕ ਕੈਨਵਾਸ ਦਾ ਹਿੱਸਾ ਫੈਲਿਆ ਹੋਇਆ ਸੀ ਅਤੇ ਉਸ ਕੈਨਵਾਸ ਦੇ ਪਿੱਛੇ ਇੱਕ ਛੋਟੀ ਲਗਭਗ 12 ਫੁੱਟ ਚੌੜੀ ਅਤੇ 20 ਫੁੱਟ ਲੰਬੀ ਇਮਾਰਤ ਸੀ, ਕੁਝ ਇਸੇ ਤਰ੍ਹਾਂ ਹੀ। ਅੱਛਾ, ਮੈਂ ਖੜਾ ਹੋ ਕੇ ਉਸ ਨੂੰ ਵੇਖਿਆ ਅਤੇ ਮੈਂ ਉਹਨਾਂ ਨੂੰ ਇੱਕ ਔਰਤ ਨੂੰ ਇੱਕ ਸਟ੍ਰੈਚਰ ਉੱਤੇ ਉਤਾਂਹ ਲਿਆਉਂਦੇ ਹੋਏ ਵੇਖਿਆ ਅਤੇ ਉੱਥੇ ਇੱਕ ਔਰਤ ਸੀ ਜੋ ਉੱਥੇ ਉਸ ਦਾ ਨਾਮ ਵਗੈਰਾ ਲਿਖ ਰਹੀ ਸੀ, ਇੱਕ ਨਾਲ ਇੱਕ ਪੇਪਰ ਉੱਤੇ। ਅਤੇ ਫਿਰ ਕੋਈ ਆਇਆ ਅਤੇ ਉਸ ਨੂੰ ਲਿਆ ਅਤੇ ਉਸ ਨੂੰ ਰੇੜਦਾ ਹੋਇਆ ਲੈ ਗਿਆ। ਅਤੇ ਫਿਰ ਅਗਲਾ ਵਿਅਕਤੀ ਫੌੜੀਆਂ ਨਾਲ ਆਇਆ। ਮੈਂ ਉਹਨਾਂ ਨੂੰ ਉਸ ਛੋਟੀ ਇਮਾਰਤ ਵਿੱਚੋਂ ਲੰਘਦੇ ਹੋਏ ਵੇਖਿਆ ਅਤੇ ਬਾਹਰਲੇ ਪਾਸੇ ਉਹ ਔਰਤ ਆਪਣੀ ਉੱਚੀ ਆਵਾਜ਼ ਨਾਲ ਚੀਕਦੀ ਹੋਈ ਉਸ ਸਟ੍ਰੈਚਰ ਨੂੰ ਰੇੜਦੀ ਹੋਈ ਬਾਹਰ ਨਿਕਲੀ। ਅਤੇ ਤਦ ਉੱਥੇ ਦੂਸਰੇ ਪਾਸੇ ਇੱਕ ਹੋਰ ਔਰਤ ਸੀ, ਕਾਲੇ ਰੰਗ ਦੀ ਵਾਲਾਂ ਵਾਲੀ ਔਰਤ ਲੱਗਦੀ ਸੀ। ਅਤੇ ਉਸਨੇ ਕਿਹਾ, ਕੀ ਹੋਇਆ ਹੈ? ਉਸਨੇ ਕਿਹਾ, ਮੈਨੂੰ ਬਿਲਕੁਲ ਨਹੀਂ ਪਤਾ ਹੈ। ਉਸਨੇ ਕਿਹਾ, ਮੈਂ ਤੈਨੂੰ ਦੱਸ ਨਹੀਂ ਸਕਦੀ ਹਾਂ ਕਿ ਕੀ ਹੋਇਆ ਹੈ। ਉਸਨੇ ਕਿਹਾ, ਮੈਨੂੰ ਪਿਛਲੇ 20 ਸਾਲਾਂ ਤੋਂ ਅਧਰੰਗ ਸੀ ਅਤੇ ਵੇਖੋ, ਮੈਨੂੰ ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੈਂ ਕਦੇ ਬਿਮਾਰ ਹੀ ਨਹੀਂ ਸੀ। ਅਤੇ ਠੀਕ ਉਸੇ ਸਮੇਂ ਹੀ ਉਹ ਆਦਮੀ ਆਪਣੀਆਂ ਫੌੜੀਆਂ ਨੂੰ ਆਪਣੇ ਹੱਥ ਵਿੱਚ ਲਏ ਹੋਏ ਛਾਲਾਂ ਮਾਰਦਾ ਅਤੇ ਕੁੱਦਦਾ ਹੋਇਆ ਬਾਹਰ ਨਿਕਲ ਕੇ ਆਇਆ ਅਤੇ ਮੈਂ ਵੇਖਿਆ। ਅਤੇ ਠੀਕ ਫਿਰ ਹੁਣ ਇੱਥੇ ਕੁਝ ਹੈ, ਧਿਆਨ ਨਾਲ ਵੇਖੋ। ਉਸ ਰੌਸ਼ਨੀ ਵਿੱਚ ਅਤੇ ਪ੍ਰਭੂ ਦੇ ਦੂਤ ਵਿੱਚ ਫਰਕ ਹੁੰਦਾ ਹੈ, ਕਿਉਂਕਿ ਮੈਂ ਕਿਸੇ ਚੀਜ਼ ਨੂੰ ਤੁਰਦੇ ਹੋਏ ਸੁਣਿਆ ਸੀ ਜਿਵੇਂ ਕਿ ਉਹ ਕਰਦਾ ਹੈ।
ਜਦੋਂ ਉਹ ਉੱਥੇ ਮੰਚ ਉੱਤੇ ਰਾਤ ਨੂੰ ਆਉਂਦਾ ਹੈ। ਕੁਝ ਇਸ ਤਰ੍ਹਾਂ ਜਿਵੇਂ ਵਯੂ ਵਯੂ ਵਯੂ। ਭਾਈ ਬ੍ਰਾਹਨਮ ਵਯੂ ਦੀ ਆਵਾਜ਼ ਕੱਢਦੇ ਹਨ ਸੰਪਾਦਕ। ਅਤੇ ਇਸ ਤਰ੍ਹਾਂ ਸੀ ਜਿਵੇਂ ਕਿ ਇੱਕ ਅੱਗ ਦੀ ਲਪਟਾਂ ਦੀ ਚੱਕਰੀ ਘੁੰਮ ਰਹੀ ਹੋਵੇ ਅਤੇ ਉਸਨੇ ਮੈਨੂੰ ਛੱਡ ਦਿੱਤਾ ਅਤੇ ਉਹ ਠੀਕ ਹੇਠਾਂ ਸਰੋਤਿਆਂ ਉੱਤੇ ਚਲਾ ਗਿਆ ਅਤੇ ਜਾ ਕੇ ਉਸ ਛੋਟੀ ਇਮਾਰਤ ਉੱਤੇ ਠਹਿਰ ਗਿਆ ਅਤੇ ਫਿਰ ਉਸ ਦੇ ਉੱਤੇ ਹੀ ਠਹਿਰਿਆ ਰਿਹਾ। ਅਤੇ ਫਿਰ ਜਦੋਂ ਉਸਨੇ ਅਜਿਹਾ ਕੀਤਾ, ਇਹ ਇੱਕ ਜੋ ਮੇਰੇ ਪਿੱਛੇ ਖੜਾ ਸੀ, ਉਹੋ ਹੀ ਆਵਾਜ਼, ਸਵਰਗਦੂਤ ਦੀ ਆਵਾਜ਼, ਉਸਨੇ ਕਿਹਾ, ਮੈਂ ਤੇਰੇ ਨਾਲ ਉੱਥੇ ਅੰਦਰ ਮੁਲਾਕਾਤ ਕਰਾਂਗਾ। ਇਹ ਤੀਸਰੀ ਖਿੱਚ ਹੈ, ਪਰ ਕਿਸੇ ਨੂੰ ਵੀ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗੇਗਾ। ਅਤੇ ਮੈਂ ਕਿਹਾ, ਅੱਛਾ, ਮੈਨੂੰ ਸਮਝ ਨਹੀਂ ਲੱਗੀ, ਉੱਥੇ ਅੰਦਰ ਕਿਉਂ, ਉੱਥੇ ਹੀ ਕਿਉਂ? ਉਸਨੇ ਕਿਹਾ, ਇਸ ਵਾਰ ਇਹ ਆਮ ਜਨਤਾ ਲਈ ਨਹੀਂ ਹੋਵੇਗਾ। ਅਤੇ ਮੈਂ ਕਿਹਾ, ਮੈਨੂੰ ਸਮਝ ਨਹੀਂ ਲੱਗ ਰਹੀ, ਉਹ ਕੋਠੜੀ ਦੇ ਅੰਦਰ ਇਸ ਪ੍ਰਕਾਰ ਜਾਣਾ? ਉਸਨੇ ਕਿਹਾ ਕਿ ਇਹ ਸਾਡੇ ਪ੍ਰਭੂ ਦੇ ਰਾਹੀਂ ਨਹੀਂ ਲਿਖਿਆ ਗਿਆ, ਜਦ ਤੂੰ ਪ੍ਰਾਰਥਨਾ ਕਰੇ ਤਾਂ ਪਖੰਡੀਆਂ ਦੇ ਵਾਂਗੂ ਨਾ ਕਰੀ ਜੋ ਲੋਕਾਂ ਨੂੰ ਸੁਣਾਉਣਾ ਚਾਹੁੰਦੇ ਹਨ, ਬਲਕਿ ਗੁਪਤ ਕੋਠੜੀ ਦੇ ਅੰਦਰ ਜਾਵੀਂ ਅਤੇ ਪਿਤਾ ਤੋਂ ਪ੍ਰਾਰਥਨਾ ਕਰੀ ਜੋ ਤੈਨੂੰ ਗੁਪਤ ਵਿੱਚ ਵੇਖਦਾ ਹੈ, ਅਤੇ ਤਦ ਉਹ ਜੋ ਗੁਪਤ ਵਿੱਚ ਵੇਖਦਾ ਹੈ ਤੈਨੂੰ ਖੁੱਲ੍ਹੇ ਵਿੱਚ ਇਨਾਮ ਦੇਵੇਗਾ। ਇਹ ਸਿੱਧ ਰੂਪ ਨਾਲ ਵਚਨ ਦੇ ਮੁਤਾਬਿਕ ਹੈ, ਹਰ ਵਾਰੀ ਇਹੋ ਹੀ ਹੈ। ਅਤੇ ਮੈਂ ਕਿਹਾ, ਮੈਂ ਸਮਝ ਗਿਆ। ਫਿਰ ਉਹ ਮੈਨੂੰ ਇਸ ਸਥਾਨ 'ਤੇ ਲੈ ਆਇਆ ਅਤੇ ਇਸ ਕਮਰੇ ਵਿੱਚ ਜਿੱਥੇ ਮੈਂ ਸੀ ਮੈਨੂੰ ਬਿਠਾ ਦਿੱਤਾ, ਅਤੇ ਤਦ ਉਸਨੇ ਮੈਨੂੰ ਦੱਸਿਆ ਕਿ ਤੀਸਰੀ ਵਾਰ ਕੀ ਕਰਨਾ ਹੈ। ਹੁਣ ਮਸੀਹੀ ਮਿੱਤਰੋ, ਉਹ ਸਭ ਜਦੋਂ ਮੈਂ ਇਸ ਦੁਨੀਆ ਨੂੰ ਛੱਡਾਂਗਾ ਤਦ ਵੀ ਮੇਰੇ ਸੀਨੇ ਵਿੱਚ ਹੀ ਰਹੇਗਾ। ਪਰ ਤੁਸੀਂ ਮੇਰੇ ਸ਼ਬਦਾਂ 'ਤੇ ਨਿਸ਼ਾਨੀ ਲਗਾ ਲਓ ਕਿ ਕੀ ਵਾਪਰਨ ਵਾਲਾ ਹੈ। ਜਦੋਂ ਕਿ ਇਸ ਨੂੰ ਗੁਜ਼ਰੇ 5 ਮਹੀਨੇ ਹੋ ਗਏ ਹਨ, ਹੁਣ ਤੋਂ 6 ਮਹੀਨੇ ਪਹਿਲਾਂ, ਅਤੇ ਸਾਡਾ ਕੋਈ ਵੀ ਵਿਚਾਰ ਨਹੀਂ ਸੀ ਕਿ ਅਸੀਂ ਕਦੇ ਹੇਠਾਂ ਉੱਤੇ ਮੈਕਸੀਕੋ ਵਿੱਚ ਜਾਵਾਂਗੇ। ਪਰ ਮੈਂ ਸੋਚਿਆ ਸੀ ਕਿ ਮੈਂ ਫਿਨਿਕਸ ਜਾ ਰਿਹਾ ਹਾਂ ਅਤੇ ਸਾਡੇ ਪਿਆਰੇ ਮਿੱਤਰ ਅਤੇ ਭਾਈ ਜੋ ਬਿਮਾਰਾਂ ਲਈ ਪ੍ਰਾਰਥਨਾ ਕਰ ਰਹੇ ਸਨ, ਸ਼੍ਰੀਮਾਨ ਐਲਨ, ਉਹ ਉੱਥੇ ਗਏ ਹੋਏ ਸਨ। ਉਸਨੇ ਕਿਹਾ, ਨਹੀਂ, ਮੈਂ ਇੱਥੇ ਹੀ ਰਹਿਣਾ ਹੈ, ਇਸ ਲਈ ਮੈਂ ਮਹੀਨੇ ਦੇ ਉਸ ਹਿੱਸੇ ਵਿੱਚ ਨਹੀਂ ਜਾ ਰਿਹਾ ਹਾਂ। ਅੱਛਾ, ਮੈਂ ਆਪਣੇ ਭਾਈ ਨਾਲ ਉੱਥੇ ਨਹੀਂ ਜਾਵਾਂਗਾ, ਮੈਂ ਅਜਿਹਾ ਬਿਲਕੁਲ ਨਹੀਂ ਕਰਾਂਗਾ। ਸੋ ਮੈਂ ਭਾਈ ਐਲਨ ਨੂੰ ਨਹੀਂ ਜਾਣਦਾ ਹਾਂ, ਪਰ ਫਿਰ ਵੀ ਉਹ ਉੱਥੇ ਬਾਹਰ ਪ੍ਰਭੂ ਦਾ ਕੰਮ ਕਰ ਰਿਹਾ ਹੈ। ਉਸਨੇ ਕਿਹਾ, ਨਹੀਂ, ਉਹ ਉੱਥੇ ਹੀ ਰੁਕਣ ਵਾਲੇ ਹਨ। ਮੈਂ ਕਿਹਾ, ਅੱਛਾ, ਭਾਈਆਂ ਨੇ ਮੈਨੂੰ ਫੋਨ ਕੀਤਾ, ਉਹ ਸੰਗਠਨ ਸੇਵਕਾਂ ਦਾ ਝੁੰਡ, ਜਿਹੜਾ ਕਿ ਮੈਂ ਭਾਈ ਰਾਬਰਟ ਦਾ ਸਥਾਨ ਲੈਣਾ ਸੀ ਜਦੋਂ ਕਿ ਉਹ ਆਸਟ੍ਰੇਲੀਆ ਗਏ ਹੋਏ ਸਨ। ਮੈਂ ਕਿਹਾ, ਅੱਛਾ, ਇਹ ਠੀਕ ਹੈ, ਜੇਕਰ ਉਹਨਾਂ ਕੋਲ ਉੱਥੇ ਕੋਈ ਹੈ। ਭਾਈ ਐਲਨ ਬਿਮਾਰਾਂ ਲਈ ਪ੍ਰਾਰਥਨਾ ਕਰ ਰਹੇ ਹਨ, ਮੈਂ ਨਹੀਂ ਜਾਵਾਂਗਾ, ਇਹ ਭਾਈਚਾਰਾ ਨਹੀਂ ਹੋਵੇਗਾ। ਇਸ ਲਈ ਮੈਂ ਕਿਹਾ, ਠੀਕ ਹੈ। ਅਤੇ ਭਾਈ ਆਰਗਨ ਬ੍ਰਾਈਟ ਨੇ ਕੁਝ ਦਿਨਾਂ ਬਾਅਦ ਮੈਨੂੰ ਫੋਨ ਕੀਤਾ ਅਤੇ ਕਿਹਾ, ਭਾਈ ਬ੍ਰਾਹਨਮ, ਮੈਂ ਭਾਈ ਮੂਰ ਨਾਲ ਗੱਲ ਕੀਤੀ ਹੈ, ਕਿਉਂ ਨਾ ਮੈਕਸੀਕੋ ਵਿੱਚ ਜਾਇਆ ਜਾਵੇ। ਮੈਂ ਕਿਹਾ, ਉਹ ਬਿਰਾਨ ਵਾਨ ਬਲੌਮਬਰਗ ਅਤੇ ਉਹਨਾਂ ਵਿੱਚੋਂ ਕਈ ਲੋਕਾਂ ਨੇ ਮੈਨੂੰ ਮੈਕਸੀਕੋ ਵਿੱਚ ਲੈ ਕੇ ਜਾਣ ਦਾ ਯਤਨ ਕੀਤਾ ਹੈ। ਮੈਂ ਉੱਥੇ ਜਾਣ ਦੀ ਪਰਵਾਹ ਨਹੀਂ ਕਰਦਾ ਹਾਂ। ਮੈਂ ਕਿਹਾ, ਚਲੋ ਬਸ ਕਿਤੇ ਇੱਕ ਅਮਰੀਕਨ ਸਭਾ ਕਰਦੇ ਹਾਂ। ਮੈਂ ਕਿਹਾ, ਮੈਂ ਪਹਿਲੀ ਵਾਰ ਉੱਥੇ ਉਹ ਤੰਬੂ ਲਗਾਉਣਾ ਚਾਹੁੰਦਾ ਹਾਂ। ਅਤੇ ਉਸਨੇ ਕਿਹਾ, ਅੱਛਾ, ਕਿਉਂ ਨਾ ਮੈਕਸੀਕੋ ਜਾਇਆ ਜਾਵੇ। ਮੈਂ ਕਿਹਾ, ਅੱਛਾ, ਠੀਕ ਹੈ, ਤੁਸੀਂ ਹੀ ਇਸ ਨੂੰ ਵੇਖੋ। ਸੋ ਉੱਥੇ ਇੱਕ ਦੂਸਰਾ ਵਿਅਕਤੀ ਸੀ ਅਤੇ ਉਹਨਾਂ ਨੇ ਵਾਪਸ ਫੋਨ ਕੀਤਾ ਅਤੇ ਕਿਹਾ, ਮੀਟਿੰਗਾਂ ਉਹਨਾਂ ਹੀ ਤਰੀਕਾਂ 'ਤੇ ਨਿਰਧਾਰਿਤ ਹੋ ਗਈਆਂ ਹਨ ਅਤੇ ਕਿਹਾ, ਸਾਨੂੰ ਉੱਥੇ ਇੱਕ ਬਹੁਤ ਵੱਡੇ ਆਡੀਟੋਰੀਅਮ ਵਿੱਚ ਸਥਾਨ ਮਿਲ ਗਿਆ ਹੈ। ਅਤੇ ਉਸ ਰਾਤ ਮੈਂ ਭਾਈ ਵੁਡਸ ਕੋਲ ਗਿਆ। ਮੈਂ ਸੋਚਿਆ, ਤੁਸੀਂ ਜਾਣਦੇ ਹੋ ਕਿ ਇਹ ਠੀਕ ਗੱਲ ਹੈ। ਛੋਟੇ ਕਾਲੇ ਰੰਗ ਦੇ ਚਿਹਰੇ ਵਾਲੇ ਬੱਚੇ, ਉਹ ਇੰਡੀਅਨ ਜਿਹੇ ਲੱਗਦੇ ਸਨ। ਇਹੋ ਹੀ ਤਾਂ ਉਹ ਦਰਸ਼ਨ ਹੈ। ਅਤੇ ਤਦ ਮੈਂ ਕਿਹਾ, ਪਰ ਅਜੀਬ ਗੱਲ ਹੈ, ਉਸ ਨੂੰ ਤਾਂ ਇੱਕ ਪਿਆਰੇ ਵਿਸ਼ਾਲ ਸਥਾਨ 'ਤੇ ਹੋਣਾ ਸੀ ਅਤੇ ਇਹ ਸਮਾਪਤ ਹੋਣ ਦੇ ਬਾਰੇ ਕੁਝ ਸੀ। ਸੋ ਫਿਰ ਜਦੋਂ ਅਸੀਂ 2 ਦਿਨ ਬਾਅਦ ਸ਼੍ਰੀਮਾਨ ਆਰਗਨ ਬ੍ਰਾਈਟ ਨੇ ਫੋਨ ਕੀਤਾ ਅਤੇ ਕਿਹਾ, ਭਾਈ ਬ੍ਰਾਹਨਮ,
ਸਾਨੂੰ ਇੱਕ ਵੱਡਾ ਸਾਂਝ ਦੇ ਖੇਡਣ ਵਾਲਾ ਅਖਾੜਾ ਮਿਲ ਗਿਆ ਹੈ ਅਤੇ ਮੈਕਸੀਕੋ ਦੀ ਸਰਕਾਰ ਵੀ ਤੁਹਾਨੂੰ ਅੰਦਰ ਲਿਆਉਣ ਲਈ ਤਿਆਰ ਹੈ। ਮੈਕਸੀਕੋ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਇੱਕ ਜਿਹੜਾ ਕੈਥੋਲਿਕ ਨਹੀਂ ਹੈ ਉਸ ਨੂੰ ਸਰਕਾਰ ਅੰਦਰ ਲਿਆ ਰਹੀ ਹੈ। ਸੋ ਮੈਂ ਕਿਹਾ ਇਹ ਬਹੁਤ ਵਧੀਆ ਹੈ। ਇਸ ਲਈ ਮੈਂ ਕਿਹਾ ਹੁਣ ਕੁਝ ਹੋਣ ਵਾਲਾ ਹੈ। ਮੈਂ ਕਿਹਾ ਮੁਸੀਬਤ ਆ ਰਹੀ ਹੈ। ਅਤੇ ਤੁਸੀਂ ਜਾਣਦੇ ਹੋ ਜਦੋਂ ਅਸੀਂ ਮੈਕਸੀਕੋ ਗਏ ਅਤੇ ਤਿਆਰ ਹੋਏ ਅਤੇ ਬਾਹਰ ਉਸ ਅਖਾੜੇ ਵਿੱਚ ਪਹੁੰਚੇ, ਕਿਸੇ ਨੇ ਰਸਤੇ ਵਿੱਚ ਜਦ ਅਸੀਂ ਉੱਥੇ ਜਾ ਰਹੇ ਸੀ ਤਾਂ ਮੀਂਹ ਪੈ ਰਿਹਾ ਸੀ ਅਤੇ ਕਿਸੇ ਨੇ ਉਹਨਾਂ ਮੀਟਿੰਗਾਂ ਨੂੰ ਸਮਾਪਤ ਕਰ ਦਿੱਤਾ ਅਤੇ ਉਹਨਾਂ ਨੂੰ ਅਜੇ ਤੱਕ ਨਹੀਂ ਪਤਾ ਸੀ ਕਿ ਕਿਸ ਨੇ ਅਜਿਹਾ ਕੀਤਾ ਸੀ। ਇਹ ਸਹੀ ਗੱਲ ਹੈ, ਇਹ ਬਿਲਕੁਲ ਠੀਕ ਗੱਲ ਹੈ। ਫਿਰ ਮੈਂ ਘਰ ਵਾਪਸ ਆਇਆ ਅਤੇ ਦੂਸਰੇ ਦਿਨ ਅਸੀਂ ਵਾਪਸ ਉਡਾਨ ਭਰੀ। ਅਸੀਂ ਤਾਂ ਇਹ ਵੀ ਨਹੀਂ, ਭਾਈ ਮੂਰ ਨੇ ਕਿਹਾ, ਭਾਈ ਬ੍ਰਾਨਮ ਮੈਂ ਪਤਾ ਲਗਾਵਾਂਗਾ ਅਤੇ ਸਾਨੂੰ ਤਾਂ ਕੋਈ ਪ੍ਰਚਾਰਕ ਵੀ ਨਹੀਂ ਮਿਲ ਸਕਿਆ, ਕਿਤੇ ਵੀ ਨਹੀਂ, ਅਤੇ ਕਿਸੇ ਨੂੰ ਉਸ ਦੇ ਬਾਰੇ ਵਿੱਚ ਕੁਝ ਵੀ ਪਤਾ ਨਹੀਂ ਸੀ। ਅਤੇ ਭਾਈ ਮੂਰ ਨੇ ਕਿਹਾ, ਜੇਕਰ ਮੈਂ ਭਾਈ ਬ੍ਰਾਨਮ ਜਿੰਨਾ ਮੈਂ ਤੁਹਾਡੇ ਪਿੱਛੇ ਚੱਲਿਆ ਹਾਂ, ਜੇਕਰ ਮੈਂ ਕਦੀ ਵੀ ਤੁਹਾਡਾ ਵਿਸ਼ਵਾਸ ਨਹੀਂ ਕੀਤਾ ਹੈ ਤਾਂ ਹੁਣ ਮੈਂ ਯਕੀਨਨ ਹੀ ਕਰਾਂਗਾ। ਅਤੇ ਮੈਂ ਕਿਹਾ ਇਹ ਠੀਕ ਹੈ। ਸੋ ਅਸੀਂ ਵਾਪਸ ਆ ਗਏ ਅਤੇ ਤਦ ਮੈਂ ਸੁਣਿਆ ਕਿ ਸ਼੍ਰੀਮਾਨ ਆਰਗਨ ਬ੍ਰਾਈਟ ਮੈਨੂੰ ਮਿਲਣ ਲਈ ਰਸਤੇ ਵਿੱਚ ਆ ਰਹੇ ਹਨ। ਮੈਂ ਉੱਥੇ ਬਾਹਰ ਆਪਣੀ ਗੁਫਾ ਵਿੱਚ ਪ੍ਰਾਰਥਨਾ ਕਰਨ ਲਈ ਗਿਆ ਅਤੇ ਪ੍ਰਭੂ ਕੋਲੋਂ ਪੁੱਛਿਆ ਕਿ ਕੀ ਹੈ। ਉਸਨੇ ਮੈਨੂੰ ਇੱਕ ਹੋਰ ਦਰਸ਼ਨ ਵਿਖਾਇਆ। ਉਸਨੇ ਕਿਹਾ ਮਰੀਆਂ ਹੋਈਆਂ ਮੱਛੀਆਂ ਉਹ ਪਈਆਂ ਹੋਈਆਂ ਸਨ ਅਤੇ ਉਸਨੇ ਮੈਨੂੰ ਦੱਸਿਆ ਕਿ ਉਹ ਕੀ ਸੀ। ਕਿਹਾ ਵਾਪਸ ਜਾਓ, ਪਰ ਇਹ ਅਸਲ ਵਿੱਚ ਉਹ ਸਮਾਂ ਨਹੀਂ ਹੈ, ਪਰ ਮੈਂ ਇਸ ਨੂੰ ਬਰਕਤ ਦੇਵਾਂਗਾ। ਮੈਂ ਵਾਪਸ ਉੱਥੇ ਗਿਆ ਅਤੇ ਲਗਭਗ 40-50 ਹਜ਼ਾਰ ਲੋਕ ਮਸੀਹ ਕੋਲ ਆਏ। ਇੱਕ ਮਰਿਆ ਹੋਇਆ ਬੱਚਾ ਮੁਰਦਿਆਂ ਵਿੱਚੋਂ ਜਿਉਂਦਾ ਹੋ ਗਿਆ ਅਤੇ ਮਹਾਨ ਗੱਲਾਂ ਵਾਪਰੀਆਂ। ਹੁਣ ਮੈਂ ਉਸ ਘੜੀ ਦੀ ਉਡੀਕ ਕਰ ਰਿਹਾ ਹਾਂ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਜੇ ਇਹ ਕਿੰਨੀ ਛੋਟੀ ਜਿਹੀ ਗੱਲ ਵਿਖਾਈ ਦਿੰਦੀ ਹੈ ਕਿ ਇਹ ਗੱਲਾਂ ਵਾਪਰ ਰਹੀਆਂ ਹਨ। ਇਹ ਮਹਾਨ ਚੀਜ਼ਾਂ ਜਿਹੜੀਆਂ ਪਹਿਲਾਂ ਹੀ ਵਾਪਰ ਚੁੱਕੀਆਂ ਹਨ। ਕਿਸੇ ਦੂਸਰੀ ਰਾਤ, ਮੈਨੂੰ ਨਹੀਂ ਪਤਾ ਉਸ ਸਮੇਂ ਫਿਲਦਲਫੀਆ ਚਰਚ ਵਿੱਚ ਕਿੰਨੇ ਲੋਕ ਸਨ, ਜਦ ਉਹਨਾਂ ਨੇ ਮੈਨੂੰ ਇੱਕ ਵਿਅਕਤੀ ਨੂੰ ਇਹ ਕਹਿੰਦੇ ਸੁਣਿਆ ਸੀ, ਸ਼ਰਾਪੀ ਹੋਵੇਗਾ ਉਹ ਮਨੁੱਖ ਜੋ ਆਪਣੀਆਂ ਅੱਖਾਂ ਖੋਲ੍ਹੇਗਾ ਜਦ ਮੈਂ ਇਸ ਅੰਨੀ ਔਰਤ ਲਈ ਪ੍ਰਾਰਥਨਾ ਕਰ ਰਿਹਾ ਹਾਂ। ਇਹੀ ਸੀ ਜੋ ਮੈਂ ਕਰ ਰਿਹਾ ਸੀ। ਵੇਖਿਆ ਮਿੱਤਰੋ, ਪ੍ਰਭੂ ਆਪਣੇ ਲੋਕਾਂ ਨਾਲ ਇੱਕ ਮਹਾਨ ਅਤੇ ਅਦਭੁਤ ਮੁਲਾਕਾਤ ਕਰਨ ਵਾਲਾ ਹੈ ਅਤੇ ਮੈਂ ਇਸ ਨੇ ਤਾਂ ਮੇਰੇ ਹਿਰਦੇ ਵਿੱਚ ਇੱਕ ਭੇਤ ਹੀ ਬਣ ਕੇ ਰਹਿਣਾ ਹੈ। ਪਰ ਜਿਵੇਂ ਕਿ ਤੁਸੀਂ ਮੈਨੂੰ ਜਾਣਦੇ ਹੋ, ਤੁਸੀਂ ਮੇਰੇ ਉੱਤੇ ਵਿਸ਼ਵਾਸ ਕਰਦੇ ਹੋ ਅਤੇ ਮੈਨੂੰ ਪਿਆਰ ਕਰਦੇ ਹੋ ਅਤੇ ਪਰਮੇਸ਼ਰ ਦੇ ਦਾਸ ਦੇ ਰੂਪ ਵਿੱਚ ਮੇਰਾ ਆਦਰ ਕਰਦੇ ਹੋ। ਬਸ ਯਾਦ ਰੱਖਿਓ, ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਇੱਕ ਬਰਕਤ ਰਾਹ ਵਿੱਚ ਹੀ ਹੈ। ਇਹ ਠੀਕ ਗੱਲ ਹੈ, ਇੱਕ ਚੀਜ਼ ਆ ਰਹੀ ਹੈ ਅਤੇ ਇਹ ਕਮਜ਼ੋਰ ਕਰਨ ਵਾਲੀ ਨਹੀਂ ਹੋਵੇਗੀ। ਇਹ ਅੱਗੇ ਤੋਂ ਮੈਨੂੰ ਕਦੇ ਕਮਜ਼ੋਰ ਨਹੀਂ ਕਰੇਗੀ ਅਤੇ ਇਹ ਕਿਸੇ ਵੀ ਉਸ ਚੀਜ਼ ਤੋਂ ਜੋ ਇੱਥੇ ਜਾਂ ਕਿਸੇ ਵੀ ਸਮੇਂ ਵਾਪਰੀ ਹੈ ਉਸ ਤੋਂ ਕਿਤੇ ਵੱਧ ਕੇ ਹੋਵੇਗੀ। ਇਹ ਤਾਂ ਬਸ ਕੁਝ ਅਜਿਹਾ ਹੈ ਜੋ ਪ੍ਰਭੂ ਨੇ ਦਿੱਤਾ ਹੈ ਅਤੇ ਮੈਂ ਚਾਹੁੰਦਾ ਹਾਂ ਇਹ ਮੈਨੂੰ ਕਿਰਪਾ ਵਿੱਚ ਵਿਸ਼ਵਾਸ ਕਰਨ ਵਾਲਾ ਬਣਾਉਂਦਾ ਹੈ। ਮੇਰੇ ਉਹਨਾਂ ਚੀਜ਼ਾਂ ਨੂੰ ਕਰਨ ਤੋਂ ਬਾਅਦ ਅਤੇ ਉਹ ਚੀਜ਼ਾਂ ਜੋ ਮੈਂ ਕੀਤੀਆਂ ਸਨ ਅਤੇ ਉਹ ਤਰੀਕਾ ਜਿਸ ਪ੍ਰਕਾਰ ਮੈਂ ਕੰਮ ਕੀਤੇ ਅਤੇ ਪਰਮੇਸ਼ਰ ਦੇ ਸਾਹਮਣੇ ਦੋਸ਼ੀ ਠਹਿਰਿਆ, ਅਤੇ ਫਿਰ ਵੀ ਜਦੋਂ ਪਰਮੇਸ਼ਰ ਕੁਝ ਬੋਲਦਾ ਹੈ ਅਤੇ ਕਰਦਾ ਹੈ, ਉਹ ਕਿਸੇ ਵੀ ਤਰ੍ਹਾਂ ਇਸ ਨੂੰ ਕਰਨ ਜਾ ਰਿਹਾ ਹੈ। ਆਮੀਨ। ਇੱਕ ਵਾਰੀ ਮੂਸਾ ਨੇ ਇੱਕ ਆਦਮੀ ਨੂੰ ਮਾਰ ਦਿੱਤਾ, ਪਰ ਪਰਮੇਸ਼ਰ ਦਾ ਇਰਾਦਾ ਪੱਕਾ ਸੀ। ਉਸਨੇ ਉਸ ਨੂੰ 40 ਸਾਲ ਤੱਕ ਰੇਗਿਸਤਾਨ ਦੇ ਪਿਛਲੇ ਪਾਸੇ ਰੱਖਿਆ, ਪਰ ਉਹ ਇਸਰਾਇਲ ਨੂੰ ਵਾਅਦਾ ਕੀਤੀ ਧਰਤੀ ਵਿੱਚ ਲੈ ਗਿਆ। ਕੀ ਉਹ ਅਦਭੁਤ ਨਹੀਂ ਹੈ? ਸਭਾ ਕਹਿੰਦੀ ਹੈ ਆਮੀਨ। ਸੰਪਾਦਕ ਉਹ ਅੱਜ ਵੀ ਉਹ ਹੀ ਪਰਮੇਸ਼ਰ ਹੈ ਜੋ ਉਹ ਉਸ ਵੇਲੇ ਸੀ। ਅਤੇ ਮਿੱਤਰੋ, ਮੈਂ ਤੁਹਾਡੇ ਵਿੱਚੋਂ ਹਰੇਕ ਮਸੀਹ ਵਿਸ਼ਵਾਸੀ ਨੂੰ ਇਹ ਕਹਿੰਦਾ ਹਾਂ ਕਿ ਇਸ ਨਾਲ ਕੋਈ ਮਤਲਬ ਨਹੀਂ ਹੈ ਕਿ ਤੁਸੀਂ ਕਿਸ ਗਿਰਜੇ ਵਿੱਚ ਜਾਂਦੇ ਹੋ। ਇੱਕ ਦਿਨ ਸਟੂਡੀਓ ਵਿੱਚ ਇੱਕ ਵਿਅਕਤੀ ਆਇਆ ਸੀ, ਇੱਕ ਬਹੁਤ ਹੀ ਵਧੀਆ ਆਦਮੀ ਅਤੇ ਉਸ ਦੀ ਪਤਨੀ। ਮੈਂ ਉਸ ਨਾਲ ਗੱਲਬਾਤ ਕਰ ਰਿਹਾ ਸੀ ਜਿੱਥੇ ਭਾਈ ਬੋਝ ਅਤੇ ਮੈਂ ਪ੍ਰਸਾਰਣ ਦੇ ਲਈ ਕੁਝ ਰਿਕਾਰਡਿੰਗ ਤਿਆਰ ਕਰ ਰਹੇ ਸੀ ਅਤੇ ਉਹ ਮੇਰੇ ਨਾਲ ਹੱਥ ਮਿਲਾ ਰਿਹਾ ਸੀ ਅਤੇ ਗੱਲਬਾਤ ਕਰ ਰਿਹਾ ਸੀ। ਅਤੇ ਮੈਂ ਕਿਹਾ ਅੱਛਾ, ਉਹ ਭਾਈ ਜੋਸਫ ਨਾਲ ਬਹੁਤ ਪਿਆਰ ਕਰਦਾ ਹੈ
ਮੈਂ ਕਿਹਾ, ਕੀ ਤੁਸੀਂ ਉਸ ਦੇ ਗਿਰਜੇ ਵਿੱਚ ਜਾਂਦੇ ਹੋ? ਉਸਨੇ ਕਿਹਾ, ਨਹੀਂ, ਮੈਂ ਇੱਕ ਮੈਥੋਡਿਸਟ ਹਾਂ। ਮੈਂ ਕਿਹਾ, ਅੱਛਾ, ਤੁਹਾਨੂੰ ਇਸ ਗੱਲ ਲਈ ਮਾफ़ ਕੀਤਾ ਜਾ ਸਕਦਾ ਹੈ। ਅਤੇ ਇਸ ਲਈ ਮੈਂ ਉਸ ਨਾਲ ਇਸ ਤਰ੍ਹਾਂ ਮਜ਼ਾਕ ਕਰ ਰਿਹਾ ਸੀ ਅਤੇ ਮੈਂ ਕਿਹਾ, ਮੈਂ ਤਾਂ ਤੁਹਾਡੇ ਨਾਲ ਇੰਝ ਹੀ ਕਰ ਰਿਹਾ ਸੀ। ਮੈਂ ਕਿਹਾ, ਵੇਖੋ ਭਾਈ ਜੀ, ਮੈਂ ਥੋੜ੍ਹੀ ਘੋੜਸਵਾਰੀ ਕਰਦਾ ਹੁੰਦਾ ਸੀ ਅਤੇ ਮੇਰੇ ਪਿਤਾ ਇੱਕ ਘੋੜਸਵਾਰ ਸਨ। ਅਤੇ ਮੈਂ ਕਿਹਾ, ਉੱਪਰ ਆਰਾਪਾਹੋ ਜੰਗਲ ਵਿੱਚ ਅਸੀਂ ਪਸ਼ੂ ਚਾਰਦੇ ਹੁੰਦੇ ਸੀ। ਮੈਂ ਕਿਹਾ, ਉੱਥੇ ਉਸ ਇਲਾਕੇ ਵਿੱਚ ਤਾਂ ਕੁਝ ਵੀ ਆ ਨਹੀਂ ਸਕਦਾ ਸੀ ਜਦ ਤੱਕ ਕਿ ਉਹ ਪੂਰੀ ਤਰ੍ਹਾਂ ਸ਼ੁੱਧ ਨਸਲ ਦਾ ਹੇਅਰਫੋਰਡ ਨਾ ਹੋਵੇ। ਇੱਕ ਰੇਂਜਰ ਵਾੜੇ ਦੇ ਫਾਟਕ ਕੋਲ ਖੜ੍ਹਾ ਰਹਿੰਦਾ ਸੀ ਅਤੇ ਕਿਸੇ ਨੂੰ ਉੱਥੋਂ ਲੰਘਣ ਨਹੀਂ ਸੀ ਦਿੰਦਾ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਸ਼ੁੱਧ ਨਸਲ ਦਾ ਹੇਅਰਫੋਰਡ ਰਜਿਸਟਰਡ ਨਾ ਹੋਵੇ। ਅਤੇ ਮੈਂ ਕਿਹਾ, ਉਹਨਾਂ ਵਿੱਚੋਂ ਕੁਝ ਲੇਜੀ ਜੇ ਦੇ ਨਾਲ ਆਉਂਦੇ ਹਨ ਅਤੇ ਕੁਝ ਬਾਰ ਡਬਲਿਊ ਦੇ ਨਾਲ ਆਉਂਦੇ ਹਨ ਅਤੇ ਕੁਝ ਸਰਕਲ ਆਰ ਦੇ ਨਾਲ, ਕੁਝ ਟਰਾਈਪਾਡ ਦੇ ਨਾਲ ਆਉਂਦੇ ਹਨ। ਉਹ ਵੱਖਰੇ ਵੱਖਰੇ ਮਾਰਕਿਆਂ ਵਾਲੇ ਹੁੰਦੇ ਹਨ, ਪਰ ਉਹ ਸਾਰੇ ਹੇਅਰਫੋਰਡ ਨਸਲ ਦੇ ਹੀ ਹੁੰਦੇ ਹਨ। ਇਹ ਠੀਕ ਗੱਲ ਹੈ। ਇਹ ਅਜਿਹਾ ਹੀ ਹੈ। ਅਸੀਂ ਮੈਥੋਡਿਸਟ, ਬੈਪਟਿਸਟ, ਇਹ ਜਾਂ ਕੁਝ ਹੋਰ ਹੋ ਸਕਦੇ ਹਾਂ, ਪਰ ਜਦੋਂ ਤੱਕ ਤੁਸੀਂ ਪਵਿੱਤਰ ਆਤਮਾ ਦੀ ਸਾਮਰਥ ਰਾਹੀਂ ਇੱਕ ਸ਼ੁੱਧ ਮਸੀਹੀ ਹੋ, ਸਿਰਫ ਇਹੋ ਹੀ ਇੱਕ ਚੀਜ਼ ਹੈ ਜੋ ਕਿ ਚਾਰਾਗਾਹ ਵਿੱਚ ਝੁੰਡ ਵਿੱਚ ਵੜ ਸਕਦੀ ਹੈ, ਕਿਉਂਕਿ ਇੱਕੋ ਹੀ ਆਤਮਾ ਦੇ ਰਾਹੀਂ ਸਾਡਾ ਸਾਰਿਆਂ ਦਾ ਬਪਤਿਸਮਾ ਇੱਕੋ ਹੀ ਦੇਹ ਵਿੱਚ ਹੋਇਆ ਹੈ ਅਤੇ ਅਸੀਂ ਸਾਰੇ ਲੋਕ ਇੱਕ ਬਣ ਜਾਂਦੇ ਹਾਂ, ਇੱਕੋ ਕਲੀਸਿਆ, ਇੱਕੋ ਹੀ ਸੋਚ, ਇੱਕੋ ਹੀ ਉਦੇਸ਼ ਦੇ ਨਾਲ। ਜਦੋਂ ਤੱਕ ਕਿ ਅਸੀਂ ਧਰਤੀ ਉੱਤੇ ਹਾਂ, ਯਿਸੂ ਮਸੀਹ ਨੂੰ ਵਡਿਆਈ ਦੇਣ ਲਈ ਹਾਂ, ਇੱਕੋ ਸਵਰਗ। ਇਹ ਠੀਕ ਹੈ? ਸਭਾ ਕਹਿੰਦੀ ਹੈ ਆਮੀਨ। ਸੰਪਾਦਕ। ਅਤੇ ਅਸੀਂ ਇਸ ਦੇ ਲਈ ਬਹੁਤ ਹੀ ਧੰਨਵਾਦੀ ਹਾਂ। ਹੁਣ ਤੁਹਾਡੇ ਨਾਲ ਗੱਲ ਕਰਨ ਲਈ ਮੈਂ ਆਪਣੇ ਸਮੇਂ ਤੋਂ ਅੱਗੇ ਲੰਘ ਚੁੱਕਾ ਹਾਂ, ਕਿਉਂਕਿ ਤੁਹਾਨੂੰ ਵਾਪਸ ਜਾਣ ਲਈ ਬਸ ਥੋੜ੍ਹੀ ਹੀ ਦੇਰ ਵਿੱਚ ਜਲਦੀ ਕਰਨੀ ਪਵੇਗੀ। ਪਰ ਕਿੰਨੇ ਹਿਰਦੇ ਤੋਂ ਹਿਰਦੇ ਦੀ ਗੱਲਬਾਤ ਪਸੰਦ ਕਰਦੇ ਹਨ? ਸਭਾ ਕਹਿੰਦੀ ਹੈ ਆਮੀਨ। ਸੰਪਾਦਕ। ਤੁਹਾਨੂੰ ਵੇਖ ਕੇ ਲੱਗਦਾ ਵੀ ਹੈ ਤੁਸੀਂ ਇਹ ਸਮਝ ਗਏ ਹੋ। ਅਸੀਂ ਤਾਂ ਘੰਟਿਆਂ ਬੱਧੀ ਗੱਲਬਾਤ ਕਰ ਸਕਦੇ ਹਾਂ। ਤੁਸੀਂ ਅਲੌਕਿਕ ਗੱਲਾਂ ਦੀ ਵਿਆਖਿਆ ਨਹੀਂ ਕਰ ਸਕਦੇ ਹੋ। ਜਦ ਤੁਸੀਂ ਅਜਿਹਾ ਕਰਨ ਦਾ ਯਤਨ ਕਰਦੇ ਹੋ, ਇਹ ਠੀਕ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਸਨੇ ਮੈਨੂੰ ਦੱਸਿਆ। ਤੁਸੀਂ ਸਰੀਰਕ ਮੁਕਾਬਲੇ ਦੇ ਉੱਠਣ ਦਾ ਕਾਰਨ ਬਣਦੇ ਹੋ। ਸਮਝੇ? ਤੁਸੀਂ ਅਜਿਹਾ ਕਰਦੇ ਹੋ। ਇਹ ਤਾਂ ਬਸ ਅਸਲੀ ਹੁੰਦਾ ਹੈ। ਇਹ ਇਹੋ ਹੀ ਕਰੇਗਾ ਅਤੇ ਇਹ ਮਸੀਹ ਦੀ ਦੇਹ ਲਈ ਇੱਕ ਰੁਕਾਵਟ ਬਣਦਾ ਹੈ। ਤੁਸੀਂ ਜਾਣਦੇ ਹੋ ਕਿ ਮੇਰਾ ਕੀ ਮਤਲਬ ਹੈ। ਇਹ ਇੱਕ ਝਗੜਾ ਪੈਦਾ ਕਰਦਾ ਹੈ। ਹੁਣ ਜੋ ਕੰਮ ਕਰਨਾ ਹੈ ਉਹ ਇਹ ਹੈ ਕਿ ਆਪਣੇ ਹਿਰਦੇ ਵਿੱਚ ਸੱਚੇ ਬਣੇ ਰਹੋ। ਆਪਣੇ ਸੰਪੂਰਨ ਹਿਰਦੇ ਨਾਲ ਪ੍ਰਭੂ ਨਾਲ ਪਿਆਰ ਕਰਦੇ ਰਹੋ ਅਤੇ ਧੰਨਵਾਦੀ ਬਣੇ ਰਹੋ ਕਿ ਪਰਮੇਸ਼ਰ ਜੀ ਉੱਠਿਆ ਹੋਇਆ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੈ। ਅਤੇ ਮੈਂ ਇਹ ਕਹਿੰਦਾ ਹਾਂ ਅਤੇ ਇਹ ਭਵਿੱਖਬਾਣੀ ਕਰਦਾ ਹਾਂ ਅਤੇ ਇਹ ਮੈਂ ਪ੍ਰਭੂ ਦੇ ਨਾਮ ਵਿੱਚ ਨਹੀਂ ਕਹਿ ਰਿਹਾ ਹਾਂ। ਮੈਂ ਤੁਹਾਡਾ ਭਾਈ ਹੋਣ ਦੇ ਨਾਤੇ ਇਹ ਕਹਿ ਰਿਹਾ ਹਾਂ। ਮੈਂ ਇਸ ਦਾ ਅਨੁਮਾਨ ਲਗਾਉਂਦਾ ਹਾਂ ਅਤੇ ਜਰਾ ਧਿਆਨ ਨਾਲ ਸੁਣੋ। ਮੈਂ ਅਨੁਮਾਨ ਲਗਾਉਂਦਾ ਹਾਂ ਕਿ ਅਮਰੀਕਾ ਇਸ ਸਾਲ, ਇਹ ਸੰਯੁਕਤ ਰਾਜ ਇਸ ਸਾਲ ਜਾਂ ਤਾਂ ਮਸੀਹ ਨੂੰ ਕਬੂਲ ਕਰੇਗਾ ਜਾਂ ਉਹ ਡਿੱਗਣਾ ਸ਼ੁਰੂ ਹੋ ਜਾਵੇਗਾ ਇਸ ਸਾਲ ਤੋਂ। ਅਤੇ ਇਹ ਅਮਰੀਕਾ ਦਾ ਤੌਬਾ ਕਰਨ ਦਾ ਸਮਾਂ ਹੈ। ਅਤੇ ਜੇਕਰ ਇਹ ਨਹੀਂ ਕਰਦਾ, ਮੈਂ ਇਸ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਹੈ। ਮੈਂ ਸੋਚਦਾ ਹਾਂ ਕਿ ਇਸ ਸਾਲ 15 ਜਾਂ 16 ਜਨਵਰੀ ਦੇ ਆਸ-ਪਾਸ ਤੋਂ ਮੈਂ ਇਹ ਕਹਿਣ ਦੀ ਅਗਵਾਈ ਮਹਿਸੂਸ ਕਰ ਰਿਹਾ ਹਾਂ ਅਤੇ ਮੈਂ ਇਸ ਦੇ ਨਾਲ ਅਟਕਿਆ ਹੋਇਆ ਹਾਂ ਅਤੇ ਮੈਂ ਪਈਆਂ ਨੂੰ ਘੁੰਮਦੇ ਹੋਏ ਵੇਖਿਆ ਹੈ। ਮੈਂ ਮਹਾਨ ਪ੍ਰਸਿੱਧ ਪ੍ਰਚਾਰਕ ਬਿਲੀ ਗ੍ਰਾਮ 'ਤੇ ਧਿਆਨ ਦਿੱਤਾ। ਉਹ ਵਿਦੇਸ਼ ਦੌਰੇ ਤੋਂ ਪਰਤ ਕੇ ਆਏ ਅਤੇ ਉਹਨਾਂ ਨੇ ਆਪਣੀਆਂ ਸਭਾਵਾਂ ਕੀਤੀਆਂ ਨਿਊਯਾਰਕ ਅਤੇ ਇਹਨਾਂ ਮਹਾਨ ਸਥਾਨਾਂ 'ਤੇ, ਤਾਂ ਕਿ ਠੀਕ ਕੇਂਦਰ ਬਿੰਦੂ 'ਤੇ ਸੱਟ ਮਾਰਨ ਅਤੇ ਆਦਿ। ਅਤੇ ਮੈਂ ਵੇਖ ਰਿਹਾ ਹਾਂ ਕਿ ਭਾਈ ਰਾਬਰਟਸ ਨੂੰ ਬਾਈਕਾਟ ਕਰਕੇ ਵਿਦੇਸ਼ਾਂ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਸ਼੍ਰੀਮਾਨ ਆਰਗਨ ਬ੍ਰਾਈਟ ਜੂਨ ਤੋਂ ਬਾਅਦ ਮੈਨੂੰ ਚਾਹੁੰਦੇ ਹਨ ਅਤੇ ਉਹ ਕਿ ਜਰਮਨੀ ਜਾਇਆ ਜਾਵੇ, ਵਾਪਿਸ ਹੇਠਾਂ ਦੱਖਣੀ ਅਫਰੀਕਾ ਵਿੱਚ ਅਤੇ ਉੱਥੋਂ ਲੰਘ ਕੇ। ਪਰ ਕੁਝ ਹੈ ਜੋ ਮੈਨੂੰ ਅਮਰੀਕਾ ਵਿੱਚ ਹੀ ਰੋਕੇ ਹੋਏ ਹੈ ਅਤੇ ਬਾਕੀ ਸਭ ਦਾ ਵੀ ਇਹੋ ਹੀ ਹਾਲ ਪ੍ਰਤੀਤ ਹੁੰਦਾ ਹੈ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਅਮਰੀਕਾ ਇਸ ਸਾਲ ਆਪਣੀ ਆਖਰੀ ਬੁਲਾਹਟ ਪ੍ਰਾਪਤ ਕਰਨ ਜਾ ਰਿਹਾ ਹੈ। ਠੀਕ ਹੈ,
ਮੈਂ ਹਿੰਮਤ ਹੀ ਨਾ ਕਰਾਂ। ਉਹਨਾਂ ਟੇਪਾਂ ਵੱਲ ਵੇਖੋ, ਹੋ ਸਕਦਾ ਹੈ ਕਿ ਇਹ ਅੱਜ ਤੋਂ 20 ਸਾਲ ਤੱਕ ਚੱਲਣ। ਵੇਖਿਆ, ਧਿਆਨ ਦੇਣਾ ਹੋਵੇਗਾ ਕਿ ਤੁਸੀਂ ਕੀ ਗੱਲ ਕਰ ਰਹੇ ਹੋ। ਧਿਆਨ ਦਿਓ ਕਿ ਤੁਸੀਂ ਕੀ ਬੋਲ ਰਹੇ ਹੋ। ਪਰ ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ। ਹੁਣ ਪ੍ਰਭੂ ਨੇ ਮੈਨੂੰ ਉਹ ਨਹੀਂ ਦੱਸਿਆ ਹੈ, ਪਰ ਮੈਂ ਇਸ ਦਾ ਵਿਸ਼ਵਾਸ ਕਰਦਾ ਹਾਂ ਕਿ ਅਮਰੀਕਾ ਇਸ ਸਾਲ ਜਾਂ ਮਸੀਹ ਨੂੰ ਕਬੂਲ ਕਰੇਗਾ ਅਤੇ ਜਾਂ ਉਸ ਨੂੰ ਪੂਰੀ ਤਰ੍ਹਾਂ ਠੁਕਰਾ ਦੇਵੇਗਾ। ਮੈਂ ਭਵਿੱਖਬਾਣੀ ਪ੍ਰਿਡਿਕਟ ਕਰਦਾ ਹਾਂ ਕਿ ਉਹ ਉਸ ਨੂੰ ਠੁਕਰਾ ਦੇਣਗੇ। ਮੈਂ ਕਹਿੰਦਾ ਹਾਂ, ਵੇਖੋ ਉਹ ਫਲੋਰੀਡਾ ਵਿੱਚ ਜੈਕ ਕੋ ਦੇ ਨਾਲ ਕੀ ਕਰ ਰਹੇ ਹਨ। ਵੇਖੋ ਉਹ ਸਭ ਪਾਸੇ ਕੀ ਕਰ ਰਹੇ ਹਨ। ਉਹ ਕਿਵੇਂ ਕਦੀ ਵੀ, ਇਹ ਤਾਂ ਇੱਥੋਂ ਤੱਕ ਸੰਵਿਧਾਨ ਦੇ ਵਿਰੁੱਧ ਹੈ, ਕਿਸੇ ਵੀ ਵਿਅਕਤੀ ਨੂੰ ਪ੍ਰਾਂਤ ਵਿੱਚੋਂ ਬਾਹਰ ਹੀ ਕੱਢ ਦੇਣਾ। ਸਾਡੇ ਕੋਲ ਬੋਲਣ ਦੀ ਆਜ਼ਾਦੀ ਹੈ, ਬਿਲਕੁਲ ਠੀਕ, ਸਾਡੇ ਕੋਲ ਹੈ। ਪਰ ਉਹ ਪਹਿਲੀ ਗੱਲ ਤੁਸੀਂ ਜਾਣੋ, ਉਹ ਇਸ ਸਭ ਨੂੰ ਰੋਕਣ ਦੀ ਕੋਸ਼ਿਸ਼ ਕਰਨਗੇ। ਉਹ ਕੋਸ਼ਿਸ਼ ਕਰਨਗੇ ਕਿ ਬਿਮਾਰਾਂ ਲਈ ਪ੍ਰਾਰਥਨਾ ਕਰਨੀ ਬੰਦ ਕਰਵਾ ਦੇਣ ਅਤੇ ਉਸ 'ਤੇ ਰੋਕ ਲਗਾ ਦੇਣ। ਅਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਕਲੀਸਿਆ ਉੱਤੇ ਸਤਾਵ ਆਵੇਗਾ, ਇਹ ਆਪਣੀ ਚਰਮ ਉਚਾਈ ਤੱਕ ਪਹੁੰਚ ਜਾਵੇਗੀ। ਇਹ ਹਮੇਸ਼ਾ ਹੀ ਸਰਵਸ਼੍ਰੇਸ਼ਟ ਹੀ ਰਹੀ ਹੈ। ਜੀ ਹਾਂ ਸ਼੍ਰੀਮਾਨ, ਅਤੇ ਪਰਮੇਸ਼ਰ ਇਸ ਸਭ 'ਤੇ ਕੰਮ ਕਰ ਰਿਹਾ ਹੈ। ਇੱਕ ਭਾਈ ਕਹਿੰਦਾ ਹੈ, ਆਮੀਨ, ਪਰਮੇਸ਼ਰ ਦੀ ਵਡਿਆਈ ਹੋਵੇ। ਆਮੀਨ, 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 ਆਮੀਨ। ਅਤੇ ਪਰਮੇਸ਼ਰ ਦੀ ਵਡਿਆਈ ਹੋਵੇ। ਸੰਪਾਦਕ, ਪਰਮੇਸ਼ਰ ਦੀ ਵਡਿਆਈ ਹੋਵੇ ਜੋ ਸਾਨੂੰ ਜਿੱਤ ਬਖਸ਼ਦਾ ਹੈ। ਪਰਮੇਸ਼ਰ ਦੀ ਵਡਿਆਈ ਹੋਵੇ, ਪਰਮੇਸ਼ਰ ਦੀ ਵਡਿਆਈ ਹੋਵੇ। ਦੋ ਭੈਣਾਂ ਇੱਕੋ ਹੀ ਸਮੇਂ 'ਤੇ ਭਰਾਈ ਭਾਖਿਆ ਬੋਲਦੀਆਂ ਹਨ। ਹੁਣ ਅਨੁਵਾਦ ਦੀ ਉਡੀਕ ਕਰੋ, ਵੇਖੋ ਕਿ ਉਹ ਸਾਨੂੰ ਕੀ ਕਹਿੰਦਾ ਹੈ। ਦੋ ਭੈਣਾਂ ਫਿਰ ਇੱਕੋ ਹੀ ਸਮੇਂ ਭਰਾਈ ਭਾਖਿਆ ਵਿੱਚ ਬੋਲਦੀਆਂ ਹਨ। ਟੇਪ ਵਿੱਚ ਖਾਲੀ ਥਾਂ। ਸੰਪਾਦਕ, ਅਤੇ ਠੀਕ ਹੈ, ਹੁਣ ਇਸ ਦੇ ਪਿੱਛੇ ਅਨੁਵਾਦ ਨੇ ਆਉਣਾ ਹੈ। ਸਭ ਲੋਕ ਬੜੇ ਹੀ ਆਦਰ ਭਾਵ ਨਾਲ ਬਣੇ ਰਹਿਣ ਅਤੇ ਉਸ ਔਰਤ ਨੇ ਜੋ ਵੀ ਬੋਲਿਆ ਹੈ, ਉਹ ਜੋ ਕੋਈ ਵੀ ਹੈ, ਉਸ ਨੂੰ ਬਹੁਤ ਹੀ ਧਿਆਨ ਨਾਲ ਸੁਣੋ। ਉਹ ਜੋ ਜਾਣਦੇ ਹਨ। ਹੁਣ ਵੇਖੋ, ਇੱਕ ਭੈਣ ਭਰਾਈ ਭਾਖਿਆ ਵਿੱਚ ਬੋਲਣਾ ਸ਼ੁਰੂ ਕਰਦੀ ਹੈ। ਸੰਪਾਦਕ, ਉਹ ਭੈਣ ਭਰਾਈ ਭਾਸ਼ਾ ਵਿੱਚ ਬੋਲਦੀ ਰਹਿੰਦੀ ਹੈ, ਜਦਕਿ ਦੂਸਰੀ ਭੈਣ ਉਸੇ ਹੀ ਸਮੇਂ ਅਨੁਵਾਦ ਕਰਦੀ ਹੈ। ਆਪਣੇ ਸਿਰਾਂ ਨੂੰ ਝੁਕਾਏ ਹੋਏ ਤੁਸੀਂ ਉਸ ਅਨੁਵਾਦ ਨੂੰ ਸੁਣਿਆ ਹੈ। ਕਿੰਨੇ ਲੋਕ ਇੱਥੇ ਮਸੀਹ ਨੂੰ ਆਪਣਾ ਨਿੱਜੀ ਮੁਕਤੀਦਾਤਾ ਦੇ ਰੂਪ ਵਿੱਚ ਕਬੂਲ ਕਰਨਾ ਚਾਹੁੰਦੇ ਹਨ ਕਿ ਪ੍ਰਾਰਥਨਾ ਵਿੱਚ ਯਾਦ ਕੀਤੇ ਜਾਣ। ਕੀ ਤੁਸੀਂ ਠੀਕ ਹੁਣੇ ਹੀ ਆਪਣੇ ਹੱਥਾਂ ਨੂੰ ਉੱਚਾ ਉਠਾਓਗੇ? ਹੋਰ ਉੱਚਾ, ਤਾਂ ਕਿ ਅਸੀਂ ਵੇਖ ਸਕੀਏ ਕਿ ਤੁਸੀਂ ਕੌਣ ਹੋ। ਹੋਰ ਉੱਚਾ। ਸਾਨੂੰ ਵਾਜੇ 'ਤੇ ਜੇਕਰ ਇੱਕ ਛੋਟਾ ਜਿਹਾ ਸੁਰ ਮਿਲ ਜਾਵੇ, ਜੇਕਰ ਤੁਸੀਂ ਕੁਝ ਪਲਾਂ ਲਈ ਕਰ ਸਕੋ। ਜਦੋਂ ਕਿ ਹੁਣ ਤੁਸੀਂ ਆਪਣੇ ਸਿਰਾਂ ਨੂੰ ਝੁਕਾਉਂਦੇ ਹੋ ਅਤੇ ਆਪਣੇ ਸੰਪੂਰਨ ਹਿਰਦੇ ਨਾਲ ਵਿਸ਼ਵਾਸ ਕਰਦੇ ਹੋ, ਜਦ ਕਿ ਆਵਾਜ਼ ਨੇ ਕਿਹਾ ਸੀ ਕਿ ਇਹ ਸੱਚ ਸੀ। ਜੇਕਰ ਤੁਸੀਂ ਕਦੇ ਆਉਣ ਵਾਲੇ ਹੋ ਤਾਂ ਹੁਣੇ ਹੀ ਆ ਜਾਓ। ਸਾਡੇ ਸਵਰਗੀ ਪਿਤਾ, ਅਸੀਂ ਯੀਸ਼ੂ ਮਸੀਹ ਦੇ ਨਾਮ ਵਿੱਚ ਪ੍ਰਾਰਥਨਾ ਕਰਦੇ ਹਾਂ ਕਿ ਜਦ ਕਿ ਤੇਰਾ ਆਤਮਾ ਹੁਣ ਇਸ ਇਮਾਰਤ ਵਿੱਚ ਚੱਲ ਫਿਰ ਰਿਹਾ ਹੈ ਅਤੇ ਆਵਾਜ਼ਾਂ ਅਗਾਂਹ ਵਧੀਆਂ ਹਨ ਅਤੇ ਕਿਹਾ ਹੈ ਕਿ ਇਹੋ ਸਮਾਂ ਸੀ, ਇਹੋ ਹੀ ਉਹ ਘੜੀ ਹੈ। ਅਤੇ ਸਵਰਗੀ ਪਿਤਾ, ਉਹਨਾਂ ਸਾਰੇ ਹੱਥਾਂ ਨੂੰ ਵੇਖਦਿਆਂ ਹੋਇਆਂ ਜੋ ਉੱਪਰ ਉੱਠੇ ਹੋਏ ਹਨ, ਮੈਂ ਪ੍ਰਾਰਥਨਾ ਕਰਦਾ ਹਾਂ, ਕੁਝ ਸ਼ਾਇਦ 30 ਜਾਂ ਜ਼ਿਆਦਾ ਹੱਥ ਠੀਕ ਹੁਣੇ ਹੀ ਹਵਾ ਵਿੱਚ ਉੱਠੇ ਹੋਏ ਹਨ, ਕਿ ਸੰਦੇਸ਼ ਨੂੰ ਸੁਣ ਕੇ ਮਸੀਹ ਨੂੰ ਆਪਣੇ ਨਿੱਜੀ ਮੁਕਤੀਦਾਤੇ ਦੇ ਰੂਪ ਵਿੱਚ ਸਵੀਕਾਰ ਕਰਨ, ਇਹ ਜਾਣਦੇ ਹੋਏ ਕਿ ਅਸੀਂ ਅੰਤ ਦੇ ਸਮੇਂ 'ਤੇ ਹਾਂ। ਇਸ ਬੇਦਾਰੀ ਦੀ ਅੱਗ ਹਰ ਪਹਾੜੀ 'ਤੇ ਹੈ। ਪਰਮੇਸ਼ਰ ਨੇ ਵਾਅਦਾ ਕੀਤਾ ਸੀ ਕਿ ਆਖਰੀ ਦਿਨਾਂ ਵਿੱਚ ਉਹ ਇਹਨਾਂ ਸਭ ਚੀਜ਼ਾਂ ਨੂੰ ਉਠਾ ਖੜਾ ਕਰੇਗਾ, ਇਹ ਸਿੱਧ ਕਰਨ ਲਈ ਕਿ ਉਹ ਹੀ ਪਰਮੇਸ਼ਰ ਹੈ ਅਤੇ ਸਾਡੇ ਵਿਚਕਾਰ ਠੀਕ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੇ ਸਾਹਮਣੇ ਵੱਡੇ ਚਿੰਨ੍ਹ ਅਤੇ ਚੰਬੇ ਵਿਖਾ ਰਿਹਾ ਹੈ ਕਿ ਅੰਨੇ ਵੇਖਣ ਅਤੇ ਬੋਲੇ ਸੁਣ ਅਤੇ ਮਹਾਨ ਅਲੌਕਿਕ ਸੇਵਕਾਈਆਂ ਚੱਲ ਰਹੀਆਂ ਹਨ। ਅਤੇ ਅੱਜ ਪ੍ਰਭੂ, ਇਸ ਨੂੰ ਵੇਖਣ ਲਈ ਅਸੀਂ ਜਿਉਂਦੇ ਹਾਂ। ਹੇ ਸਵਰਗੀ ਪਿਤਾ, ਮੈਂ ਦੁਆ ਕਰਦਾ ਹਾਂ ਕਿ ਇਹਨਾਂ ਵਿਚਾਰੇ ਪਿਆਰੇ ਬੱਚਿਆਂ ਵਿੱਚੋਂ ਹਰ ਇੱਕ ਜਿਨ੍ਹਾਂ ਨੇ ਆਪਣੇ ਹੱਥਾਂ ਨੂੰ ਹੁਣ ਚੁੱਕਿਆ ਹੋਇਆ ਹੈ, ਕਿ ਉਹ ਤੈਨੂੰ ਆਪਣਾ ਨਿੱਜੀ ਮੁਕਤੀਦਾਤਾ ਕਬੂਲ ਕਰਨਾ ਚਾਹੁੰਦੇ ਹਨ, ਕਿ ਤੂੰ ਉਹਨਾਂ ਨੂੰ ਪਾਪ ਤੋਂ ਬਚਾਵੇਂਗਾ। ਪ੍ਰਭੂ, ਇਸ ਬੇਨਤੀ ਨੂੰ ਸਵੀਕਾਰ ਕਰ। ਅਤੇ ਮੈਂ ਇਹ ਵੀ ਪ੍ਰਾਰਥਨਾ ਕਰਦਾ ਹਾਂ, ਜਦ ਕਿ ਅਸੀਂ ਹੁਣ ਇਸ ਵੇਲੇ ਮਹਾਨ ਅੰਦੋਲਨ ਵਿੱਚ ਹਾਂ, ਕਿ ਪਵਿੱਤਰ ਆਤਮਾ ਹਰੇਕ ਹਿਰਦੇ ਨੂੰ ਨਵੇਂ ਢੰਗ ਨਾਲ ਭਰੇ। ਪ੍ਰਭੂ,
ਉਹਨਾਂ ਦੇ ਪ੍ਰਾਣਾਂ ਵਿੱਚ ਇੱਕ ਨਵੀਂ ਅੱਗ ਜਲਾ ਦੇ। ਕਾਸ਼ ਕਿ ਸੁਣਨ ਤੋਂ ਬਾਅਦ ਉਹ ਇੱਥੋਂ ਅਣਖ ਨਾਲ ਬਾਹਰ ਜਾਣ ਜਦ ਉਹ ਸ਼ਬਦ ਬੋਲੇ ਗਏ ਹਨ ਕਿ ਸਾਡਾ ਪਿਆਰਾ ਦੇਸ਼ ਇਸ ਕੋਸ਼ਿਸ਼ ਨੂੰ ਠੁਕਰਾ ਦੇਵੇਗਾ। हे ਪਰਮੇਸ਼ਰ, ਇਹਨਾਂ ਮਹਾਨ ਰਾਜਾਂ ਨੇ ਡਿੱਗਣਾ ਹੀ ਹੈ। ਹਰੇਕ ਨਾਸ਼ਵਾਨ ਚੀਜ਼ ਨੂੰ ਅਵਿਨਾਸ਼ੀ ਲਈ ਰਾਹ ਛੱਡਣਾ ਹੀ ਪਵੇਗਾ। हे ਪਰਮੇਸ਼ਰ, ਜਦ ਕਿ ਅਸੀਂ ਇਹ ਵੇਖਦੇ ਹਾਂ, ਅਸੀਂ ਉੱਥੇ ਰੋਮ ਦੇ ਪ੍ਰਾਚੀਨ ਖੰਡਰਾਂ ਉੱਤੇ ਖਲੋਤੇ ਵੇਖ ਰਹੇ ਸੀ, ਜਿੱਥੇ ਇੱਕ ਦਿਨ ਉਹ ਮਹਾਨ ਰਾਜਸ਼ਾਹੀ ਦੇਸ਼ ਇਸ ਦੁਨੀਆ ਉੱਤੇ ਖਿੜੇ ਹੋਏ ਸਥਾਨਾਂ ਦੀ ਤਰ੍ਹਾਂ ਖੜਾ ਸੀ, ਸੰਸਾਰ ਦਾ ਸਭ ਤੋਂ ਆਲੀਸ਼ਾਨ ਸਥਾਨ। ਅਤੇ ਅੱਜ ਉਸ ਮਹਾਨ ਸਾਮਰਾਜ ਦੇ ਖੰਡਰਾਂ ਨੂੰ ਲੱਭਣ ਲਈ ਤੁਸੀਂ ਧਰਤੀ ਨੂੰ 20 ਫੁੱਟ ਡੂੰਘਾ ਪੁੱਟਦੇ ਹੋ। ਉੱਥੇ ਜਿੱਥੇ ਕਦੀ ਮੰਦਰ ਖੜਾ ਸੀ, ਉਮਾਰ ਦੀ ਮਸਜਿਦ ਖੜੀ ਹੈ। ਜ਼ਿਆਦਾਤਰ ਮਹਾਨ ਚੀਜ਼ਾਂ, ਮਹਾਨ ਦੇਸ਼, ਮਹਾਨ ਸਿਕੰਦਰ ਅਤੇ ਯੂਨਾਨ ਅਤੇ ਹੋਰ ਬਹੁਤ ਸਥਾਨ, ਕਿਵੇਂ ਰਾਜਾਂ ਦੇ ਰਾਜ ਡਿੱਗ ਕੇ ਖਤਮ ਹੋ ਗਏ ਹਨ। ਪਰਮੇਸ਼ਰ, ਅਸੀਂ ਵੇਖਦੇ ਹਾਂ ਕਿ ਖੁਸ਼ਖਬਰੀ ਨੂੰ ਰੱਦਣ ਕਾਰਨ ਸਾਡੇ ਦੇਸ਼ ਦੀ ਨੀਂਹ ਢਹਿ ਰਹੀ ਹੈ, ਜਦ ਕਿ ਮਹਾਨ ਲੋਕਾਂ ਨੇ ਇਸ ਦੇਸ਼ ਦਾ ਸਫਾਇਆ ਕੀਤਾ, ਹਰੇਕ ਥਾਂ ਨੂੰ ਸਵਾਰਿਆ। ਖੁਸ਼ਖਬਰੀ ਦੇ ਸੰਦੇਸ਼ ਅਗਾਂਹ ਵਧੇ। ਯਹੂਨਾ ਬਪਤਿਸਮਾ ਦੇਣ ਵਾਲੇ ਵਰਗਾ ਇੱਕ ਆਤਮਾ ਚਮਤਕਾਰ ਕਰਦੇ ਹੋਏ ਨਹੀਂ, ਜਾਂ ਚਮਤਕਾਰਾਂ ਦੇ ਬਾਰੇ ਵਿੱਚ ਕਹਿੰਦੇ ਹੋਏ ਨਹੀਂ, ਪਰ ਸਾਰੇ ਦੇਸ਼ ਵਿੱਚ ਘੁੰਮਿਆ ਹੈ। ਤਦ ਯਿਸੂ ਦੀ ਚਮਤਕਾਰ ਕਰਨ ਵਾਲੀ ਸਾਮਰਥ ਉਸਦੇ ਪਿੱਛੇ ਪਿੱਛੇ ਚੱਲੀ, ਜਿਵੇਂ ਕਿ ਯਹੂਨਾ ਦੇ ਨਾਲ ਸੀ। ਅਤੇ ਫਿਰ ਵੀ ਸਾਡਾ ਦੇਸ਼ ਹਰ ਪਾਸੇ ਸ਼ਰਾਬ, ਤੰਬਾਕੂ, ਨਾਈਟ ਕਲੱਬ ਅਤੇ ਪਾਪ ਨਾਲ ਭਰਿਆ ਹੋਇਆ ਹੈ। ਸਾਡੀ ਮਹਾਨ ਸੱਭਿਅਤਾ ਡਿੱਗ ਰਹੀ ਹੈ, ਗਿਰ ਰਹੀ ਹੈ। ਹਰ ਚੀਜ਼ ਨੂੰ ਰਸਤਾ ਦੇਣਾ ਹੀ ਹੋਵੇਗਾ। ਇਹਨਾਂ ਸਾਰੇ ਰਾਜਾਂ ਨੇ ਜ਼ਰੂਰ ਹੀ ਡਿੱਗਣਾ ਹੈ, ਤਾਂ ਕਿ ਪਰਮੇਸ਼ਰ ਦਾ ਰਾਜ ਆਪਣੇ ਤੇਜ ਵਿੱਚ ਆ ਸਕੇ ਅਤੇ ਮਹਾਨ 1000 ਸਾਲਾ ਰਾਜ ਆਪਣੇ ਸਥਾਨ ਤੇ ਆ ਸਕੇ। ਇੱਕ ਪੁਰਾਣੇ ਰੁੱਖ ਨੂੰ ਵੇਖਦਾ ਹਾਂ, ਜਿੱਥੇ ਮੈਂ ਕੁਝ ਸਾਲ ਪਹਿਲਾਂ ਇੱਕ ਮੁੰਡੇ ਵਾਂਗੂ ਬੈਠਦਾ ਹੁੰਦਾ ਸੀ, ਜਦੋਂ ਉਸ ਦੀਆਂ ਵੱਡੀਆਂ ਸ਼ਾਹੀ ਟਹਿਣੀਆਂ ਸਨ। ਕਿਵੇਂ ਮੈਂ ਸੋਚਦਾ ਹੁੰਦਾ ਸੀ ਕਿ ਉਹ ਰੁੱਖ ਉੱਥੇ ਸੈਂਕੜੇ ਸਾਲਾਂ ਤੱਕ ਖੜਾ ਰਹੇਗਾ ਅਤੇ ਉਹ ਅੱਜ ਬਸ ਇੱਕ ਟੁੰਡ ਹੈ, ਇਹ ਜਾਣਦੇ ਹੋਏ ਕਿ ਸਭ ਮਰਨਹਾਰ ਚੀਜ਼ਾਂ ਨੇ ਰਸਤਾ ਛੱਡਣਾ ਹੀ ਹੁੰਦਾ ਹੈ। ਪ੍ਰਭੂ, ਮੈਂ ਵੀ ਕਦੀ ਇੱਕ ਜਵਾਨ ਸੀ, ਹੁਣ ਖੁਦ ਨੂੰ ਜਾਂਦੇ ਹੋਏ ਵੇਖਦਾ ਹਾਂ। ਸੂਰਜ ਨੂੰ ਡੁੱਬਦੇ ਹੋਏ ਵੇਖਣ ਲਈ ਰੇਖਾ ਦੇ ਸਿਖਰ ਉੱਤੇ ਪਹੁੰਚ ਰਿਹਾ ਹਾਂ। ਅੱਜ ਇਸ ਇਮਾਰਤ ਵਿੱਚ ਜ਼ਿਆਦਾਤਰ ਚਿੱਟੇ ਵਾਲਾਂ ਵਾਲੇ ਸਿਰ ਝੁਕੇ ਹਨ, ਜੋ ਕਦੀ ਤਾਕਤਵਰ ਖੂਬਸੂਰਤ ਜਵਾਨ ਮਨੁੱਖ ਸਨ। ਬਹੁਤ ਸਾਰੀਆਂ ਔਰਤਾਂ ਦੇ ਚਿਹਰੇ ਝੁਕਾਏ ਹੋਏ ਹਨ ਅਤੇ ਹੁਣ ਹੰਝੂ ਉਹਨਾਂ ਝੁਰੜੀਆਂ ਵਾਲੇ ਚਿਹਰਿਆਂ ਦੇ ਉੱਤੇ ਰਸਤਾ ਬਣਾਉਂਦੇ ਹੋਏ ਹੇਠਾਂ ਵਗ ਰਹੇ ਹਨ, ਜਿਹੜੇ ਚਿਹਰੇ ਕਦੇ ਜਵਾਨ ਔਰਤਾਂ ਵਾਂਗੂ ਪਿਆਰੇ ਅਤੇ ਖੂਬਸੂਰਤ ਸਨ। हे ਪਰਮੇਸ਼ਰ, ਹਰ ਬਸ਼ਰ ਘਾਹ ਦੀ ਤਰ੍ਹਾਂ ਹੈ, ਅੰਤ ਨੇੜੇ ਹੈ। हे ਪਰਮੇਸ਼ਰ ਦੇ ਮਸੀਹ, ਇਹਨਾਂ ਵਿਚਾਰੇ ਲੋਕਾਂ ਨੂੰ ਆਪਣੇ ਰਾਜ ਵਿੱਚ ਕਬੂਲ ਕਰ। ਕਿਸੇ ਦਿਨ ਮੈਂ ਉੱਥੇ ਪਰਮੇਸ਼ਰ ਦੇ ਸਿੰਘਾਸਨ ਦੇ ਸਾਹਮਣੇ ਖੜਾ ਹੋਵਾਂਗਾ। ਮੈਂ ਆਪਣੀ ਸੇਵਕਾਈ ਦਾ ਹਿਸਾਬ ਦੇਵਾਂਗਾ, ਇਹਨਾਂ ਚੀਜ਼ਾਂ ਦਾ ਹਿਸਾਬ ਦੇਵਾਂਗਾ ਜੋ ਤੂੰ ਮੈਨੂੰ ਕਰਨ ਦੀ ਆਗਿਆ ਦਿੱਤੀ ਹੈ। ਕਿ ਪ੍ਰਭੂ, ਲੋਕਾਂ ਦੇ ਵਿਚਕਾਰ ਯਿਸੂ ਮਸੀਹ ਦੇ ਜੀ ਉੱਠਣ ਦੀ ਘੋਸ਼ਣਾ ਕਰਾਂ। हे ਪਰਮੇਸ਼ਰ, ਮੈਨੂੰ ਜ਼ਰੂਰ ਹੀ ਇਸ ਦੇ ਲਈ ਉੱਤਰ ਦੇਣਾ ਪੈਣਾ ਹੈ। हे ਪਰਮੇਸ਼ਰ, ਮੇਰੇ ਹਿਰਦੇ ਵਿੱਚ ਹੋਰ ਅਤੇ ਹੋਰ ਅਣਖ ਦੀ ਅੱਗ ਲਗਾ ਦੇ, ਹੋਰ ਬੁੱਧੀ ਦੇ, ਤਾਂ ਕਿ ਮੈਂ ਜਾਣ ਲਵਾਂ ਕਿ ਲੋਕਾਂ ਦੀ ਅਗਵਾਈ ਯਿਸੂ ਮਸੀਹ ਤੱਕ ਕਿਵੇਂ ਕਰਨੀ ਹੈ। ਪਿਤਾ, ਅੱਜ ਤੂੰ ਆਪਣੇ ਪਵਿੱਤਰ ਵਚਨ ਵਿੱਚ ਵਾਅਦਾ ਕੀਤਾ ਹੈ, ਜੋ ਕੋਈ ਮੇਰੇ ਵਚਨ ਸੁਣਦਾ ਹੈ ਅਤੇ ਉਸ ਉੱਤੇ ਨੇਚਾ ਕਰਦਾ ਹੈ, ਜਿਸ ਨੇ ਮੈਨੂੰ ਘੱਲਿਆ ਹੈ, ਉਸ ਦੇ ਕੋਲ ਸਦੀਵਕ ਜੀਵਨ ਹੈ ਅਤੇ ਉਹ ਕਦੇ ਵੀ ਨਿਆਂ ਵਿੱਚ ਨਹੀਂ ਜਾਵੇਗਾ, ਸਗੋਂ ਉਹ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਪ੍ਰਭੂ, ਇੱਥੇ ਬਹੁਤ ਸਾਰੇ ਹੱਥ ਉੱਪਰ ਉੱਠੇ ਹੋਏ ਹਨ। ਕਈ ਵਿਚਾਰੇ ਗੁਆਚੇ ਹੋਏ ਲੋਕ, ਉਹਨਾਂ ਵਿੱਚੋਂ ਬਹੁਤ ਸਾਰੇ ਨੇਚਾ ਤੋਂ ਫਿਰ ਚੁੱਕੇ ਅਤੇ ਰਸਤੇ ਤੋਂ ਭਟਕੇ ਹੋਏ ਲੋਕ ਹਨ। हे ਪਰਮੇਸ਼ਰ, ਇਸੇ ਹੀ ਪਲ ਅਜਿਹਾ ਹੋਣ ਦੇ ਕਿ ਜਦੋਂ ਪਵਿੱਤਰ ਆਤਮਾ ਗਵਾਹੀ ਦੇ ਰਿਹਾ ਹੈ ਕਿ ਇਹ ਗੱਲਾਂ ਸੱਚੀਆਂ ਹਨ, ਕਿ ਅਸੀਂ ਅੰਤ ਸਮੇਂ ਵਿੱਚ ਹਾਂ ਅਤੇ ਉਹ ਮਹਿਸੂਸ ਕਰਦੇ ਹਨ ਕਿ ਕਿਸੇ ਦਿਨ ਉਹਨਾਂ ਨੇ ਜਾਣਾ ਹੀ ਹੈ। ਹੋਣ ਦੇ ਕਿ ਜਦੋਂ ਸਾਡੇ ਸਿਰ ਝੁਕੇ ਹੋਏ ਹਨ, ਉਹ ਠੀਕ ਹੁਣੇ ਹੀ ਮਸੀਹ ਨੂੰ ਕਬੂਲ ਕਰ ਲੈਣ। ਕਿ ਇਸ ਸਮੇਂ ਇੱਥੇ ਕੋਈ ਅਜਿਹਾ ਹੈ ਜਿਸ ਨੇ ਪਹਿਲੀ ਬੁਲਾਹਟ ਵਿੱਚ ਆਪਣਾ ਹੱਥ ਨਹੀਂ ਉਠਾਇਆ? ਕਿ ਹੁਣ ਤੁਸੀਂ ਆਪਣਾ ਹੱਥ ਉਠਾਓਗੇ ਅਤੇ ਕਹੋਗੇ, ਇਸ ਸਮੇਂ ਮੈਂ ਮਸੀਹ ਨੂੰ ਆਪਣਾ ਮੁਕਤੀਦਾਤਾ ਜਾਣ ਕੇ ਕਬੂਲ ਕਰਨਾ ਚਾਹੁੰਦਾ ਹਾਂ? ਕਿ ਤੁਸੀਂ ਅਜਿਹਾ ਕਰੋਗੇ? ਹੋਰ ਕੋਈ ਜਿਸ ਨੇ ਕਦੇ ਵੀ
ਕੀ ਤੁਸੀਂ ਧਿਆਨ ਦਿੱਤਾ ਕਿ ਜਦ ਉਹ ਵਚਨ ਪ੍ਰਚਾਰ ਹੋਇਆ ਤਾਂ ਕਿਸ ਤਰ੍ਹਾਂ ਉਹ ਅੱਗ ਇਮਾਰਤ ਵਿੱਚ ਆਈ ਸੀ? ਵੇਖਿਆ ਮਿੱਤਰ, ਮੈਂ ਵਿਸ਼ਵਾਸ ਕਰਦਾ ਹਾਂ ਮੇਰੇ ਜਵਾਨ ਮਿੱਤਰ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਜਵਾਨ ਆਦਮੀ ਜਿਸ ਦਾ ਹੱਥ ਉੱਪਰ ਹੈ, ਪਰਮੇਸ਼ਰ ਮੇਰੇ ਭਾਈ ਨੂੰ ਕਬੂਲ ਕਰ। ਪ੍ਰਭੂ ਯਿਸੂ ਤੇ ਨੇਚਾ ਕਰਨ ਰਾਹੀਂ ਤੁਹਾਡੇ ਕੋਲ ਅਨੰਤ ਜੀਵਨ ਹੁੰਦਾ ਹੈ। ਮੈਂ ਹੈਰਾਨ ਹਾਂ ਕਿ ਬਾਲਕੋਨੀ ਵਿੱਚ ਕਿਸੇ ਪਾਸੇ ਜੇ ਅਸੀਂ ਵੇਖ ਰਹੇ ਹਾਂ ਕਿ ਪਰਮੇਸ਼ਰ ਨੇ ਇਹਨਾਂ ਕੰਮਾਂ ਦਾ ਵਾਅਦਾ ਕੀਤਾ ਹੈ ਤਾਂ ਅਸੀਂ ਉਹਨਾਂ ਨੂੰ ਵਾਪਰਦੇ ਹੋਏ ਵੇਖਣ ਲਈ ਇੱਥੇ ਹਾਂ। ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਇਸ ਦਾ ਵਾਅਦਾ ਕੀਤਾ ਹੈ ਅਤੇ ਕੋਈ ਵੀ ਚੀਜ਼ ਜਿਸ ਦਾ ਪਰਮੇਸ਼ਰ ਵਾਅਦਾ ਕਰਦਾ ਹੈ, ਪਰਮੇਸ਼ਰ ਇਸ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਕੀ ਇੱਥੇ ਕੋਈ ਹੋਰ ਵੀ ਹੈ? ਨਾਰੀ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੇ ਹੱਥ ਨੂੰ ਵੇਖਦਾ ਹਾਂ। ਕੀ ਕੋਈ ਹੋਰ ਵੀ ਆਪਣਾ ਹੱਥ ਉਠਾਵੇਗਾ? ਨਾਰੀ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੇ ਹੱਥ ਨੂੰ ਵੇਖ ਰਿਹਾ ਹਾਂ। ਜਵਾਨ ਔਰਤ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡਾ ਹੱਥ ਵੇਖ ਰਿਹਾ ਹਾਂ। ਕੋਈ ਹੋਰ? ਨਾਰੀ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੇ ਹੱਥ ਨੂੰ ਵੇਖਦਾ ਹਾਂ। ਬਾਲਕੋਨੀ ਵਿੱਚ ਕੋਈ ਹੈ? ਮੈਂ ਉੱਪਰ ਬਾਲਕੋਨੀ ਵਿੱਚ ਕਿਸੇ ਨੂੰ ਵੇਖਣਾ ਚਾਹੁੰਦਾ ਹਾਂ ਜੋ ਕਿ ਮਸੀਹੀ ਨਹੀਂ ਹੈ ਅਤੇ ਜੋ ਕਹਿਣਾ ਚਾਹੇ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਪੁੱਤਰ, ਮੈਂ ਬਸ ਜਾਣਦਾ ਹਾਂ ਕਿ ਤੁਸੀਂ ਉੱਥੇ ਉੱਪਰ ਹੋ। ਉੱਥੇ ਕੋਈ ਹੈ? ਕਿਉਂਕਿ ਪਵਿੱਤਰ ਆਤਮਾ ਮੈਨੂੰ ਬਾਲਕੋਨੀ ਵੱਲ ਅਗਵਾਈ ਕਰਦਾ ਮਹਿਸੂਸ ਹੋ ਰਿਹਾ ਹੈ। ਮੈਂ ਨਹੀਂ ਜਾਣਦਾ ਕਿਉਂ। ਮੈਂ ਕੋਈ ਕੱਟੜਪੰਥੀ ਨਹੀਂ ਹਾਂ। ਜੇ ਮੈਂ ਹਾਂ ਤਾਂ ਮੈਂ ਅਜਿਹਾ ਨਹੀਂ ਚਾਹੁੰਦਾ ਹਾਂ, ਪਰ ਅਜਿਹਾ ਲੱਗਦਾ ਹੈ ਕਿ ਜਿਵੇਂ ਕੋਈ ਬਾਲਕੋਨੀ ਵਿੱਚ ਹੈ। ਪੁੱਤਰ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਕਾਸ਼ ਤੁਸੀਂ, ਅਤੇ ਜੇਕਰ ਤੁਹਾਡੇ ਨਾਲ ਤੁਹਾਡੀ ਪਤਨੀ ਹੈ ਤਾਂ ਤੁਸੀਂ ਆਪਣੇ ਪੂਰੇ ਹਿਰਦੇ ਨਾਲ ਪ੍ਰਭੂ ਯਿਸੂ ਦੀ ਸੇਵਾ ਕਰੋ। ਅਜਿਹਾ ਹੋਵੇ ਕਿ ਇਹ ਤੁਹਾਡਾ ਜੀਵਨ, ਤੁਹਾਡਾ ਘਰ ਬਦਲ ਦੇਵੇ। ਇਹ ਕਰੇਗਾ। ਅਜਿਹਾ ਹੋਵੇ ਕਿ ਤੁਸੀਂ ਉਸ ਦੇ ਸੇਵਕ ਬਣ ਜਾਓ। ਹੁਣ ਬੰਦ ਕਰਨ ਤੋਂ ਠੀਕ ਪਹਿਲਾਂ ਕੀ ਕੋਈ ਹੋਰ ਵੀ ਹੈ? ਇਸ ਤੋਂ ਪਹਿਲਾਂ ਕਿ ਮੈਂ ਸਭਾ ਭਾਈ ਬੋਝ ਨੂੰ ਦੇਵਾਂ, ਮੁੰਡਿਆਂ ਨੂੰ ਕੁਝ ਮਿੰਟਾਂ ਵਿੱਚ ਅੰਦਰ ਆਉਣਾ ਪਵੇਗਾ ਅਤੇ ਪ੍ਰਾਰਥਨਾ ਕਾਰਡ ਵੰਡਣੇ ਸ਼ੁਰੂ ਕਰਨਗੇ। ਕੀ ਤੁਸੀਂ ਇੱਕ ਵਾਰੀ ਹੋਰ ਆਓਗੇ? ਭਵਨ ਵਿੱਚੋਂ ਕਿਤੇ ਉਹਨਾਂ ਨੇ ਆਪਣੇ ਹੱਥ ਉਠਾਏ ਹੋਏ ਹਨ। ਭਾਈ ਜੋਸਫ, ਜੇਕਰ ਤੁਸੀਂ ਬਸ ਇੱਕ ਪਲ ਲਈ ਆਪਣਾ ਹੱਥ ਉਠਾਓ, ਮੈਂ ਫੇਰ ਤੁਹਾਡੇ ਨਾਲ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ। ਜੀ ਹਾਂ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਨੂੰ ਉੱਥੇ ਹੇਠਾਂ ਵੇਖਦਾ ਹਾਂ। ਦਿਆਲੂ ਸ਼੍ਰੀਮਾਨ, ਤੁਹਾਡਾ ਧੰਨਵਾਦ। ਜਵਾਨ ਆਦਮੀ, ਪਰਮੇਸ਼ਰ ਤੁਹਾਨੂੰ ਉੱਥੇ ਬਰਕਤ ਦੇਵੇ। ਇਹ ਬਹੁਤ ਵਧੀਆ ਹੈ। ਹੁਣ ਹੋ ਸਕਦਾ ਹੈ ਕਿ ਇਹ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਅਜੀਬ ਲੱਗੇ ਕਿ ਕਿਵੇਂ ਇੱਕ ਸ਼ਬਦ ਕਿਸੇ ਚੀਜ਼ ਨੂੰ ਇਸ ਤਰ੍ਹਾਂ ਤੋੜ ਸਕਦਾ ਹੈ ਅਤੇ ਇੱਕ ਅੱਗ ਫੈਲ ਜਾਵੇ। ਵੇਖਿਆ, ਇਹ ਇਸ ਲਈ ਹੈ ਕਿਉਂਕਿ ਇਹ ਸੱਚਾਈ ਹੈ। ਅਤੇ ਤੁਸੀਂ ਵੇਖੋ ਕਿ ਸੰਦੇਸ਼ ਦਾ ਮੂਲ ਵਿਚਾਰ ਇਹ ਹੈ ਕਿ ਅਸੀਂ ਅੰਤਿਮ ਸਮੇਂ 'ਤੇ ਹਾਂ। ਸ਼੍ਰੀਮਾਨ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੇ ਹੱਥ ਨੂੰ ਵੇਖਦਾ ਹਾਂ। ਪਰਮੇਸ਼ਰ ਤੁਹਾਨੂੰ ਬਰਕਤ ਬਖਸ਼ੇ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਹੁਣ ਮਿੱਤਰੋ, ਮੈਂ ਤੁਹਾਨੂੰ ਦੱਸਦਾ ਹਾਂ, ਮੇਰਾ ਵਿਸ਼ਵਾਸ ਹੈ ਕਿ ਇੱਥੇ ਬਹੁਤ ਸਾਰੇ ਅਜਿਹੇ ਬੈਠੇ ਹੋਏ ਹਨ ਜਿਹੜੇ ਆਪਣੇ ਵਿਸ਼ਵਾਸ ਲਈ ਇੱਕ ਭਿਆਨਕ ਸਤਾਵ ਝੱਲਣਗੇ ਇਸ ਤੋਂ ਪਹਿਲਾਂ ਕਿ ਉਹ ਮੋਹਰ ਬੰਦ ਕੀਤੇ ਜਾਣ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਕੀ ਕੋਈ ਹੋਰ ਆਪਣਾ ਹੱਥ ਉਠਾਵੇਗਾ? ਪਿਛਲੇ ਪਾਸੇ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਸ਼੍ਰੀਮਾਨ ਜੀ, ਮੈਂ ਤੁਹਾਡਾ ਹੱਥ ਵੇਖਦਾ ਹਾਂ। ਕੋਈ ਹੋਰ? ਹੁਣ ਕੋਈ ਹੋਰ? ਛੇਤੀ ਆਪਣਾ ਹੱਥ ਉਠਾਓ ਜਦੋਂ ਕਿ ਅਸੀਂ ਸਮਾਪਤੀ ਦੀ ਪ੍ਰਾਰਥਨਾ ਦੀ ਉਡੀਕ ਕਰ ਰਹੇ ਹਾਂ। ਜੇ ਤੁਸੀਂ ਆਪਣਾ ਹੱਥ ਉਠਾਓ। ਪੁੱਤਰ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਪੁੱਤਰ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਪਰਮੇਸ਼ਰ ਤੁਹਾਨੂੰ ਬਰਕਤ ਬਖਸ਼ੇ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਉੱਥੇ ਉਹ ਆਦਮੀ, ਮੈਂ ਤੁਹਾਡੇ ਹੱਥ ਨੂੰ ਵੇਖ ਰਿਹਾ ਹਾਂ। ਹਾਂ ਜੀ ਭਾਈ ਜੀ, ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਮੈਂ ਵੇਖ ਰਿਹਾ ਹਾਂ। ਇਹ ਅਦਭੁਤ ਹੈ। ਬਸ ਮਸੀਹ ਨੂੰ ਕਬੂਲ ਕਰਨਾ। ਜਦ ਤੁਸੀਂ ਆਪਣਾ ਹੱਥ ਉੱਪਰ ਉਠਾਉਂਦੇ ਹੋ, ਪਰਮੇਸ਼ਰ ਇਸ ਨੂੰ ਜੀਵਨ ਦੀ ਪੁਸਤਕ ਵਿੱਚ ਲਿਖ ਲੈਂਦਾ ਹੈ। ਠੀਕ ਉਸੇ ਵੇਲੇ ਜਦੋਂ ਤੁਸੀਂ ਇਸ ਦਾ ਵਿਸ਼ਵਾਸ ਕਰਦੇ ਹੋ, ਜਦੋਂ ਤੁਸੀਂ ਆਪਣਾ ਹੱਥ ਉੱਪਰ ਚੁੱਕਦੇ ਹੋ, ਤੁਸੀਂ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਜਾਂਦੇ ਹੋ। ਤੁਸੀਂ ਆਪਣਾ ਹੱਥ ਕਿਵੇਂ ਉਠਾਇਆ? ਕੋਈ ਮਨੁੱਖ ਮੇਰੇ ਕੋਲ ਨਹੀਂ ਆ ਸਕਦਾ ਜਦ ਤੱਕ ਕਿ ਪਿਤਾ ਹੀ ਉਸ ਨੂੰ ਪਹਿਲਾਂ ਨਾ ਖਿੱਚੇ। ਇਹੋ ਹੀ ਗੱਲ ਹੈ। ਪਰਮੇਸ਼ਰ ਇੱਥੇ ਖਿੱਚ ਰਿਹਾ ਹੈ। ਤੁਸੀਂ ਆਪਣਾ ਹੱਥ ਉਠਾ ਰਹੇ ਹੋ। ਸਵਰਗਦੂਤ ਤੁਹਾਡੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖ ਰਹੇ ਹਨ। ਬਸ ਇੱਥੇ ਹੀ ਗੱਲ ਮੁੱਕਦੀ ਹੈ। ਹੁਣ ਤੁਸੀਂ ਉਦੋਂ ਹੀ ਪਵਿੱਤਰ ਆਤਮਾ ਪ੍ਰਾਪਤ ਕਰੋਗੇ ਜਦੋਂ ਤੁਸੀਂ ਸਿਰਫ ਵਿਸ਼ਵਾਸ ਕਰੋਗੇ।
ਹੁਣ ਫੇਰ ਆਪਣੇ ਝੁਕੇ ਹੋਏ ਸਿਰਾਂ ਨਾਲ। ਸਾਡੇ ਸਵਰਗੀ ਪਿਤਾ, ਆਪਣੀਆਂ ਬਰਕਤਾਂ ਭੇਜ। ਅਤੇ ਪਿਤਾ, ਮੈਂ ਲੋਕਾਂ ਦੀ ਇਸ ਵੱਡੀ ਭੀੜ ਲਈ ਤੇਰਾ ਧੰਨਵਾਦ ਕਰਦਾ ਹਾਂ ਜੋ ਬਸ ਮਸੀਹ ਨੂੰ ਕਬੂਲ ਕਰ ਰਹੀ ਹੈ। ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਆਪਣੇ ਸੰਦੇਸ਼ ਨੂੰ ਪ੍ਰਮਾਣਿਤ ਕੀਤਾ ਹੈ ਪ੍ਰਭੂ, ਅਤੇ ਇਸ ਨੂੰ ਦਿੱਤਾ ਹੈ, ਅਤੇ ਉਹ ਕੰਮ ਕਰਨ ਲਈ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਅੱਜ ਸਾਡੇ ਲਈ ਕੀਤੇ ਹਨ। ਇਹ ਲੋਕ ਆਪਣੇ ਜੀਵਨ ਦੇ ਸਾਰੇ ਦਿਨ ਖੁਸ਼ ਰਹਿਣਗੇ। ਠੀਕ ਹੁਣੇ ਹੀ ਤੂੰ ਉਹਨਾਂ ਨੂੰ ਸਦੀਵਕ ਜੀਵਨ ਦਿੱਤਾ ਹੈ, ਕਿਉਂਕਿ ਉਹਨਾਂ ਨੇ ਪ੍ਰਭੂ ਯਿਸੂ ਉੱਤੇ ਨਿਹਚਾ ਕੀਤੀ ਹੈ। ਅਤੇ ਪਿਤਾ, ਬਸ ਕੁਝ ਹੀ ਪਲਾਂ ਵਿੱਚ ਜਦੋਂ ਵੇਦੀ ਉੱਪਰੋਂ ਬੁਲਾਹਟ ਕੀਤੀ ਜਾਂਦੀ ਹੈ ਕਿ ਨਿੱਜੀ ਤੌਰ ਨਾਲ ਇੱਥੇ ਜਗਵੇਦੀ ਦੇ ਦੁਆਲੇ ਜਾਂ ਸੀਟਾਂ ਦੇ ਵਿਚਾਲੇ ਥਾਂ ਵਿੱਚ ਖੜੇ ਹੋਣ, ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਆਪਣੀ ਮੁਕਤੀ ਲਈ ਤੈਨੂੰ ਧੰਨਵਾਦ ਦੇਣ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹਰ ਇੱਕ ਹੱਥ ਜੋ ਸੀਟਾਂ ਦੇ ਵਿਚਕਾਰ ਵਾਲੇ ਸਥਾਨ ਦੇ ਉੱਪਰ ਉੱਠਿਆ ਹੋਇਆ ਸੀ, ਕਿਤੇ ਵੀ ਖੜੇ ਹੋ ਜਾਣ ਅਤੇ ਤੇਰੇ ਅੱਗੇ ਪ੍ਰਾਰਥਨਾ ਕਰਨ ਅਤੇ ਉਹਨਾਂ ਨੂੰ ਕਬੂਲ ਕਰਨ ਲਈ ਜਾਂ ਉਹਨਾਂ ਨੂੰ ਤੇਰੇ ਰਾਜ ਵਿੱਚ ਕਬੂਲ ਕਰ ਲਏ ਜਾਣ ਲਈ ਤੇਰਾ ਧੰਨਵਾਦ ਕਰਨ। ਪ੍ਰਭੂ, ਅਜਿਹਾ ਬਖਸ਼ ਦੇ, ਹੋਣ ਦੇ ਕਿ ਤੇਰੀਆਂ ਸਦੀਵਕ ਬਰਕਤਾਂ ਉਹਨਾਂ ਉੱਤੇ ਠਹਿਰੀਆਂ ਰਹਿਣ। ਅਤੇ ਭਾਈ ਜੋਸਫ ਸਾਡੇ ਝੁਕੇ ਹੋਏ ਸਿਰਾਂ ਨਾਲ ਪ੍ਰਾਰਥਨਾ ਨੂੰ ਜਾਰੀ ਰੱਖਣਗੇ।